ਸ਼ੇਰੀ ਪੰਜਾਬ AM 600 ਤੁਹਾਡਾ ਇੱਕ ਵਾਰੀ ਫਿਰ ਬਹੁਤ-ਬਹੁਤ ਸਵਾਗਤ ਹੈ ਇਸ ਨਵੇਂ ਹਫਤੇ ਦੇ ਵਿੱਚ। ਅੱਜ ਹੈ ਸੋਮਵਾਰ ਯਾਨੀ ਮਾਈ ਮੋਟੀਵੇਸ਼ਨਲ ਮੰਡੇ। ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹੁੰਦੀ ਹਾਂ ਮੰਡੇ, ਕਿਉਂਕਿ ਗੱਲ ਇਹ ਹੈ ਕਿ ਕਹਿੰਦੇ ਕਿ ਅੰਦਰੋਂ ਜਿਹੜੀ ਸਾਡੀ ਆਵਾਜ਼ ਆਉਂਦੀ ਹੈ, ਜਿਹਦੇ ਤੋਂ ਅਸੀਂ ਮੋਟੀਵੇਟ ਹੁੰਦੇ ਹਾਂ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਬਹੁਤ ਸਾਲ ਪਹਿਲਾਂ ਮੈਂ ਇਹ ਗੱਲ ਪੜ੍ਹੀ ਸੀ ਕਿ ਬਾਹਰੀ ਪ੍ਰੇਰਨਾ ਦਾ ਮੁਹਤਾਜ ਹੋਣਾ ਕਾਇਰਤਾ ਦਾ ਪ੍ਰਤੀਕ ਹੈ। ਮੈਂ ਬਹੁਤ ਸਾਲ ਇਸ ਗੱਲ 'ਤੇ ਸ਼ਾਇਦ ਬਿਲੀਵ ਕਰਦੀ ਰਹੀ, ਪਰ ਹੁਣ ਮੈਂ ਇਸ ਗੱਲ 'ਤੇ ਯਕੀਨ ਨਹੀਂ ਕਰਦੀ। ਜਦੋਂ ਬਾਹਰੋਂ ਸਾਨੂੰ ਕਿਸੇ ਤਰ੍ਹਾਂ ਦੀ ਮੋਟੀਵੇਸ਼ਨ ਮਿਲਦੀ ਹੈ, ਇੰਸਪੀਰੇਸ਼ਨ ਮਿਲਦੀ ਹੈ, ਯਕੀਨਨ ਤੌਰ ਦੇ ਉੱਤੇ ਉਹ ਬਹੁਤ ਵੱਡਾ ਇੰਪੈਕਟ ਸਾਡੇ 'ਤੇ ਪਾਉਂਦੀ ਹੈ ਕਿ ਜੇ ਕੋਈ ਖਾਸ ਵਿਅਕਤੀ ਕੁਝ ਖਾਸ ਕਰ ਸਕਦਾ ਹੈ, ਅਸੀਂ ਕਿਉਂ ਨਹੀਂ ਕਰ ਸਕਦੇ। ਬਹੁਤ ਵਾਰੀ ਅਸੀਂ ਆਪਣੇ ਆਪ ਨੂੰ ਲਿਮਿਟਿੰਗ ਬਲੀਫਸ ਦੇ ਘੇਰੇ ਦੇ ਵਿੱਚ, ਇੱਕ ਸਰਕਲ ਦੇ ਵਿੱਚ ਆਪਣੇ ਆਪ ਨੂੰ ਕੈਦ ਕਰ ਲੈਂਦੇ ਹਾਂ ਕਿ ਮੇਰੇ ਕੋਲ ਨਹੀਂ ਇਹ ਹੋਣਾ, ਮੈਂ ਨਹੀਂ ਕਰ ਸਕਦਾ, ਮੇਰੇ ਲਈ ਤਾਂ ਔਖਾ ਹੈ। ਆਪਣੀਆਂ ਜਿਹੜੀਆਂ ਕਮਜ਼ੋਰੀਆਂ ਅਸੀਂ ਅਕਸਰ ਉਹਨਾਂ ਨੂੰ ਹਾਈਲਾਈਟ ਆਪ ਕਰਦੇ ਹਾਂ। ਜਿੰਨੀ ਵਾਰੀ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਆਪ ਹਾਈਲਾਈਟ ਕਰ ਰਹੇ ਹਾਂ, ਲਗਾਤਾਰ ਅਸੀਂ ਆਪਣੇ ਮਨ ਨੂੰ ਇਹ ਮੈਸੇਜ ਦੇ ਰਹੇ ਹਾਂ ਕਿ ਹਾਂ ਭਾਈ, ਵਾਕਈ ਮੈਂ ਕਾਬਲ ਨਹੀਂ ਹਾਂ, ਮੇਰੇ ਕੋਲੋਂ ਇਹ ਹੋ ਨਹੀਂ ਸਕਣਾ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਰਿਕਗਨਾਈਜ਼ ਨਾ ਕਰੀਏ, ਅਸੀਂ ਉਹਨਾਂ ਨੂੰ ਆਈਡੈਂਟੀਫਾਈ ਨਾ ਕਰੀਏ। ਅਸੀਂ ਬਿਲਕੁਲ ਆਪਣੀਆਂ ਕਮਜ਼ੋਰੀਆਂ ਬਾਰੇ ਅਵੇਅਰ ਹੁੰਦੇ ਹੋਏ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਤਾਂ ਕਰ ਸਕਦੇ ਹਾਂ, ਆਪਣੇ ਆਪ ਨੂੰ ਇੱਕ ਚੰਗਾ ਮੈਸੇਜ ਦੇ ਸਕਦੇ ਹਾਂ, ਪੋਜ਼ੀਟਿਵ ਮੈਸੇਜ ਦੇ ਸਕਦੇ ਹਾਂ। ਪਰ ਕਈ ਵਾਰੀ ਜਦ ਤੱਕ ਸਾਨੂੰ ਕੋਈ ਹਲੂਣ ਕੇ ਇਹ ਸੁਨੇਹਾ ਨਹੀਂ ਦਿੰਦਾ ਕਿ ਭਾਈ ਤੁਸੀਂ ਬਿਹਤਰ ਕਰ ਸਕਦੇ ਹੋ, ਤੁਹਾਡੇ ਵਿੱਚ ਇਹ ਪੋਟੈਂਸ਼ੀਅਲ ਹੈ, ਤੁਹਾਡੇ ਵਿੱਚ ਇਹ ਪਾਵਰ ਹੈ, ਕਿਉਂਕਿ ਪਰਮਾਤਮਾ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਸ਼ਕਤੀ ਦੇ ਕੇ ਭੇਜਿਆ, ਪੋਟੈਂਸ਼ੀਅਲ ਦੇ ਕੇ ਭੇਜਿਆ। ਗੱਲ ਰੀਅਲਾਈਜ਼ ਕਰਨ ਦੀ ਹੁੰਦੀ ਹੈ। ਮਾਈ ਮੋਟੀਵੇਸ਼ਨਲ ਮੰਡੇਜ਼ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਹਫਤੇ ਕਿਸੇ ਨਾ ਕਿਸੇ ਐਸੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂ, ਜਿਹਦੇ ਨਾਲ ਗੱਲਾਂ ਕਰਦੇ ਵੇਲੇ, ਜਿਹਦੀਆਂ ਗੱਲਾਂ ਸੁਣਦੇ ਵੇਲੇ ਤੁਸੀਂ ਵਾਕਈ ਪੋਜ਼ੀਟਿਵ ਹੋ ਜਾਓ, ਆਪਣੇ ਆਪ ਬਾਰੇ ਚੰਗਾ ਸੋਚਣਾ ਸ਼ੁਰੂ ਕਰੋ, ਆਪਣੇ ਆਪ ਬਾਰੇ ਚੰਗਾ ਮਹਿਸੂਸ ਕਰਨਾ ਸ਼ੁਰੂ ਕਰੋ। ਅਤੇ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦੀ ਬਲੋਕੇਜ ਲੱਗਦੀ ਹੈ, ਕੋਈ ਆਬਸਟੀਕਲ ਲੱਗਦੀ ਹੈ, ਉਹਨੂੰ ਤੁਸੀਂ ਪਾਸੇ ਕਰਨ ਦੇ ਵਿੱਚ ਕਾਮਯਾਬ ਹੋ ਸਕੋ। ਆਪਣੇ ਲਈ ਚੰਗੇ ਗੋਲ ਸੈੱਟ ਕਰੋ। ਆਪਣਾ ਜਿਹੜਾ ਕੋਈ ਨਾ ਕੋਈ ਡੈਸਟੀਨੇਸ਼ਨ ਤੁਸੀਂ ਮਿੱਥਿਆ ਹੋਇਆ ਹੈ, ਉਹਦੇ ਲਈ ਰਾਹ ਪੱਧਰਾ ਕਰਨਾ ਸ਼ੁਰੂ ਕਰੋ। ਅਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਟੂਡੀਓ ਦੇ ਵਿੱਚ ਮੇਰੇ ਨਾਲ ਮਾਈ ਮੋਟੀਵੇਸ਼ਨਲ ਮੰਡੇਜ਼ ਦੇ ਵਿੱਚ ਅੱਜ ਸ਼ਾਮਿਲ ਹੋ ਰਹੇ ਨੇ ਸਾਡੀ ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਹੈ। ਜਦੋਂ ਕਦੇ ਇਹਨਾਂ ਦੇ ਨਾਲ ਗੱਲਾਂ ਕਰਨ ਦਾ ਮੌਕਾ ਮਿਲਦਾ ਹੈ, ਚਾਹੇ ਅਸੀਂ ਕੈਜੂਅਲੀ ਗੱਲ ਕਰਦੇ ਹਾਂ, ਯਕੀਨ ਕਰਿਓ ਕਿ ਇਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਤੁਸੀਂ ਬਾਅਦ ਦੇ ਵਿੱਚ ਇਹ ਗੱਲ ਮਹਿਸੂਸ ਕਰਦੇ ਹੋ ਕਿ ਇਹ ਬੰਦਾ ਵੱਡਾ ਸੀ, ਇਹ ਵਿਅਕਤੀ ਵੱਡਾ ਸੀ, ਪਰ ਉਹਨੇ ਮੈਨੂੰ ਵੀ ਛੋਟਾ ਮਹਿਸੂਸ ਨਹੀਂ ਕਰਾਇਆ। ਇਹੀ ਵੱਡਪਨ ਹੁੰਦਾ ਹੈ। ਅੱਜ ਮੈਂ ਸ਼ਾਮਿਲ ਕਰ ਰਹੀ ਹਾਂ ਆਪਣੇ ਨਾਲ ਕੈਲ ਦੋਸਾਂਝ ਹੁਣਾਂ ਨੂੰ। ਕੈਲ ਜੀ, ਜੀ ਆਇਆਂ ਨੂੰ। ਨਵਜੋਤ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਫॉर ਦਿਸ ਓਪਰਚੁਨਿਟੀ। ਸੋ ਜੀ, ਕੈਲ ਦੋਸਾਂਝ ਹੁਣੀ ਪਿਛਲੇ 22 ਸਾਲਾਂ ਤੋਂ ਪੁਲਿਸਿੰਗ ਸਰਵਿਸ ਦੇ ਵਿੱਚ ਨੇ। ਇਹ ਖਾਸ ਤੌਰ 'ਤੇ ਜੇ ਮੈਂ ਜ਼ਿਕਰ ਕਰਨਾ ਚਾਹਵਾਂ, ਇਸ ਵੇਲੇ ਡਿਟੈਕਟਿਵ ਫਾਈਨੈਂਸ਼ੀਅਲ ਕ੍ਰਾਈਮ ਯੂਨਿਟ ਦੇ ਨਾਲ ਕੰਮ ਕਰ ਰਹੇ ਨੇ। ਪਰ ਪਿਛਲੇ ਕਈ ਸਾਲਾਂ ਤੋਂ ਇਹ ਖਬਰਾਂ ਦੇ ਵਿੱਚ ਵੀ ਰਹੇ ਨੇ, ਚਰਚਾ ਦੇ ਵਿੱਚ ਵੀ ਰਹੇ ਨੇ। ਉਸ ਦਾ ਕਾਰਨ ਇਹ ਹੈ ਕਿ ਕਿਡਸ ਪਲੇ ਫਾਊਂਡੇਸ਼ਨ ਇਹਨਾਂ ਨੇ ਬਣਾਈ ਹੋਈ ਹੈ, ਜਿਸ ਦੇ ਇਹ ਫਾਊਂਡਰ ਨੇ ਅਤੇ ਨਾਲ CEO ਨੇ। ਕਿਡਸ ਪਲੇ ਫਾਊਂਡੇਸ਼ਨ ਕੀ ਹੈ, ਕੀ ਕਰਦੀ ਹੈ, ਉਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਅੱਜ ਵੀ ਗੱਲਬਾਤ ਕਰਾਂਗੇ। ਪਰ ਅੱਜ ਦੀ ਜਿਹੜੀ ਗੱਲ ਖਾਸ ਕਰਕੇ ਹੈ, ਉਹ ਕੈਲ ਦੋਸਾਂਝ ਹੁਣਾਂ ਦੀ ਜਿਹੜੀ ਜਰਨੀ ਹੈ, ਯਾਤਰਾ ਹੈ, ਉਹਦੇ ਬਾਰੇ ਹੈ। ਸੋ ਕੈਲ, ਖੁੱਲ੍ਹ ਕੇ ਅੱਜ ਗੱਲਾਂ ਬਾਤਾਂ ਕਰਾਂਗੇ। ਤੁਸੀਂ ਗੰਭੀਰ ਜ਼ਿਆਦਾ ਨਹੀਂ ਹੋਣਾ, ਕਿਉਂਕਿ ਬੜੀ ਵਾਰੀ ਮੌਕਾ ਮਿਲਦਾ ਤੁਹਾਨੂੰ ਸੁਣਨ ਦਾ। ਜਿਸ ਵੇਲੇ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ, ਅਕਸਰ ਆਪਾਂ ਬਹੁਤ ਡੂੰਘਾ ਚਲੇ ਜਾਂਦੇ ਹਾਂ, ਅਸੀਂ ਸੀਰੀਅਸ ਕਿਸਮ ਦੀਆਂ ਗੱਲਾਂ ਜ਼ਰੂਰ ਕਰਦੇ ਹਾਂ। ਅੱਜ ਬਿਲਕੁਲ ਆਪਾਂ ਲਾਈਟ ਮੋਡ ਦੇ ਵਿੱਚ ਗੱਲਾਂ ਕਰਦੇ ਚਲੋ ਜੀ, ਤੁਹਾਡੇ ਬਾਰੇ ਬਹੁਤ ਕੁਝ ਹੋਰ ਜਾਣਨਾ ਚਾਹਾਂਗੇ। ਇੰਨਾ ਪਤਾ ਹੈ ਕਿ ਤੁਸੀਂ ਕਮਿਊਨਿਟੀ ਦੇ ਵਿੱਚ ਸਰਵਿਸ ਕਰ ਰਹੇ ਹੋ, ਤੁਸੀਂ ਪੈਸ਼ਨੇਟ ਹੋ, ਕਮਿਊਨਿਟੀ ਦੇ ਵਿੱਚ ਕੰਮ ਕਰਦੇ। ਦੂਸਰੀ ਤੁਹਾਡੀ ਵੱਡੀ ਪਹਿਚਾਣ ਹੈ ਕਿ ਤੁਸੀਂ ਸੈਂਡੀ ਦੋਸਾਂਝ ਦੇ ਪਤੀ ਹੋ। ਸਾਡਾ ਟਾਈਟਲ ਹੀ ਉਹੀ ਬਣ ਗਿਆ, ਇਹੀ ਬਣ ਹੁਣ ਗਿਆ, ਸਾਡੀ ਪਛਾਣ ਹੀ ਹੋਈ ਆ। ਹਾਂ, ਬਿਲਕੁਲ ਖੁਸ਼ੀ ਹੁੰਦੀ ਆ। ਅਕਸਰ ਇਹ ਕਹਿੰਦੇ ਆ ਕਿ ਵੀ ਸ਼ਾਇਦ ਆਦਮੀ ਦੇ ਨਾਂ ਦੇ ਨਾਲ ਔਰਤ ਦੀ ਪਹਿਚਾਣ ਹੁੰਦੀ ਹੈ, ਪਰ ਔਰਤ ਦੇ ਨਾਂ ਨਾਲ ਵੀ ਆਦਮੀ ਦੀ ਪਹਿਚਾਣ ਹੋਣੀ ਚਾਹੀਦੀ ਹੈ। ਮਾਣ ਮਹਿਸੂਸ ਹੋਣਾ ਚਾਹੀਦਾ। ਮਾਣ ਮਹਿਸੂਸ ਹੋਣਾ ਚਾਹੀਦਾ, ਬਿਲਕੁਲ। ਠੀਕ ਹੈ। ਤੁਹਾਡੀ ਯਾਤਰਾ ਬਚਪਨ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਜੀ। ਤੁਸੀਂ ਕੈਨੇਡਾ ਦੇ ਬੌਰਨ ਹੋ? ਹਾਂਜੀ। ਓਕੇ। ਮੇਰੇ ਲਈ ਬਿਲਕੁਲ ਇਹੀ ਨਵੀਂ ਗੱਲ ਹੈ। ਮੈਂ ਸੋਚਦੀ ਸੀ ਕਿ ਜਿਸ ਹਿਸਾਬ ਦੀ ਤੁਹਾਡੀ ਪੰਜਾਬੀ ਹੈ, ਜਾਂ ਜਿਸ ਹਿਸਾਬ ਨਾਲ ਤੁਹਾਡਾ ਵਿਚਰਨ ਦਾ ਅੰਦਾਜ਼ ਹੈ, ਕਿ ਸ਼ਾਇਦ ਤੁਸੀਂ ਬਹੁਤ ਛੋਟੇ ਹੁੰਦੇ ਇੱਥੇ ਆ ਗਏ ਹੋਗੇ, ਪਰ ਬੌਰਨ ਤੁਸੀਂ ਇੱਥੇ ਦੇ ਨਹੀਂ ਹੋ। ਸੋ ਕੈਨੇਡਾ ਦੇ ਵਿੱਚ ਬੌਰਨ ਹੋਏ, ਕਿਹੜੇ ਸ਼ਹਿਰ ਦੇ ਵਿੱਚ? ਸਰੀ ਦੇ ਵਿੱਚ ਹੀ? ਹਾਂਜੀ। ਅਤੇ ਇੰਨੇ ਸਾਲਾਂ ਤੋਂ ਸਰੀ ਵਿੱਚ ਹੀ ਹੋ? ਬਿਲਕੁਲ ਨਹੀਂ, ਐਕਚੁਅਲੀ ਦੈਟਸ ਨਾਟ ਟਰੂ। ਸਰੀ ਦੇ ਵਿੱਚ ਬੌਰਨ ਹੋਇਆ ਸੀ, ਅਤੇ
ਥੋੜ੍ਹੇ ਸਮੇਂ ਬਾਅਦ ਆਈ ਥਿੰਕ ਆਈ ਵਾਸ ਤਕਰੀਬਨ 4-5 ਸਾਲ ਦਾ ਸੀ ਜਦ ਅਸੀਂ ਡੈਲਟਾ ਵੱਲ ਨੂੰ ਆ ਗਏ ਸੀ ਲੈਨਰ। ਅੱਛਾ। ਲੈਨਰ ਇੱਕ ਬਹੁਤ ਛੋਟੀ ਕਮਿਊਨਿਟੀ ਹੈ ਜਿੱਥੇ ਉਸ ਸਮੇਂ ਕੋਈ ਖਾਸ ਆਪਣੇ ਨਹੀਂ ਸੀ ਵਾਸਤੇ, ਅਤੇ ਹੁਣ ਤਾਂ ਆਈ ਮੀਨ ਸਮੇਂ ਦੇ ਨਾਲ ਦੀਆਂ ਗੱਲਾਂ ਆ, ਅਤੇ ਹੁਣ ਕਾਫੀ ਪੰਜਾਬੀ ਕਮਿਊਨਿਟੀ ਉੱਥੇ ਹੋ ਗਈ ਆ, ਪਰ ਜਿਸ ਸਮੇਂ ਅਸੀਂ ਸੀ ਉੱਥੇ, ਅਤੇ ਦੂਜੀ ਗੱਲ ਇਹ ਨਵਜੋਤ ਰੇਸਿਜ਼ਮ ਬਹੁਤ ਐਕਸਪੀਰੀਅੰਸ ਕਰਨੀ ਪਈ। ਅੱਛਾ। ਉੱਥੇ ਲੈਨਰ ਦੇ ਵਿੱਚ, ਕਿਉਂਕਿ ਲੈਨਰ ਵਾਜ਼ ਪ੍ਰਾਇਮਰਲੀ ਅ ਫਾਰਮਿੰਗ ਕਮਿਊਨਿਟੀ, ਅਤੇ ਗੋਰਿਆਂ ਦੀ ਕਮਿਊਨਿਟੀ ਸੀ ਖਾਸ ਕਰਕੇ, ਉਹ ਆਈ ਮੁੱਠੀ ਪਰ ਆਪਣੇ ਸੀ ਉੱਥੇ ਵਾਸਤੇ, ਅਤੇ ਬਹੁਤ ਕੁਝ ਦੇਖਣ ਲਈ ਮਿਲਿਆ। ਤੁਹਾਡੀ ਪੜ੍ਹਾਈ ਉੱਥੇ ਹੋਈ ਹੈ ਜਿਹੜੀ ਪੜ੍ਹਾਈ ਐਲੀਮੈਂਟਰੀ ਪ੍ਰੀ ਸਕੂਲ, ਹਾਈ ਸਕੂਲ, ਸਾਰਾ ਕੁਛ ਉੱਥੇ ਹੀ। ਅਤੇ ਪਰ ਇੰਨੀ ਗੱਲ ਹੈ ਕਿ ਸੋਹਣੀ ਪਰਵਰਿਸ਼ ਹੋ ਗਈ। ਇਟਸ ਬਿਊਟੀਫੁਲ ਟਾਊਨ। ਲੈਨਰ ਇੱਕ ਬਹੁਤ ਸੁੰਦਰ ਛੋਟਾ ਜਿਹਾ ਸ਼ਹਿਰ ਆ ਕਿ ਜਿੱਥੇ ਇਸ ਤਰ੍ਹਾਂ ਲੱਗਦਾ ਸੀ ਕਿ ਯੂਰ ਅਵੇ ਸਮਵੇਅਰ ਐਲਸ। ਇਟਸ ਵੈਰੀ ਯੂਨੀਕ, ਸਮਾਲ ਲਿਟਲ ਕਮਿਊਨਿਟੀ, ਸਮਾਲ ਪਿੰਡ ਵਰਗਾ ਫੀਲ ਸੀ ਤੁਸੀਂ ਕਹਿ ਸਕਦੇ, ਰਾਈਟ। ਸੋ 2 ਸ਼ਾਪਾਂ ਹੁੰਦੀਆਂ ਸੀ ਉਸ ਸਮੇਂ, ਰਾਈਟ। ਸੋ ਇਟਸ ਗਰੋਨ ਅ ਲੋਟ ਨਾਓ ਸਿੰਸ ਦੈਨ। ਤੁਸੀਂ ਹੁਣੇ ਗੱਲ ਕੀਤੀ ਕਿ ਰੇਸਿਜ਼ਮ ਬਹੁਤ ਸਹਿਣੀ ਪਈ। ਇਹ ਜਿਹੜਾ ਰੇਸਿਜ਼ਮ ਦਾ ਸ਼ਬਦ ਸੀ, ਇਹਦਾ ਤੁਹਾਨੂੰ ਅਹਿਸਾਸ ਕਿਵੇਂ ਹੋਇਆ ਵੀ ਹਾਂ ਇਹਨੂੰ ਰੇਸਿਜ਼ਮ ਕਹਿੰਦੇ ਆ? ਨਵਜੋਤ, ਹੁਣ ਜੇ ਸੋਚਿਆ ਜਾਵੇ, ਆਈ ਮੀਨ ਆਮ ਜਸਟ ਗੋਇੰ ਟੂ ਗੋ ਬੈਕ ਇਨਟੂ ਹਿਸਟਰੀ ਅ ਲਿਟਲ ਬਿਟ। ਹੁਣ ਜਿਹੜੀ ਮੇਨ ਮਾਈਗ੍ਰੇਸ਼ਨ ਹੋਈ ਆਪਣਿਆਂ ਦੀ ਕੈਨੇਡਾ ਨੂੰ, ਇਹ ਖਾਸ ਕਰਕੇ ਅਰਲੀ 80s ਵਿੱਚ ਹੋਈ ਸੀ, ਪਰ ਉਦੋਂ ਖਾਸ ਆਪਣੇ ਇੱਥੇ ਹੋਣ ਲੱਗੇ ਵੱਡੀ ਗਿਣਤੀ ਦੇ ਵਿੱਚ। ਪਰ ਉਸ ਤੋਂ ਪਹਿਲੋਂ ਆਈ ਮੀਨ ਤੁਸੀਂ ਕਹਿ ਸਕਦੇ ਆ ਕਿ ਤਕਰੀਬਨ 1960 ਕੋਲੋਂ ਲੈ ਕੇ 1980 ਤੱਕ ਉਸ ਸਮੇਂ ਦੇ ਵਿੱਚ ਗਿਣਤੀ ਤੇ ਆਪਣੇ ਹੁੰਦੇ ਸੀ, ਕੁਛ ਖਾਸ ਨਹੀਂ, ਰਾਈਟ। ਸੋ ਉਸ ਸਮੇਂ ਦੇ ਵਿੱਚ ਇਟ ਵਾਜ਼ ਅ ਟ੍ਰਾਂਜ਼ੀਸ਼ਨ ਪੀਰੀਅਡ ਕਿ ਉਦੋਂ ਨਾ ਖਾਸ ਗੋਰੀ ਕਮਿਊਨਿਟੀ ਨੂੰ ਆਪਣੇ ਬਾਰੇ ਪਤਾ ਸੀ ਕਿ ਇਹ ਸਿੱਖਿਆ ਪੰਜਾਬੀ ਆ, ਇਹਨਾਂ ਦੀ ਕਲਚਰ ਕੀ ਆ, ਟ੍ਰੇਡ ਕੀ ਆ, ਇਹਨਾਂ ਦੀ ਕੀ ਸੋਚ ਹੈ, ਇਹਨਾਂ ਦੇ ਵੈਲਿਊਜ਼ ਕੀ ਆ, ਕੀ ਇਹਨਾਂ ਦਾ ਰਿਲੀਜਨ ਆ। ਸੋ ਇਹ ਸਾਰਾ ਕੁਛ ਉਸ ਸਮੇਂ ਬੰਦ ਮਾਈਂਡ ਦੇ ਨਾਲ ਦੇਖ ਰਹੇ ਸੀ, ਲਾਈਕ ਖੁੱਲ੍ਹੀ ਅੱਖ ਦੇ ਨਾਲ ਨਹੀਂ। ਇਟ ਵਾਜ਼ ਵੈਰੀ ਇਗਨੋਰੈਂਟ ਥਿੰਕਿੰਗ। ਸੋ ਸਾਡੇ ਉੱਤੇ ਸਟੇਰੀਓਟਾਈਪ ਬਹੁਤ ਲਾਏ ਗਏ, ਅਤੇ ਦੂਜੀ ਗੱਲ ਹੈ ਰੇਸਿਜ਼ਮ ਇੱਦਾਂ ਨਹੀਂ ਕਿ ਇਟ ਵਾਜ਼ ਕਹਿ ਸਕਦੇ ਸਰਲ ਔਰ ਦੇਖਣ ਲਈ ਨਹੀਂ ਸੀ ਮਿਲਦੀ। ਇਟ ਵਾਜ਼ ਵੈਰੀ ਓਪਨ। ਓ ਰੀਅਲੀ? ਤੁਸੀਂ ਜੁੜਾ ਕਰਦੇ ਸੀ ਉਦੋਂ? ਜੁੜਾ ਕਰਦਾ ਸੀ ਉਸ ਸਮੇਂ, ਹਾਂਜੀ, ਕਿਉਂਕਿ ਮੇਰੀ ਸਾਰੀ ਫੈਮਿਲੀ ਅੰਮ੍ਰਿਤਧਾਰੀ ਹੈ, ਅਤੇ ਉਸ ਸਮੇਂ ਜੁੜਾ ਕਰਦਾ ਸੀ। ਅਤੇ ਪਰ ਰੇਸਿਜ਼ਮ ਵਾਜ਼ ਵੈਰੀ ਓਪਨ। ਖੁੱਲ੍ਹੀਆਂ ਗਾਲਾਂ ਸਾਨੂੰ ਪੈਂਦੀਆਂ ਸੀ। ਇਹ ਇਹਨਾਂ ਦੇ 4-5 ਗਰੁੱਪ ਬਣੇ ਹੁੰਦੇ ਸੀ ਉੱਥੇ ਲੈਨਰ ਦੇ ਵਿੱਚ। ਲੈਨਰ ਵਿੱਚ ਨਹੀਂ, ਸਰੀ ਦੇ ਵਿੱਚ ਵੀ ਮੈਂ ਬਥੇਰੀਆਂ ਆਪਣੇ ਫਰੈਂਡਾਂ ਕੋਲੋਂ ਸਟੋਰੀਆਂ ਸੁਣੀਆਂ, ਵੈਨਕੂਵਰ ਦੇ ਵਿੱਚ ਵੀ, ਰਿਚਮੰਡ ਦੇ ਵਿੱਚ ਵੀ। ਕਹਿਣ ਦਾ ਮਤਲਬ ਕਿ ਜਿੱਥੇ ਆਪਣੇ ਵਾਸਤੇ ਸੀ ਉੱਥੇ ਸਾਰਿਆਂ ਨੇ ਉਸ ਸਮੇਂ ਦੇ ਵਿੱਚ ਬਹੁਤ ਰੇਸਿਜ਼ਮ ਐਕਸਪੀਰੀਅੰਸ ਕੀਤਾ। ਮਨ ਦੇ ਵਿੱਚ ਕੀ ਆਉਂਦਾ ਹੁੰਦਾ ਸੀ ਉਦੋਂ? ਕਿਉਂਕਿ ਦੇਖੋ ਰੇਸਿਜ਼ਮ ਹੋਵੇ ਜਾਂ ਬੁਲਿੰਗ ਹੋਵੇ, ਹੈ ਨਾ, ਇਹ ਕਈ ਵਾਰ ਆਪਾਂ ਜਿਹੜੇ ਇੰਟਰਚੇਂਜਬਲੀ ਆਪਾਂ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਹੈਗੇ ਆ। ਬੁਲਿੰਗ ਵੀ ਹੁੰਦੀ ਰਹੀ ਹੈ, ਹੈ ਨਾ, ਸਕੂਲਾਂ ਦੇ ਵਿੱਚ। ਬਿਲਕੁਲ, ਹਾਂਜੀ। ਮਨ 'ਚ ਕੀ ਖਿਆਲ ਆਉਂਦਾ ਹੁੰਦਾ ਸੀ ਵੀ ਜਦੋਂ ਇਹ ਐਕਸਪੀਰੀਅੰਸ ਕਰਦੇ ਸੀ, ਚਾਹੇ ਤੁਹਾਡੇ ਦੋਸਤ ਕਰਦੇ ਸੀ ਜਾਂ ਤੁਸੀਂ ਕਰਦੇ ਹੁੰਦੇ ਸੀ, ਕੀ ਕਰਨ ਨੂੰ ਦਿਲ ਕਰਦਾ ਹੁੰਦਾ ਸੀ? ਹੈਰਾਨਗੀ ਦੀ ਗੱਲ ਸੀ ਯਾਰ, ਕਿਉਂਕਿ ਤੁਸੀਂ ਆਪਣੇ ਆਪ ਨੂੰ ਸੋਚੀਦਾ ਸੀ ਕਿ ਹੁਣ ਜੇ ਆਪਾਂ ਅਮਰੀਕਾ ਦੀ ਹਿਸਟਰੀ ਵੱਲ ਦੇਖੀਏ, ਜਿਹੜੀ ਸਲੇਵਰੀ ਹੁੰਦੀ ਸੀ, ਅਤੇ ਕੀ ਸੀ ਸਲੇਵਰੀ ਇਹੀ ਸੀ ਕਿ ਤੁਸੀਂ ਇੱਕ ਹੋਰ ਗਰੁੱਪ ਨੂੰ ਸਪਰੈਸ ਕਰ ਰਹੇ ਆ, ਓਪਰੈਸ ਕਰ ਰਹੇ ਆ, ਉਹਨਾਂ ਦੇ ਰੇਸ ਕਰਕੇ, ਉਹਨਾਂ ਦੇ ਕਲਰ ਕਰਕੇ, ਉਹਨਾਂ ਨੂੰ ਤੁਸੀਂ ਨੀਵੀਂ ਜਾਤ 'ਤੇ ਸਮਝਦੇ ਆ। ਸੋ ਇਸੇ ਤਰ੍ਹਾਂ ਬੜਾ ਦੁੱਖ ਅਤੇ ਅਫਸੋਸ ਹੁੰਦਾ ਸੀ ਕਿ ਇਹ ਸਾਨੂੰ ਇਨਸਾਨ ਹੀ ਨਹੀਂ ਸੀ ਸਮਝਦੇ, ਕਿ ਇਹਨਾਂ ਨੇ ਨਾ ਦੇਖਿਆ, ਕਿ ਨਾ ਇਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇਹ ਜੂੜਾ ਕਿਸ ਕੰਮ ਲਈ ਤੁਸੀਂ ਪਾਇਆ ਹੋਇਆ, ਕਿ ਇਹਦਾ ਮਤਲਬ ਕੀ ਆ, ਕੀਤਾ ਹੋਇਆ, ਰਾਈਟ। ਇਹਦਾ ਮਤਲਬ ਕੀ ਹੈ, ਇਹਦਾ ਰੀਜ਼ਨ ਕੀ ਹੈ, ਤੁਹਾਡਾ ਰਿਲੀਜਨ ਕੀ ਹੈ, ਕੌਣ ਆ ਤੁਸੀਂ, ਸਾਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ। ਨਹੀਂ, ਇਹ ਸਵਾਲ ਕਦੇ ਇਹਨਾਂ ਦੇ ਪੈਦਾ ਹੀ ਨਹੀਂ ਸੀ ਹੁੰਦੇ, ਰਾਈਟ। ਇਹੀ ਸੀ ਕਿ ਗੋ ਬੈਕ ਟੂ ਯੂਰ ਓਨ ਕੰਟਰੀ, ਯੂ ਡੋਂਟ ਬਿਲੋਂਗ ਹੇਅਰ, ਰਾਈਟ। ਤੁਹਾਡੀ ਇੱਥੇ ਕੋਈ ਪੋਜੀਸ਼ਨ ਨਹੀਂ, ਅਤੇ ਜੇ ਪੋਜੀਸ਼ਨ ਵੀ ਹੈਗੀ ਆ ਕਿ ਇਹ ਤੁਹਾਡੇ ਹਾਣ ਦੇ ਜਿਹੜੇ ਬੱਚੇ ਸੀ ਉਹ ਕਰਦੇ ਹੁੰਦੇ ਸੀ, ਜਾਂ ਕੋਈ ਵਡੇਰੀ ਉਮਰ ਦੇ ਲੋਕ ਜਿਹੜੇ ਐਡਲਟਸ ਸੀ ਉਹ ਬੱਚਿਆਂ ਨਾਲ ਇਸ ਤਰ੍ਹਾਂ? ਨਵਜੋਤ, all of them ਸਾਡੀ, ਕਿਉਂਕਿ ਉਹਨਾਂ ਦੀ ਫਿਰ ਸੋਚ ਵੀ ਇੱਦਾਂ ਬਣਾਈ ਜਾ ਰਹੀ ਸੀ ਬੱਚਿਆਂ ਦੀ, ਰਾਈਟ। ਇਟ ਵਾਜ਼ ਇੰਟਰਜਨਰੇਸ਼ਨਲ, ਕਿ ਇੱਕ ਜਨਰੇਸ਼ਨ, ਇੱਕ ਪੀੜ੍ਹੀ ਕੋਲੋਂ ਲੈ ਕੇ ਦੂਜੀ ਪੀੜ੍ਹੀ ਤੱਕ ਇਹ ਮੈਸੇਜ ਸੀ ਉਹਨਾਂ ਦਾ। ਇਹ ਮੈਸੇਜ ਸੀ ਕਿ ਗੋ ਬੈਕ ਟੂ ਯੂਰ ਓਨ ਕੰਟਰੀ, ਕਿ ਯੂ ਆਰ ਨਾਟ ਵੈਲਕਮ ਹੇਅਰ, ਰਾਈਟ। ਅਤੇ ਬਥੇਰੀਆਂ ਲੜਾਈਆਂ ਹੋਈਆਂ, ਰਾਈਟ। ਬਹੁਤ ਕੁਛ ਅੱਖੀਂ ਦੇਖਣ ਲਈ ਮਿਲਿਆ ਹੈ, ਅਤੇ ਹੌਲੀ ਹੌਲੀ ਸਮਾਂ ਚੇਂਜ ਹੁੰਦਾ ਗਿਆ, ਅਤੇ ਇਟ ਚੇਂਜਡ ਅ ਲੋਟ, ਕਿਉਂਕਿ ਜਿੱਦਾਂ ਹੁਣ ਆਪਣਿਆਂ ਦੀ ਪਾਪੂਲੇਸ਼ਨ ਉੱਥੇ ਵਧੀ ਗਈ, ਉਸੇ ਤਰ੍ਹਾਂ ਡਿਵਰਸੀਫਿਕੇਸ਼ਨ ਹੁੰਦੀ ਗਈ, ਮਲਟੀਕਲਚਰਲਿਜ਼ਮ ਹੁੰਦੀ ਗਈ। ਕੈਨੇਡਾ ਨੇ ਵੀ ਇਸ ਗੱਲ ਨੂੰ ਰੈਕਗਨਾਈਜ਼ ਕਰ ਲਿਆ। ਘਰ ਆ ਕੇ ਗੱਲ ਕਰਦੇ ਹੁੰਦੇ ਸੀ ਤੁਸੀਂ ਜਦੋਂ ਇਹ ਐਕਸਪੀਰੀਅੰਸ ਕਰਦੇ ਸੀ ਆਪਣੇ ਮਾਪਿਆਂ ਦੇ ਨਾਲ? ਤੁਸੀਂ ਗੱਲਬਾਤ ਕਰਦੇ ਹੁੰਦੇ ਸੀ ਵੀ ਸਾਨੂੰ ਸਕੂਲ ਦੇ ਵਿੱਚ ਜਾਂ ਬਾਹਰ ਆਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ? ਦਿਲ ਖੋਲ੍ਹਦੇ ਸੀ ਕਿਸੇ ਨਾਲ? ਨੈਚੁਰਲੀ ਪੈਰੈਂਟਸ ਨੂੰ ਤਾਂ ਦੱਸੀਦਾ ਸੀ, ਪਰ
ਨਵਜੋਤ ਕਿੰਨਾ ਚਿਰ ਤੁਸੀਂ ਦੱਸੀ ਜਾਓਗੇ ਆਈ ਮੀਨ ਦੇयर ਵਾਸ ਅ ਸੈਂਸ ਆਫ ਹੈਲਪਲੈਸਨੈਸ ਟੂ ਇਟ ਕਿ ਕੀ ਕਰ ਲਓਗੇ ਤੁਸੀਂ ਰਾਈਟ ਇਹੀ ਆ ਕਿ ਯੂ ਨੀਡ ਟੂ ਸਟੈਂਡ ਅਪ ਫॉर yourself ਤੇ ਸਟੈਂਡ ਅਪ ਤਾਂ ਕਰਦੇ ਸੀ ਇਸ ਗੱਲ ਦਾ ਕੋਈ ਸ਼ੱਕ ਨਹੀਂ ਵੀ ਨੀਡਡ ਟੂ ਪਰ ਉਹੀ ਤਾਂ ਗੱਲ ਹੈ ਵੀ ਜੇ ਹੁਣ ਮੋਰਿਓਂ 10-15 ਜਾਣੇ ਖੜੇ ਆ ਤੇ ਤੁਸੀਂ ਸਿਰਫ 2-3 ਆ ਰਾਈਟ ਤੇ ਜਿੰਨਾ ਸਟੈਂਡ ਅਪ ਕਰ ਸਕਦੇ ਤੁਸੀਂ ਕਰੋਗੇ ਤੇ ਪਰ it was just a matter of survival right ਤੇ like I said it wasn't easy it was not an easy upbringing so ਜਿੰਨੀ racism ਸਾਨੂੰ ਐਕਸਪੀਰੀਅੰਸ ਕਰਨੀ ਪਈ ਹੁਣ ਮੈਂ ਸਟੋਰੀਆਂ ਨਵੀਂ ਜਨਰੇਸ਼ਨ ਨੂੰ ਦੱਸਦਾ ਜਿਹੜੇ ਸਾਡੇ ਨਾਲ ਵੋਲੰਟੀਅਰ ਜੁੜੇ ਹੋਏ ਆ ਤੇ ਜਦ ਉਹਨਾਂ ਨੂੰ ਸਟੋਰੀਆਂ ਦੱਸੀ ਦੀਆਂ ਆ ਕਿ ਡੋਂਟ ਟੇਕ ਦਿਸ ਫॉर ਗ੍ਰਾਂਟਡ ਕਿ ਜਿਹੜੀ ਤੁਹਾਨੂੰ ਇਹ ਫਰੀडम ਮਿਲੀ ਹੋਈ ਆ ਜਿਹੜੇ ਤੁਸੀਂ ਹੁਣ ਖੁੱਲ੍ਹ ਕੇ ਸਾਰੇ ਕੰਮ ਕਰਦੇ ਆ ਰਾਈਟ ਤੇ ਸਪੈਸ਼ਲੀ ਜਿਹੜੇ ਬੱਚੇ ਡਰੱਗਸ ਤੇ ਗੈਂਗਸ ਵਿੱਚ ਪਏ ਆ ਕਿ ਕਦੇ ਰੂਟਸ ਨਹੀਂ ਭੁੱਲਣੇ ਚਾਹੀਦੇ ਰਾਈਟ ਕਿ ਜੇ ਅਸੀਂ ਆਈ ਮੀਨ ਇੰਡੀਆ ਨਾਲ ਲੜਾਈਆਂ ਕੀਤੀਆਂ ਇੰਨਾ ਕੁਛ ਸਾਨੂੰ ਸਹਿਣਾ ਪਿਆ it was because ਅਸੀਂ ਮੰਗਦੇ ਸੀ ਕਿ ਤੁਹਾਡੇ ਵਾਸਤੇ ਸੋਹਣਾ ਭਵਿੱਖ ਬਣੇ ਰਾਈਟ ਕਿ ਅਸੀਂ ਇਹ ਸਾਰੀ ਫਾਈਟਿੰਗ ਕਿਸ ਕਰਕੇ ਕੀਤੀ ਹੈ ਕਿ ਉਹ ਫਰੀडम्स ਤੇ ਰਾਈਟਸ ਤੇ ਦੈਟ ਲਿਬਰਟੀ ਟੂ ਲਿਵ ਯੋਰ ਲਾਈਫ ਐਜ਼ ਯੂ ਚੂਜ਼ ਐਜ਼ ਯੂ ਵਿਸ਼ ਕਿ ਉਹ ਤੁਹਾਨੂੰ ਪੇਸ਼ ਹੋਵੇ ਹਾਸਲ ਹੋਵੇ ਸਕੂਲ ਦੇ ਵਿੱਚ ਜਿਹੜਾ ਮਾਹੌਲ ਹੁੰਦਾ ਸੀ ਟੀਚਰ ਸੀ ਪ੍ਰਿੰਸੀਪਲ ਸੀ ਜਾਂ ਬਾਕੀ ਹੋਰ ਸਟਾਫ ਸੀ ਉਹਨਾਂ ਵੱਲੋਂ ਸਭ ਕੁਝ ਪੋਜ਼ਿਟਿਵ ਹੁੰਦਾ ਸੀ ਨਿਊਟਰਲ ਹੁੰਦਾ ਸੀ ਨਿਊਟਰਲ ਕਿਉਂਕਿ ਹੁਣ they knew about that they knew about that and they turned their head the other way I'll be very honest with you ਕਿਉਂਕਿ ਹੁਣ ਜਦ ਉਹਨਾਂ ਨੂੰ ਸਟੋਰੀ ਦੱਸੀ ਸੀ ਕਹਿੰਦੇ ਸੀ ਕਿ you know what you just ignore it ਅੱਛਾ ਇੱਦਾਂ ਨਹੀਂ ਕਿ we'll deal with it right they we need to address this it is a serious concern ਮੋਰਿਓ ਕਹਿੰਦੇ ਸੀ ਕਿ just ignore it like ਉਹਨਾਂ ਨੂੰ ਬੇਸਮਝਦਾਰ ਆ ਉਹਨਾਂ ਨੂੰ ਨਹੀਂ ਪਤਾ but how's that helping our situation any ਕਿ ਅਸੀਂ ਕਿੰਨਾ ਕੁ ਚਿਰ ਇਗਨੋਰ ਕਰੀ ਜਾਵਾਂਗੇ ਰਾਈਟ ਜਿੰਨਾ ਇਗਨੋਰ ਕਰਦੇ ਉਹਨੇ ਹੋਰ ਇਹਨਾਂ ਦੇ ਆਈ ਮੀਨ ਜੜ ਡੂੰਘੇ ਹੋਈ ਜਾਂਦੇ ਆ ਰਾਈਟ ਉਹਨੇ ਹੋਰ ਕੌਨਫੀਡੈਂਟ ਹੋਈ ਜਾਂਦੇ ਆਪਣੀ ਐਕਟੀਵਿਟੀਜ਼ ਦੇ ਵਿੱਚ ਤੇ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਕੋਈ ਪਨਿਸ਼ਮੈਂਟ ਨਹੀਂ ਇਸ ਗੱਲ ਦੀ ਕੋਈ ਰੀਪਰਕਸ਼ਨਸ ਨਹੀਂ ਕੋਈ ਕੌਨਸੀਕੁਐਂਸਸ ਨਹੀਂ ਰਾਈਟ ਤੇ ਹੁਣ ਜਾ ਕੇ ਆਈ ਮੀਨ ਸਕੂਲ ਡਿਸਟ੍ਰਿਕਟਸ ਨੂੰ ਵੀ ਸੁਰਤ ਆਉਣ ਲੱਗੀ ਆ ਕਿ ਬੁਲੀਇੰਗ ਇਜ਼ ਅ ਸੀਰੀਅਸ ਇਸ਼ੂ ਰੇਸਿਜ਼ਮ ਇਜ਼ ਅ ਸੀਰੀਅਸ ਇਸ਼ੂ ਐਂਡ ਇਟ ਨੀਡਸ ਟੂ ਬੀ ਐਡਰੈਸਡ ਇਮੀਡੀਏਟਲੀ ਕੌਨਸੀਕੁਐਂਸਸ ਹੋਣੇ ਚਾਹੀਦੇ ਆ ਇਹਦੇ ਰਿਐਕਸ਼ਨ ਨੂੰ ਸਪੈਸ਼ਲੀ ਜੇ ਐਵੀਡੈਂਸ ਸਾਬਤ ਆ ਬਥੇਰੀ ਐਵੀਡੈਂਸ ਉਸ ਸਮੇਂ ਸਕੂਲ ਡਿਸਟ੍ਰਿਕਟ ਨੂੰ ਵੀ ਪ੍ਰੈਜ਼ੈਂਟ ਕੀਤੀ ਸੀ ਪਰ ਸਕੂਲ ਡਿਸਟ੍ਰਿਕਟ ਵਾਂਸ ਅਗੇਨ ਇਟਸ ਨਾਟ ਅ ਪ੍ਰੋਬਲਮ ਟਾਈਪ ਆਫ ਐਟੀਟਿਊਡ ਕਿ ਤੁਸੀਂ ਬਸ ਉਹਨਾਂ ਨੂੰ ਇਗਨੋਰ ਕਰੀ ਜਾਓ ਤੇ ਜੇ ਫਿਊਚਰ ਵਿੱਚ ਕੋਈ ਪ੍ਰੋਬਲਮ ਹੋਈ ਤੇ ਦੇਖੀ ਸੁਣੀ ਜਾਓ ਲਾਈਕ ਦੇयर ਵਾਸ ਨਥਿੰਗ ਇਮੀਡੀਏਟ অর ਸਿਗਨੀਫੀਕੈਂਟ অর ਅਰਜੈਂਟ ਟੂ ਇਟ ਕਦੋਂ ਕਿੰਨੀ ਕੁ ਏਜ ਤੁਹਾਡੀ ਹੋ ਗਈ ਸੀ ਜਦੋਂ ਤੁਹਾਨੂੰ ਲੱਗਦਾ ਸੀ ਕਿ ਹਾਂ ਹੁਣ ਤੁਸੀਂ ਕੋਪ ਅਪ ਕਰ ਸਕਦੇ ਆ ਹੁਣ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਹੋ ਗਏ ਆ ਕਿ ਵੀ ਤੁਸੀਂ ਟੈਕਲ ਕਰ ਸਕਦੇ ਆ ਜਿਹੜੇ ਇਹੋ ਜਿਹੀਆਂ ਸਿਚੁਏਸ਼ਨਸ ਹੁੰਦੀਆਂ ਜਦ ਤੁਸੀਂ ਦੂਸਰਿਆਂ ਨੂੰ ਵੀ ਕੌਨਫੀਡੈਂਸ ਦੇ ਵਿੱਚ ਲੈਣਾ ਸ਼ੁਰੂ ਕੀਤਾ ਭਰੋਸੇ 'ਚ ਲੈ ਕੇ ਕਿ ਵੀ ਇਸ ਚੀਜ਼ ਨੂੰ ਰੇਸਿਜ਼ਮ ਨੂੰ ਜਾਂ ਬੁਲਿੰਗ ਨੂੰ ਆਪਾਂ ਕਿੱਦਾਂ ਟੈਕਲ ਕਰ ਸਕਦੇ ਆ ਕਿੰਨੀ ਕੁ ਏਜ ਸੀ ਜਦੋਂ ਤੁਸੀਂ ਇਹ ਗੱਲ ਰੀਅਲਾਈਜ਼ ਕਰਨੀ ਸ਼ੁਰੂ ਕੀਤੀ ਤੁਸੀਂ ਕਹਿ ਸਕਦੇ ਆ ਕਿ ਅਸੀਂ ਹਾਈ ਸਕੂਲ ਤੱਕ ਪਹੁੰਚ ਗਏ ਸੀ ਆਈ ਮੀਨ 9ਵੀਂ 10ਵੀਂ ਤੱਕ ਸਾਰਾ ਕੁਝ ਹੌਲੀ ਹੌਲੀ ਚੇਂਜ ਹੋਣ ਲੱਗ ਪਿਆ ਸੀ ਵਾਲ ਕਿਹੜੇ ਸਾਲ ਕਟਾਏ ਤੁਸੀਂ ਮਤਲਬ ਉਦੋਂ ਕਿਹੜੀ ਆਪਣੇ ਗ੍ਰੇਡ ਦੇ ਵਿੱਚ ਸੀ ਜਦੋਂ ਗ੍ਰੇਡ ਨਹੀਂ 24 ਸਾਲਾਂ ਦਾ ਸੀ ਨਵਜੋਤ ਅੱਛਾ ਕੈਨ ਯੂ ਬਲੀਵ ਇਟ ਸੋ ਬਾਹਰ ਕੇਸ ਰੱਖੇ ਹੋਏ ਸੀ ਤਕਰੀਬਨ 9 ਸਾਲ ਕੋਲੋਂ ਲੈ ਕੇ 24 ਸਾਲ ਤੱਕ ਅੱਛਾ ਤੇ ਇੰਨੀ ਗੱਲ ਹੈ ਕਿ that's going to be another story which I'll share with you okay but that was part of my spiritual journey ਕਿ I just ਕੇਸ ਰੱਖਣ ਵਾਸਤੇ ਸਿੱਖੀ ਦੀ ਪੂਰੀ ਰਿਸਪੈਕਟ ਰੱਖਣ ਵਾਸਤੇ ਮੈਨੂੰ ਇਹ ਲੱਗਦਾ ਸੀ ਕਿ ਜੇ ਮੈਂ ਕੇਸ ਰੱਖਣਾ ਹੀ ਆ ਤੇ ਫਿਰ ਮੈਨੂੰ ਅੰਮ੍ਰਿਤ ਵੀ ਛਕਣਾ ਚਾਹੀਦਾ ਹੈ ਰਾਈਟ ਦੇयर ਸ਼ੁੱਡ ਬੀ ਅ ਪਰਪਸ ਬਿਹਾਈਂਡ ਇਟ ਇੱਦਾਂ ਨਹੀਂ ਕਿ ਤੁਸੀਂ ਸਿਰਫ ਡਿਜ਼ਾਈਨ ਲਈ ਰੱਖੇ ਹੋਏ ਆ ਆਈ ਮੀਨ ਇਹਦਾ ਮਕਸਦ ਕੀ ਆ ਲਾਈਕ ਤੁਹਾਡਾ ਪਰਪਸ ਕੀ ਹੈ ਸਪਿਰਿਚੁਅਲੀ ਰਾਈਟ ਕਿ ਕਿਹੜੇ ਲੈਵਲ 'ਤੇ ਤੁਸੀਂ ਆਪਣੀ ਸੋਚ ਲੈ ਕੇ ਜਾਣਾ ਮੰਗਦੇ ਆ ਸੋ ਇਸ ਕਰਕੇ ਇਟ ਵਾਸਨਟ ਬਿਕਾਜ਼ ਆਫ ਦ ਰੇਸਿਜ਼ਮ ਜੇ ਰੇਸਿਜ਼ਮ ਕਰਕੇ ਕਟਾਉਣੇ ਹੁੰਦੇ ਮੈਂ ਤਾਂ ਪਹਿਲਾਂ ਹੀ ਕਟਾਉਣਾ ਆਈ ਵਾਸ ਜਸਟ ਕਿਊਰੀਅਸ ਕਿ ਮੇਬੀ ਕੋਈ ਇਦਾਂ ਦੀ ਸਿਚੁਏਸ਼ਨ ਬਣੀ ਹੋਵੇ ਨਹੀਂ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਕਰਕੇ ਨਹੀਂ ਮੈਂ ਕਦੇ ਉਹ ਵੱਖਰੀ ਗੱਲ ਹੈ ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਜ਼ਰੂਰ ਗੱਲ ਕਰਾਂਗੇ ਸੋ ਖਿਆਲ ਤੁਹਾਡੀ ਜਿਹੜੀ ਐਲੀਮੈਂਟਰੀ ਤੇ ਆਪਣੀ ਜਿਹੜੀ ਹਾਈ ਸਕੂਲ ਸੀ ਉਹ ਲੈਡਨਰ ਦੇ ਵਿੱਚ ਹੀ ਫਿਨਿਸ਼ ਹੋਈ ਰਾਈਟ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਹਾਇਰ ਐਜੂਕੇਸ਼ਨ ਸੀ ਕਿੱਥੇ ਹੋਈ ਸਾਈਮਨ ਫਰੇਜ਼ਰ ਯੂਨੀਵਰਸਿਟੀ ਬਰਨਬੀ ਕੈਂਪਸ ਹੁਣ ਤਾਂ ਸਰੀ ਦੇ ਨਿਆਣਿਆਂ ਨੂੰ ਸਰੀ ਕੈਂਪਸ ਮਿਲਿਆ ਹੋਇਆ ਆ ਵਿਚ ਇਜ਼ ਲੈਸ ਕਮਿਊਟ ਪਰ ਉਦੋਂ ਪਹਾੜ ਉੱਤੇ ਜਾਣਾ ਪੈਂਦਾ ਸੀ ਟੂ ਦ ਬਰਨਬੀ ਕੈਂਪਸ ਉਹ ਅੱਛਾ ਨਿੱਕੇ ਹੁੰਦੇ ਕਿਹੋ ਜਿਹੇ ਖਿਡੌਣਿਆਂ ਨਾਲ ਖੇਡਦੇ ਹੁੰਦੇ ਸੀ ਤੁਸੀਂ ਵੀ ਗੰਨਾ ਗੁੰਨਾ ਲਈ ਫਿਰਦੇ ਹੁੰਦੇ ਸੀ ਐਬਸੋਲੂਟਲੀ ਮਿਲਟਰੀ ਸੱਚੀ ਸੋਲਜਰਸ ਅੱਛਾ ਤੇ ਐਕਸ਼ਨ ਫਿਗਰਸ ਕਹਿਣ ਦਾ ਮਤਲਬ ਕਿ ਹਮੇਸ਼ਾ ਹੀ ਹੁਣ ਫੈਮਿਲੀ ਵੀ ਦੱਸਦੇ ਹੁੰਦੇ ਆ ਜਦ ਸਾਰੀ ਫੈਮਿਲੀ ਨਾਲ ਗੱਲ ਹੁੰਦੀ ਹੈ ਕਹਿੰਦੇ ਕਿ ਪਹਿਲੇ ਦਿਨ ਤੋਂ ਹੀ ਤੇਰਾ ਇੰਟਰਸਟ ਸੀ ਪੁਲਿਸ ਅਫਸਰ ਬਣਦਾ ਛੋਟੇ ਹੁੰਦੇ ਤੋਂ ਹੀ ਤੁਸੀਂ ਆਪ ਕਦੋਂ ਰਿਅਲਾਈਜ਼ ਕੀਤਾ ਕਿ ਵੀ ਮੇਰਾ ਇਹ ਇੰਟਰਸਟ ਹੈ ਮੇਰਾ ਤੁਸੀਂ ਕਹਿ ਸਕਦੇ ਕਿ ਨੈਚੁਰਲੀ ਕਈ ਵਾਰੀ ਅੰਦਰੋਂ ਕੋਈ ਇੰਪਲਸ ਹੁੰਦੀ ਆ ਕਿ ਤੁਸੀਂ ਇੱਕ ਫੀਲਡ ਨੂੰ ਗ੍ਰੈਵਿਟੇਟ ਕਰਦੇ ਆ ਕਿ ਪਰ ਮੈਂ ਇੱਕ ਗੱਲ ਜ਼ਰੂਰ ਮੈਂ ਕਰਨੀ ਚਾਹੁੰਦੀ ਹਾਂ ਮੈਂ ਬਹੁਤ ਸਾਰੇ ਜਿਹੜੇ ਬੱਚੇ ਆ ਖਾਸ ਕਰਕੇ ਮੁੰਡੇ ਆ ਮੈਂ ਜਦੋਂ ਉਹਨਾਂ ਨਾਲ ਗੱਲ ਕਰਦੀ ਹਾਂ ਤੇ ਉਹ ਕਹਿੰਦੇ ਆ ਵੀ ਵੱਡਾ ਹੋ ਕੇ ਪੁਲਿਸ ਆਫਿਸਰ ਬਣੂਗਾ ਜਦੋਂ ਉਹ ਪੁਲਿਸ ਆਫਿਸਰ ਬਣਨ ਦੀ ਗੱਲ ਮਨ ਦੇ ਵਿੱਚੋਂ ਉੱਗ ਰਹੀ ਆ
ਜਾਂ ਮਨ ਦੇ ਵਿੱਚ ਉਸ ਵੇਲੇ ਘਰ ਕਰ ਰਹੀ ਹੈ, ਉਹਨਾਂ ਦੇ ਮਨ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਗੱਲ ਹੁੰਦੀ ਹੈ ਕਿ ਜਾਂ ਤਾਂ ਉਹ ਕਿਸੇ ਬੰਦੇ ਨੂੰ ਫਿਕਸ ਕਰਨਾ ਚਾਹੁੰਦੇ ਆ ਜਾਂ ਉਹ ਕਿਸੇ ਸਿਚੁਏਸ਼ਨ ਨੂੰ ਫਿਕਸ ਕਰਨਾ ਚਾਹੁੰਦੇ ਆ, ਤਾਂ ਮਨ ਦੇ ਵਿੱਚ ਇਹ ਖਿਆਲ ਆਉਂਦਾ। ਤੁਹਾਡੇ ਨਾਲ ਕੀ ਸੀ? ਨਵਜੋਤ, ਗੱਲ ਇੱਦਾਂ ਆ ਕਿ ਮੇਰੇ ਫੈਮਿਲੀ ਨੇ ਕਾਫੀ ਡਿਸਕਰੇਜ ਕੀਤਾ ਸੀ, ਇੰਕਰੇਜ ਨਹੀਂ। ਅੱਛਾ। ਰਾਈਟ, ਕਿਉਂਕਿ ਜਦ ਇਹਨਾਂ ਨੂੰ ਪਤਾ ਲੱਗਾ ਕਿ ਪੁਲਿਸ ਅਫਸਰ ਬਣਨ ਦਾ ਇਰਾਦਾ ਆ, ਅਤੇ ਤੁਸੀਂ ਹੁਣ ਦੋ ਗੱਲਾਂ ਗੌਰ ਦੇ ਨਾਲ ਸੁਣਿਓ। ਪਹਿਲੀ ਗੱਲ ਇਹ ਆ ਕਿ ਮਾਈਂਡ ਨਾ ਕਰਿਓ ਮੇਰੀ ਗੱਲ ਦਾ, ਪਰ ਜੇ ਹੁਣ ਆਪਾਂ ਪੁਲਿਸ ਬਾਰੇ ਸੋਚਦੇ ਹਾਂ ਅਤੇ ਖਾਸ ਕਰਕੇ ਆਪਾਂ ਪੰਜਾਬ ਪੁਲਿਸ ਬਾਰੇ ਸੋਚਦੇ ਹਾਂ। ਹਾਂਜੀ, ਬਿਲਕੁਲ। ਅਤੇ ਕਈ ਵਾਰੀ ਜਿਹੜੀ ਉੱਥੇ ਕਰਪਸ਼ਨ ਦੇ ਐਗਜ਼ਾਮਪਲ ਦਿੱਤੇ ਜਾਂਦੇ ਆ ਅਤੇ ਉਹ ਟਰਸਟ ਨਹੀਂ ਬਣਿਆ ਹੋਇਆ ਪੁਲਿਸ ਡਿਪਾਰਟਮੈਂਟਸ ਦੇ ਨਾਲ। ਸੋ ਉਹ ਸੋਚਦੇ ਆ ਕਿ ਇੱਥੇ ਵੀ ਉਹੀ ਕੰਮ ਹੋਣਾ ਹੈ ਕਿ ਇੱਥੇ ਕਈ ਵਾਰੀ ਜਦ ਇਮੇਜ ਜਿਹੜੀ ਆ ਉਹ ਕੋਈ ਇੰਨੀ ਵਧੀਆ ਨਹੀਂ, ਨੈਗੇਟਿਵ ਆ, ਇਟਸ ਅ ਨੈਗੇਟਿਵ ਇਮੇਜ। ਸੋ ਜਦ ਇੱਥੋਂ ਪੰਜਾਬ ਤੋਂ ਉੱਠ ਕੇ ਅਤੇ ਇੱਥੇ ਇਮੀਗ੍ਰੇਟ ਹੁੰਦੀਆਂ ਫੈਮਲੀਆਂ, ਅਤੇ ਉਹੀ ਇਮੇਜ ਪੁਲਿਸ ਡਿਪਾਰਟਮੈਂਟ ਦੀ ਵੀ ਬਣੀ ਹੁੰਦੀ, ਪੁਲਿਸ ਅਫਸਰ ਦੀ ਬਣੀ ਹੁੰਦੀ। ਜਦ ਤੱਕ ਇੱਥੇ ਆ ਕੇ ਪਹੁੰਚਦੇ ਆ ਅਤੇ ਆਪ ਲਰਨ ਕਰਦੇ ਆ ਕਿ ਇਟਸ ਡਿਫਰੈਂਟ, ਰਾਈਟ। ਅਤੇ ਦੂਜੀ ਗੱਲ ਇਹ ਆ ਕਿ ਮਾਪੇ ਹਮੇਸ਼ਾ ਹੀ ਪੁਸ਼ ਕਰਦੇ ਸੀ ਕਿ ਲਾਅ ਵਿੱਚ ਆ, ਮੈਡੀਸਨ ਵਿੱਚ ਆ, ਜਾਂ ਇੰਜੀਨੀਅਰਿੰਗ ਦੇ ਵਿੱਚ ਆ। ਉਹ ਮੰਗਦੇ ਸੀ ਕਿ ਉਹੀ ਉੱਚੀ ਪਦਮੀ ਪੋਜੀਸ਼ਨ ਸੋਚਦੇ ਸੀ ਕਿ ਜੇ ਲਾਅ ਵਿੱਚ ਜਾਊਂਗਾ ਤੈਨੂੰ ਫਾਈਨੈਂਸ਼ਲੀ ਇਟਸ ਬੈਟਰ ਫॉर ਯੂ। ਪਰ ਮੈਂ ਕਦੇ ਫਾਈਨੈਂਸ਼ਲੀ ਸੋਚਿਆ ਨਹੀਂ ਸੀ। ਆਈ ਮੀਨ ਜੇ ਫਾਈਨੈਂਸ਼ੀਅਲ ਸੋਚਣ ਦੀ ਗੱਲ ਸੀ ਤਾਂ ਹੋਰ ਬਥੇਰੀਆਂ ਫੀਲਡਸ ਆ ਜਿਹਨਾਂ ਵਿੱਚ ਜਾ ਸਕਦਾ ਸੀ। ਅਤੇ ਪਰ ਮੈਨੂੰ ਇੱਕ ਤਰ੍ਹਾਂ ਇਹੀ ਸੀ ਕਿ ਕਹਾਵਤ ਆ, ਕਹਿੰਦੇ ਆ ਕਿ ਇਫ ਯੂ ਇੰਜੋਏ ਵਾਟ ਯੂ ਡੂ ਦੈਨ ਯੂ ਡੋਂਟ ਵਰਕ ਫॉर ਅ ਲਿਵਿੰਗ, ਰਾਈਟ। ਕਹਿਣ ਦਾ ਮਤਲਬ ਇਟ ਸ਼ੁੱਡ ਬੀ ਅ ਪੈਸ਼ਨ, ਕਿ ਜੋ ਕੁਝ ਤੁਸੀਂ ਕਰਦੇ ਆ ਤੁਹਾਡੀ ਸ਼ਰਧਾ ਹੋਣੀ ਚਾਹੀਦੀ ਹੈ, ਰਾਈਟ। ਦੈਨ ਇਟ ਡਜ਼ਨਟ ਫੀਲ ਲਾਈਕ ਵਰਕ। ਉਹੀ ਪੁਲਿਸਿੰਗ, ਵੈਸੇ ਮੇਰਾ ਇਰਾਦਾ ਜਿਸ ਸਮੇਂ ਮੈਂ ਯੂਨੀਵਰਸਿਟੀ ਫਿਨਿਸ਼ ਕੀਤੀ, ਮੇਰਾ ਇਹ ਇਰਾਦਾ ਸੀ ਕਿ ਮੈਂ LSAT ਆਪਣੀ ਫਿਨਿਸ਼ ਕਰਨੀ ਹੈ, ਜਿਹੜਾ ਐਂਟਰੈਂਸ ਐਗਜ਼ਾਮ ਹੁੰਦਾ ਲਾਅ ਸਕੂਲ ਲਈ। ਅੱਛਾ। ਪਰ ਆਹ ਸਟੋਰੀ ਤੁਸੀਂ ਸੁਣੋ। ਸੋ ਜਦ ਮੇਰਾ ਚੌਥਾ ਸਾਲ ਆ ਗਿਆ ਯੂਨੀਵਰਸਿਟੀ ਦਾ, ਕਿਉਂਕਿ ਮੇਰੀ ਡਿਗਰੀ ਕ੍ਰਿਮੀਨੋਲੋਜੀ ਦੇ ਵਿੱਚ ਆ। ਅੱਛਾ। ਅੰਡਰਗ੍ਰੈਡ ਇਜ਼ ਇਨ ਸਾਈਕੋਲੋਜੀ। ਅਤੇ ਚੌਥੇ ਸਾਲ ਦੇ ਵਿੱਚ ਉਹਦੀ ਸ਼ੁਰੂਆਤ 'ਤੇ ਇੱਕ ਪ੍ਰੋਗਰਾਮ RCMP ਨੇ ਸ਼ੁਰੂ ਕੀਤਾ ਸੀ ਇੱਥੇ ਸਰੀ ਦੇ ਵਿੱਚ ਹੀ, ਕਾਲਡ ਦ ਸਮਰ ਸਟੂਡੈਂਟ ਕਾਂਸਟੇਬਲ ਪ੍ਰੋਗਰਾਮ ਫॉर ਦ RCMP। ਇਹਨਾਂ ਨੇ ਯੂਨੀਵਰਸਿਟੀ ਸਟੂਡੈਂਟਸ ਵਾਸਤੇ ਪ੍ਰੋਗਰਾਮ ਤਿਆਰ ਕੀਤਾ ਸੀ, ਕਿਉਂਕਿ ਇਹ ਮੰਗਦੇ ਸੀ ਕਿ ਖਾਸ ਕਰਕੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚੋਂ ਹੋਰ ਬੱਚੇ ਰਿਕਰੂਟ ਕਰ ਸਕਣ ਪੁਲਿਸ ਡਿਪਾਰਟਮੈਂਟ ਵਿੱਚ ਜਾਣ ਵਾਸਤੇ। ਅਤੇ ਇਹ ਗੱਲ ਹੈਗੀ ਆ 1997 ਦੀ। ਉਹ ਰਿਕਰੂਟਿੰਗ ਸੀ ਜਾਂ ਵੋਲੰਟੀਅਰ ਸੀ, ਕੀ ਸੀ ਉਹ ਪ੍ਰੋਗਰਾਮ? ਹਾਂਜੀ, ਉਹ ਇਟ ਵਾਜ਼ ਰਿਕਰੂਟਿੰਗ ਪ੍ਰੋਗਰਾਮ, ਜਿੱਥੇ ਮਿਨੀਮਮ ਪੇ ਮਿਲਦੀ ਸੀ, ਪਰ ਤੁਹਾਨੂੰ ਮਿਨੀਮਲ ਟ੍ਰੇਨਿੰਗ ਦਿੰਦੇ ਸੀ। ਨੋ ਵੈਪਨਸ, ਕੋਈ ਗਨ ਬਟਾਨ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਸੀ ਤੁਹਾਨੂੰ ਮਿਲਦੀ। ਤੁਹਾਨੂੰ ਯੂਨੀਫਾਰਮ ਦਿੰਦੇ ਸੀ, ਰੇਡੀਓ ਦਿੰਦੇ ਸੀ, ਅਤੇ ਤੁਹਾਨੂੰ 2 ਮਹੀਨੇ ਦੀ ਇੰਟੈਂਸਿਵ ਟ੍ਰੇਨਿੰਗ ਔਨ ਦ ਲਾਅ ਐਂਡ ਕੰਬੈਟ ਟ੍ਰੇਨਿੰਗ। ਸੋ ਇਹਨਾਂ ਨੇ ਇੱਕ ਤਰ੍ਹਾਂ ਦੀ ਇਹਨਾਂ ਦਾ ਰਿਕਰੂਟਮੈਂਟ ਇਨੀਸ਼ੀਏਟਿਵ ਸੀ ਕਿ ਇਹ ਮੰਗਦੇ ਸੀ ਕਿ ਯੂਨੀਵਰਸਿਟੀ ਸਟੂਡੈਂਟਸ ਨੂੰ ਲੈ ਕੇ ਇਸ ਤਰ੍ਹਾਂ ਦੀ ਟ੍ਰੇਨਿੰਗ ਦੇ ਕੇ ਅਤੇ ਉਹਨਾਂ ਨੂੰ ਸੜਕ 'ਤੇ ਪਾਇਆ ਜਾਵੇ 1 ਜਾਂ 2 ਮਹੀਨਿਆਂ ਲਈ, ਕਿ ਉਹਨਾਂ ਨੂੰ ਪਤਾ ਲੱਗੇ ਕਿ ਪੁਲਿਸਿੰਗ ਹੁੰਦੀ ਕੀ ਆ। ਸੋ ਉਸ ਤੋਂ ਮਗਰੋਂ ਇਹਨਾਂ ਦੀ ਸੋਚ ਇਹ ਸੀ ਕਿ ਇਹਨਾਂ ਨੂੰ ਐਕਸਪੋਜ਼ਰ ਦੇ ਕੇ ਯੂਨੀਵਰਸਿਟੀ ਨਿਆਣਿਆਂ ਨੂੰ, ਅਤੇ ਅਸੀਂ ਪੁਲਿਸਿੰਗ ਵੱਲ ਨੂੰ ਇਹਨਾਂ ਨੂੰ ਡਾਇਰੈਕਟ ਕਰ ਸਕਦੇ ਹਾਂ। ਐਂਡ ਇਟ ਵਰਕਡ, ਕਿਉਂਕਿ ਜਿੱਥੇ ਤੱਕ ਮੇਰਾ ਇਰਾਦਾ ਸੀ LSAT ਲਿਖਣ ਦਾ, ਅਤੇ ਉਹ ਪ੍ਰੋਗਰਾਮ ਫਿਨਿਸ਼ ਕਰਕੇ ਮੇਰੇ ਅੰਦਰ ਉਹੋ ਹੀ ਗੱਲ ਮਜ਼ਬੂਤ ਬਣ ਗਈ ਕਿ ਹੁਣ ਨਹੀਂ, ਮੈਂ ਪੁਲਿਸ ਅਫਸਰ ਹੀ ਬਣਨਾ ਆ। ਇਹ ਗੱਲ ਪੱਕੀ ਸੈੱਟ ਆ। ਕਿਉਂਕਿ ਤੁਸੀਂ ਇਸ ਗੱਲ ਬਾਰੇ ਸੋਚ ਕੇ ਦੇਖੋ ਕਿ ਜਿਹੜੀ ਅਪਬ੍ਰਿੰਗਿੰਗ ਮੇਰੀ ਹੋਈ ਸੀ, ਜਿੱਦਾਂ ਹੁਣ ਮੈਂ ਤੁਹਾਨੂੰ ਸਮਝਾ ਕੇ ਹਟਿਆ, ਇੱਕ ਅੰਮ੍ਰਿਤਧਾਰੀ ਫੈਮਿਲੀ ਦੇ ਵਿੱਚ ਸੀ। ਕਹਿਣ ਦਾ ਮਤਲਬ ਹੈ ਕਿ ਕੋਈ ਦੁਨੀਆਦਾਰੀ ਦੀ ਐਕਸਪੋਜ਼ਰ ਨਹੀਂ ਸੀ ਮੈਨੂੰ ਮਿਲੀ ਹੋਈ, ਕੁਛ ਨਹੀਂ ਸੀ ਦੁਨੀਆ ਬਾਰੇ। ਸੋ ਮੰਮੀ ਡੈਡੀ ਦੋਨੋਂ ਅੰਮ੍ਰਿਤਧਾਰੀ ਸੀ? ਦੋਨੇ ਅੰਮ੍ਰਿਤਧਾਰੀ ਸੀ, ਅਤੇ ਬੜੇ ਇੰਸੂਲੇਟਡ ਪ੍ਰੋਟੈਕਟਡ ਇਨਵਾਇਰਨਮੈਂਟ ਦੇ ਵਿੱਚ ਮੇਰੀ ਪਰਵਰਿਸ਼ ਹੋਈ। ਕਹਿਣ ਦਾ ਮਤਲਬ ਕਿ ਦੁਨੀਆ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ। ਹੋਰ ਤੁਹਾਡੇ ਸਿਬਲਿੰਗਸ? ਹਾਂਜੀ, ਇੱਕ ਬ੍ਰਦਰ ਆ ਛੋਟਾ, ਅਤੇ ਹੀ ਇਜ਼ ਅ ਪਾਇਲਟ। ਅੱਛਾ। ਅਤੇ ਗੱਲ ਇੱਦਾਂ ਕਿ ਕੋਈ ਐਕਸਪੋਜ਼ਰ ਨਹੀਂ ਮਿਲੀ। ਹਮੇਸ਼ਾ ਹੀ ਇੰਸੂਲੇਸ਼ਨ ਸਾਡੇ ਆਲੇ ਦੁਆਲੇ ਰਹਿੰਦੀ ਸੀ ਕਿ ਕਦੇ ਕੋਈ ਐਕਸਪੋਜ਼ਰ ਨਾ ਮਿਲੇ ਡਰੱਗਸ ਨੂੰ, ਗੈਂਗਸ ਨੂੰ, ਜਾਂ ਜਿਹੜੇ ਪੁੱਠੇ ਕੰਮ ਬਾਹਰ ਹੁੰਦੇ ਆ। ਨੈਚੁਰਲੀ ਹਰੇਕ ਮਾਪਾ ਪ੍ਰੋਟੈਕਟਿਵ ਹੁੰਦਾ ਆਪਣੇ ਬੱਚਿਆਂ ਦਾ, ਪਰ ਇਟਸ ਅ ਡਬਲ ਐਜ ਸੋਰਡ। ਕਹਿਣ ਦਾ ਮਤਲਬ ਆ ਕਿ ਕਿਰਪਾਨ ਦੋਨੇ ਪਾਸਿਓਂ ਤਿੱਖੀ ਆ। ਕਿ ਪੋਜ਼ੀਟਿਵ ਇਹ ਸੀ ਕਿ ਸਾਨੂੰ ਐਕਸਪੋਜ਼ਰ ਨਹੀਂ ਮਿਲੀ, ਅਸੀਂ ਇਸ ਕੰਮਾਂ ਦੇ ਵਿੱਚ ਗਏ ਨਹੀਂ। ਪਰ ਦੂਜੇ ਪਾਸਿਓਂ ਜਦ ਤੁਸੀਂ ਦੁਨੀਆਦਾਰੀ ਬਾਰੇ ਸਿੱਖਦੇ ਹੀ ਨਹੀਂ, ਜਦ ਤੁਹਾਨੂੰ ਕੁਛ ਪਤਾ ਹੀ ਨਹੀਂ, ਦੈਨ ਯੂ ਆਰ ਵੈਰੀ ਲਿਮਿਟਡ। ਘਰ ਕਿੰਨੀ ਸਟਰਗਲ ਕਰਨੀ ਪਈ ਪੁਲਿਸ ਅਫਸਰ ਬਣਨ ਵਾਸਤੇ? ਕਨਵਿੰਸ ਕਰਨ ਦੇ ਲਈ ਉਹਨਾਂ ਨੂੰ? ਕਨਵਿੰਸ ਕਰਨ ਦੀ ਲੋੜ ਹੀ ਨਹੀਂ ਪਈ, ਮੈਂ ਐਪਲੀਕੇਸ਼ਨ ਦੇ ਦਿੱਤੀ, ਦੇਖੀ ਸੁਣੀ ਜਾਓ। ਆਪਣੀ ਮਰਜ਼ੀ ਕਰਦਾ। ਗਾਲਾਂ ਠੀਕ ਆ ਮਗਰੋਂ। ਗਾਲਾਂ ਕੌਣ ਕਰਦਾ ਸੀ? ਮਮ ਨੇ ਕਾਫੀ ਕੱਢੀਆਂ। ਠਹਿਰ ਹੈਲੋ। ਓ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। that's your mom. ਹਾਂਜੀ ਆਂਟੀ, ਸਤਿ ਸ਼੍ਰੀ ਅਕਾਲ। ਤੁਹਾਨੂੰ ਪਤਾ ਲੱਗਾ ਕਿ ਤੁਸੀਂ ਗਾਲਾਂ ਕੱਢੀਆਂ ਸੀ? ਮੈਂ ਸੱਚੀ ਗੱਲ ਦੱਸਿਓ, ਗਾਲਾਂ ਕੱਢੀਆਂ ਸੀ ਜਦੋਂ ਪੁਲਿਸ ਐਪਲੀਕੇਸ਼ਨ ਦਿੱਤੀ ਸੀ ਇਹਨਾਂ ਨੇ? ਪੁੱਤ
ਫਿਰ ਪਤਾ ਕੀ ਸੀ, ਮੈਨੂੰ ਇਹ ਸੀ ਕਿ ਡੇਂਜਰਸ ਜੌਬ ਆ ਵੀ ਤੂੰ ਇੱਧਰਲੇ ਪਾਸੇ ਨਾ ਜਾ, ਅੱਛਾ, ਹਨਾ। ਹਾਂ, ਹਾਂ। ਤੇ ਤੂੰ ਕੋਈ ਹੋਰ ਜਿੱਦਾਂ ਕਰ ਲਾ, ਆਪਣਾ ਆਫਿਸ ਖੋਲ ਲਾ, ਤੂੰ ਉਹਦੇ ਵਿੱਚ ਜੌਬ ਕਰ ਲਾ। ਤਾਂ ਇਹਦਾ ਇਹ ਮੰਗਦਾ ਹੀ ਇੱਧਰਲੇ ਪਾਸੇ ਜਾਣਾ ਸੀ, ਤੇ ਨਿੱਕੇ ਹੁੰਦੇ ਦੇ ਖਿਆਲ ਏਦਾਂ ਦੇ ਸੀਗੇ ਇਹਦੇ। ਹਾਂ। ਜਦੋਂ ਇਹਦਾ ਬਰਥਡੇ ਹੋਣਾ ਉਦੋਂ ਵੀ ਇਹਨੇ ਕਹਿਣਾ, ਉਹ ਮਾਂ ਮੈਂ ਕੀ ਲੈਣਾ, ਤੂੰ ਬਰਥਡੇ ਤੇ ਕਹਿਣਾ ਮੈਂ ਜੀਆ ਜੋ ਲੈ ਕੇ ਦੇ। ਉਹਦੇ ਵਿੱਚ ਉਹ ਸਾਰੇ ਹੁੰਦੇ ਸੀਗੇ ਮਿਲਟਰੀ ਦੇ, ਸਾਰੇ ਜਿੱਦਾਂ ਗੰਨਾਂ ਦੇ ਨਾਲ ਉਹਨਾਂ ਦੇ ਨਾਲ ਇਹਨੇ ਖੇਡਦਾ ਰਹਿਣਾ, ਬਸ ਇਦਾਂ ਦੀਆਂ ਚੀਜ਼ਾਂ ਵੱਲ ਇਹਦਾ ਜ਼ਿਆਦਾ ਧਿਆਨ ਹੁੰਦਾ ਸੀ। ਤੁਸੀਂ ਇਹਨਾਂ ਫਿਰ ਰੋਕਦੇ ਕਿਹੜੀ ਗੱਲੋਂ ਸੀ? ਤੁਹਾਨੂੰ ਕੀ ਲੱਗਦਾ ਸੀ? ਤੁਸੀਂ ਡਰਦੇ ਸੀ ਕਿਸੇ ਗੱਲੋਂ? ਰੋਕ ਪਤਾ ਕੀ, ਉਹ ਉਸ ਵੇਲੇ ਆਪਣੇ ਗੋਰੇ ਸਾਡੇ ਨਾਲ ਬਹੁਤ ਡਿਸਕ੍ਰਿਮੀਨੇਸ਼ਨ ਕਰਦੇ ਸੀ। ਮੈਂ ਇਹ ਦੱਸਿਆ ਸੀ ਵੀ ਚੱਲ ਤੂੰ ਉਧਰਲੇ ਪਾਸੇ ਨੂੰ ਨਾ ਜਾ, ਅੱਛਾ, ਤੇ ਵੀ ਤੂੰ ਕੋਈ ਸੇਫ ਜੌਬ ਕਰ ਲਾ, ਕਿਉਂਕਿ ਹੁਣ ਅਸੀਂ ਇਹਨਾਂ ਦੇ ਬੋਰਨ ਵੀ ਇੱਥੇ ਦੇ ਆ, ਦੇਖਿਆ ਸੀ ਉਦੋਂ ਸਾਡੇ ਨਾਲ ਜਿੱਦਾਂ ਡਿਸਕ੍ਰਿਮੀਨੇਸ਼ਨ ਕਿੱਦਾਂ ਹੁੰਦੀ ਸੀ, ਤੇ ਉਹ ਤੋਂ ਕਰਕੇ ਡਰ ਲੱਗਦਾ ਸੀਗਾ। ਓਕੇ ਆਂਟੀ, ਜਦੋਂ ਹੁਣ ਤੁਸੀਂ ਗੱਲਾਂ ਕਰ ਰਹੇ ਹੋ, ਥੋੜ੍ਹੀਆਂ ਜਿਹੀਆਂ ਇਹੋ ਜਿਹੀਆਂ ਗੱਲਾਂ ਮੈਂ ਤੁਹਾਡੇ ਕੋਲ ਪੁੱਛਣੀਆਂ ਜਿਹੜੀਆਂ ਕੈਲ ਨੇ ਮੈਨੂੰ ਲੱਗਦਾ ਕਿ ਔਨ ਏਅਰ ਦੱਸਣੀਆਂ ਨਹੀਂ ਹੈਗੀਆਂ। ਹਾਂ, ਐਜ਼ ਅ ਸਨ, ਇੱਕ ਬੇਟੇ ਦੇ ਤੌਰ ਦੇ ਉੱਤੇ ਕੈਲ ਬਾਰੇ ਤੁਸੀਂ ਕੀ ਕਹੋਗੇ? ਬੇਟੇ ਦੇ ਤੌਰ ਤੇ ਪੁੱਤ ਮੈਂ ਦੇਖਦੀ ਹੈਗੀ ਆ ਕਿ ਏਦਾਂ ਦੇ ਬੇਟੇ ਰੱਬ ਸਾਰਿਆਂ ਨੂੰ ਦੇਵੇ। ਹਾਂ, ਜਿੱਦਾਂ ਕੰਮ ਤੇ ਜਾਣ ਲੱਗੇ ਮਾਂ ਆਪਣਾ ਖਿਆਲ ਰੱਖੇ, ਤੁਸੀਂ ਕੁਝ ਖਾ ਲਿਆ ਜਾਂ ਕਿੱਦਾਂ, ਵੀ ਮੇਰੀ ਬਹੁਤ ਟੇਕ ਕੇਅਰ ਕਰਦਾ ਸਾਡੀ, ਤੇ ਸਾਡੇ ਨਾਲ ਹੀ ਰਹਿੰਦਾ ਹੈਗਾ ਆ, ਤੇ ਆਪਣੇ ਬੱਚਿਆਂ ਦੇ ਨਾਲ ਵੀ ਸਪੈਂਡ ਕਰਦਾ ਟਾਈਮ, ਸਾਡੇ ਨਾਲ ਵੀ ਸਪੈਂਡ ਕਰਦਾ ਟਾਈਮ। ਜਦੋਂ ਕਿਸੇ ਹੌਲੀਡੇ ਜਾਣਾ, ਇੱਕ ਇਹਨੇ ਏਦਾਂ ਰੱਖਿਆ ਪ੍ਰੋਗਰਾਮ ਤੇ ਮੰਮੀ ਡੈਡੀ ਅਸੀਂ ਸਾਰੇ ਟੁਗੈਦਰ ਜਾਈਏ, ਇੱਕ ਮੈਂ ਤਾਂ ਮੇਰੀ ਵਾਈਫ ਜਾਈਏ, ਫਿਰ ਇੱਕ ਇਹ ਆਪਣੇ ਬੱਚਿਆਂ ਦੇ ਨਾਲ ਸਪੈਂਡ ਕਰਨਾ ਮੰਗਦਾ ਟਾਈਮ, ਹੋਲ ਫੈਮਿਲੀ ਜਾਈਏ। ਏਦਾਂ ਜਿੱਦਾਂ ਇਹਨਾਂ ਆਪਣਾ ਸਕੈਜੂਲ ਇਸ ਹਿਸਾਬ ਦੇ ਨਾਲ ਬਣਾਇਆ ਹੋਇਆ ਕਿ ਅਸੀਂ ਬਹੁਤ ਜਿੱਦਾਂ ਕਹਿ ਲਓ ਕਿ ਸੁਖੀ ਆਪਣੇ ਘਰ ਰਹਿ ਰਹੇ ਇਸ ਵੇਲੇ। ਆਂਟੀ, ਇੰਨਾ ਸਿਆਣਾ ਕਿਸੇ ਦਾ ਮੁੰਡਾ ਕਿੱਦਾਂ ਹੋ ਸਕਦਾ? ਇਹ ਕਿਸ ਤਰ੍ਹਾਂ ਦੀ ਗੱਲ ਹੈ? ਕੜਛੀਆਂ ਦੀ ਗੱਲ ਹੈ। ਹਾਂਜੀ, ਕੜਛੀਆਂ ਬਹੁਤ ਤੋੜੀਆਂ ਜਦੋਂ ਛੋਟਾ ਸੀ। ਕੁੱਟ ਪੈਂਦੀ ਸੀ ਹੈ? ਕੁੱਟ ਏਦਾਂ ਪੈਂਦੀ ਸੀ ਕਿ ਕਿਸੇ ਨੂੰ ਜੇ ਇਹਨੇ ਰਿਸਪੈਕਟ ਦੇ ਨਾਲ ਨਹੀਂ ਬੁਲਾਇਆ ਹੈਗਾ, ਫਿਰ ਮੈਂ ਉਸ ਵੇਲੇ ਨਹੀਂ ਇਹਨਾਂ ਨੂੰ ਕੁਝ ਵੀ ਕਹਿਣਾ, ਘਰ ਆ ਕੇ ਫਿਰ ਇਹਨਾਂ ਦੇ ਨਾਲ ਇਹ ਗੱਲਬਾਤ ਹੁੰਦੀ ਸੀ। ਫਿਰ ਬਾਬਾ ਜੀ ਨੇ ਕਹਿਣਾ ਵੀ ਚੱਲ ਹੁਣ ਪੁੱਤ ਜਾਣਦੇ ਜਾਂ ਕਿੱਦਾਂ। ਮੈਂ ਕਿਹਾ ਨਹੀਂ, ਇਹਨਾਂ ਨੂੰ ਏਦਾਂ ਨਹੀਂ, ਵੀ ਇਹਨਾਂ ਨੇ ਇਹ ਗੱਲ ਕੀਤੀ ਕਿਉਂ? ਜਦ ਮੈਂ ਹੁਣ ਘਰ ਕਹਿ ਕੇ ਤੋਰਿਆ ਸੀ ਕਿ ਹਰੇਕ ਨੂੰ ਰਿਸਪੈਕਟ ਦੇ ਨਾਲ ਤੁਸੀਂ ਟ੍ਰੀਟ ਕਰਨਾ ਹੈਗਾ। ਤੇ ਫਿਰ ਜਿੱਦਾਂ ਜੇ ਗੁਰਦੁਆਰੇ ਗਏ ਆ, ਉੱਥੇ ਸੇਵਾ ਕਰਨੀ ਜਾਂ ਉੱਥੇ ਇਹਨਾਂ ਨੇ ਕੋਈ ਗਲਤੀ ਕਰਨੀ, ਫਿਰ ਵੀ ਮੈਂ ਉਸ ਵੇਲੇ ਕੁਝ ਨਹੀਂ ਕਹਿਣਾ, ਬਸ ਠੀਕ ਹੈ ਜਿੱਦਾਂ ਹੁੰਦਾ। ਫਿਰ ਘਰ ਆ ਕੇ ਇਸ ਟਾਈਮ ਤੁਸੀਂ ਆਹ ਗਲਤੀ ਕੀਤੀ ਸੀਗੀ, ਰਾਈਟ, ਉਹ ਫਿਰ ਆ ਕੇ ਉਹ ਇਹਨਾਂ ਨੂੰ ਇਹ ਚੇਤਾ ਰੱਖਦੇ ਸੀ। ਫਿਰ ਟਾਈਮ ਨਾਲ ਸਕੂਲ ਜਾਣਾ, ਹੋਮਵਰਕ ਕਰਨਾ, ਸਾਰਾ ਇਹਨਾਂ ਦੇ ਨਾਲ ਫਿਰ ਸਪੈਂਡ ਬਹੁਤ ਕੀਤਾ ਟਾਈਮ ਇਹਨਾਂ ਦੇ ਨਾਲ ਪੁੱਤ। ਹਾਂ, ਹੈ ਇਸ ਗੱਲ ਤੋਂ ਮੈਂ ਤਾਂ ਇਹੀ ਸਮਝਦੀ ਹਾਂ ਕਿ ਪੇਰੈਂਟਿੰਗ ਦਾ ਬਹੁਤ ਵੱਡਾ ਰੋਲ ਹੈ। ਇਹ ਨਹੀਂ ਕਿ ਵੀ ਜੇ ਅੱਜ ਇਹ ਹੁਣ ਬਾਪ ਬਣ ਗਏ ਆ ਤਾਂ ਪੇਰੈਂਟਿੰਗ ਦੀਆਂ ਗੱਲਾਂ ਕਰਦੇ ਆ, ਵੀ ਤੁਸੀਂ ਵੀ ਪੂਰਾ ਚੰਡ ਕੇ ਰੱਖਿਆ ਹੋਇਆ ਸੀ। ਤੇ ਰੱਖਿਆ ਤਾਂ ਮੈਨੂੰ ਪਤਾ ਹੀ ਸੀਗਾ ਬੇਟੇ ਭੇਦ ਦਾ ਸਰਦਾ ਨਹੀਂ ਹੈਗਾ, ਕਿਉਂਕਿ ਜੇ ਅੱਜ ਹੁਣ ਨਿੱਕੇ ਹੁੰਦੇ ਨੂੰ ਨਾ ਇਹਨਾਂ ਨੂੰ ਗਾਈਡ ਕੀਤਾ ਜਾਊਗਾ, ਫਿਰ ਵੱਡੇ ਹੋ ਕੇ ਤਾਂ ਫਿਰ ਇਹਨਾਂ ਨੇ ਜੋ ਆਪਣੀਆਂ ਮਰਜ਼ੀਆਂ ਕਰਨੀਆਂ ਹਨਾ। ਉਹ ਇਹਦਾ ਦੱਸਦੇ ਸੀ ਵੀ ਦੇਖ ਲਓ, ਜੇ ਤਾਂ ਤੁਸੀਂ ਕੋਈ ਗੁੱਡ ਜੌਬ ਕਰਨੀ ਹੈਗੀ ਉਹ ਤੁਹਾਡੀ ਖੁਸ਼ੀ ਹੈ, ਜੇ ਤੁਸੀਂ ਸਟੇਟਾਂ ਤੇ ਫਿਰਨਾ ਫਿਰ ਮੈਂ ਤੁਹਾਡਾ ਪਿੱਛਾ ਛੱਡ ਦਿੰਦਾ। ਅੱਛਾ, ਹਨਾ। ਤੇ ਫਿਰ ਉਸ ਵੇਲੇ ਇਹਨਾਂ ਦੇ ਨਾਲ ਫਿਰ ਇਦਾਂ ਦੇ ਹਰ ਵੇਲੇ ਇਹਨਾਂ ਨੂੰ ਗਾਈਡ ਕਰਦੇ ਰਹਿਣਾ। ਫਿਰ ਅਸੀਂ ਘਰ ਸੀ, ਜੇ ਅਸੀਂ ਕੁਕਿੰਗ ਕਰਨੀ ਤਾਂ ਆਲ ਟੂਗੈਦਰ, ਨਿੱਕੇ ਨੂੰ ਕਹਿਣਾ ਤੂੰ ਕੜਛੀ ਫੇਰ ਦੇ, ਇਹਨੂੰ ਮੈਂ ਆਟਾ ਗੁੰਨ ਲੈ, ਤੂੰ ਸੈਲਡ ਬਣਾ ਦੇ, ਜਦੋਂ ਬਿਜੀ ਰੱਖਿਆ ਇਹਨਾਂ ਨੂੰ ਸਾਰਾ। ਫਿਰ ਅਸੀਂ ਟੂਗੈਦਰ ਜਿੱਦਾਂ ਬਾਹਰ ਗਏ ਆ, ਪਾਰਕ 'ਚ ਗਏ ਆ, ਬਹੁਤ ਕਲੋਜ਼ ਅਸੀਂ ਰਹਿੰਦੇ ਰਹੇ ਆ। ਤਾਂ ਉਹ ਟਾਈਮ ਜਿੱਦਾਂ ਏਦਾਂ ਸੀਗਾ, ਇਹ ਨਹੀਂ ਹੈਗੀ ਕਿ ਮੈਂ ਮਾਂ ਜਿੱਦਾਂ ਸਰਾਣੇ ਬਾਹਰ ਰੱਖ ਕੇ ਸੌ ਗਈ ਆ, ਏਦਾਂ ਦੀ ਮਾਂ ਨਹੀਂ ਸੀਗੀ ਮੈਂ। ਤੇ ਮੈਂ ਇਹ ਸੀ ਕਿ ਇਹਨਾਂ ਨੂੰ ਦੇਖਣਾ ਕਿ ਰਾਤ ਨੂੰ ਵੀ ਉੱਠ ਕੇ ਤਾਂ ਇਹ ਟੀਵੀ ਟੂਵੀ ਤਾਂ ਨਹੀਂ ਦੇਖਦੇ ਹੈਗੇ। ਟੀਵੀ ਦਾ ਮੈਂ ਉਸ ਵੇਲੇ ਇੰਟਰਨੈਟ ਹੈ ਹੀ ਨਾ ਸੀ, ਟੀਵੀ ਤਾਂ ਕੋਈ ਚੈਨਲ ਨਹੀਂ ਸੀ ਆਉਂਦਾ, ਸਿਰਫ ਇੱਕੋ ਨਿਊਜ਼ ਵਾਲਾ ਚੈਨਲ ਰੱਖਿਆ ਸੀ ਮੇਰਾ। ਤੇ ਉਹ ਸਿਰਫ ਪੜ੍ਹਾਈ ਤੇ ਤੁਸੀਂ ਫੋਕਸ ਕਰਨਾ ਹੈਗਾ। ਤੇ ਫਿਰ ਜਦੋਂ ਤੁਸੀਂ ਪੜ੍ਹਦੇ ਸੀਗੇ ਉਦੋਂ ਮੈਂ ਇਹ ਨਹੀਂ ਸੀਗਾ ਇਹਨਾਂ ਨੂੰ ਕਿ ਚੱਲ ਪੁੱਤ ਤੁਸੀਂ ਇੱਕ ਕੋਰਸ ਲੈ ਲਓ, 2 ਲੈ ਲਓ, ਨਾਲ ਕੰਮ ਕਰੋ। ਵੀ ਤੁਸੀਂ ਆਪਣੀ ਪੜ੍ਹਾਈ ਪਹਿਲਾਂ ਫਿਨਿਸ਼ ਕਰ ਲਓ। 23 ਸਾਲ ਦਾ ਸੀਗਾ ਜਦੋਂ ਇਹ 2 ਡਿਗਰੀਆਂ ਕਰਕੇ ਤਾਂ ਆਪਣੀ ਪੁਲਿਸ ਦੇ ਵਿੱਚ ਆਲਰੇਡੀ ਚਲੇ ਗਿਆ ਸੀ। ਆਂਟੀ, ਇੱਕ ਗੱਲ ਹੋਰ ਦੱਸੋ, ਤੁਸੀਂ ਹੁਣ ਮਦਰ ਹੋ, ਤੁਸੀਂ ਬਹੁਤ ਵਧੀਆ ਰੋਲ ਪਲੇ ਕੀਤਾ, ਬੜਾ ਵਧੀਆ ਆਪਣੇ ਬੇਟੇ ਨੂੰ ਪਾਲਿਆ, ਪੂਰੀ ਕਮਿਊਨਿਟੀ ਮਾਣ ਕਰਦੀ ਆ ਉਹਨਾਂ ਦੇ ਉੱਤੇ। ਕਦੇ ਕੈਲ ਦੇ ਨਾਲ ਕਿਸੇ ਤਰ੍ਹਾਂ ਦੇ ਜਿਹੜੇ ਡਿਫਰੈਂਸਿਸ ਹੁੰਦੇ ਆ, ਜਾਂ ਤੁਹਾਨੂੰ ਲੱਗਦਾ ਵੀ ਕੈਲ ਦੀ ਕਿਸੇ ਗੱਲ 'ਤੇ ਗੁੱਸਾ ਬਹੁਤ ਆਉਂਦਾ, ਤੁਹਾਨੂੰ ਜਿਹੜੀ ਗੱਲ ਤੁਹਾਨੂੰ ਬਿਲਕੁਲ ਪਸੰਦ ਨਹੀਂ, ਉਹ ਵੀ ਦੱਸੋ ਕੋਈ।
ਗੁੱਸਾ ਇਹ ਆਉਂਦਾ ਹੈਗਾ, ਇਹਨੂੰ ਕਿ ਮੈਂ ਕਹਿੰਦੀ ਹੁਣ ਤੂੰ ਐਕਸਰਸਾਈਜ਼ ਥੋੜੀ ਜਿਹੀ ਹੁਣ ਘੱਟ ਕਰ ਦੇ, ਅੱਛਾ ਰਾਈਟ, ਕਿਉਂਕਿ ਏਜ ਦੇ ਹਿਸਾਬ ਦੇ ਨਾਲ ਤੂੰ ਆਪਣਾ ਥੋੜੀ ਜਿਹੀ ਰੈਸਟ ਵੀ ਕਰ ਲਿਆ ਕਰ, ਤੂੰ ਆਪਣੇ ਘਰੇ ਵੀ ਥੋੜਾ ਜਿਹਾ ਬਸ, ਜੇ ਉਹ ਕੰਮ ਤੋਂ ਹਟਿਆ ਫਿਰ ਇਹਨੇ ਸਿੱਧਾ ਜਿਮ ਨੂੰ ਚੱਲ ਜਾਣਾ, ਜਿਮ ਤੋਂ ਆਇਆ ਫਿਰ ਇਹਨੇ ਆਪਣਾ ਘਰ ਖਾਣਾ ਖਾ ਕੇ ਬੱਚਿਆਂ ਨਾਲ ਸਪੈਂਡ ਕਰਨ ਲੱਗ ਪੈਣਾ, ਜਿਹਦਾ ਆਪ ਦੀ ਰੈਸਟ ਬਾਰੇ ਨਹੀਂ ਇਹ ਸੋਚ ਰਿਹਾ, ਤਾਂ ਕਰਕੇ ਮੈਨੂੰ ਇਹਦਾ ਥੋੜਾ ਜਿਹਾ ਗੁੱਸਾ ਇੱਥੇ ਆਉਣ ਲੱਗ ਪਿਆ ਵੀ ਤੂੰ ਯੂ ਟੇਕ ਕੇਅਰ ਯੋਰਸੈਲਫ ਟੂ। ਖਾਣ ਪੀਣ ਲਈ ਤੰਗ ਤਾਂ ਨਹੀਂ ਕਰਦੇ ਕੋਈ? ਵੀ ਨਹੀਂ, ਆਹ ਖਾਣ ਪੀਣ ਨੂੰ ਆਪੇ ਖਾ ਕੇ ਆਪੇ ਬਣਾ ਕੇ ਖਾ ਲੈਂਦੇ ਪੁੱਤ, ਮੈਨੂੰ ਨਹੀਂ ਹੁਣ ਨਹੀਂ ਕਹਿੰਦੇ ਕੁਝ ਵੀ। ਹੁਣ ਤਾਂ ਇਹਨੇ ਵੀ ਨਹੀਂ ਦੇਖਣਾ ਕਿ ਇਹਦੀ ਵਾਈਫ ਘਰ ਆ, ਬਣਾਇਆ ਕੁਝ ਨਹੀਂ ਬਣਾਇਆ, ਹੀ ਕੈਨ ਕੁੱਕ ਹਿਮਸੈਲਫ, ਬਣਾ ਲੈਂਦਾ ਆਪਣਾ ਆਪੇ ਖਾਣਾ। ਦੈਟਸ ਗ੍ਰੇਟ। ਕੋਈ ਇਦਾਂ ਦੀ ਗੱਲ ਜਿਹੜੀ ਤੁਸੀਂ ਅੱਜ ਤੱਕ ਕੈਲ ਨੂੰ ਕਹੀ ਨਹੀਂ, ਮੈਂ ਚਾਹੁੰਦੀ ਔਨ 에ਅਰ ਕਹੋ ਤੁਸੀਂ, ਹੋ ਸਕਦਾ ਜੇ ਉਹ ਮੰਨਦੇ ਨਹੀਂ ਅੱਜ ਮੰਨ ਜਾਣ ਉਹ ਗੱਲ। ਬਸ ਇਹ ਮੈਂ ਕਹਿੰਦੀ ਹੈਗੀ ਆ ਕਿ ਆਪਣੀ ਸਿਹਤ ਦਾ ਖਿਆਲ ਰੱਖਣ। ਹਾਂ ਬਸ ਇਹ ਜ਼ਿਆਦਾ ਮੈਨੂੰ ਤਾਂ ਹੈਗਾ ਆ, ਤੇ ਰੱਖਦਾ ਵੀ ਹੈਗਾ, ਪਰ ਜਿੱਦਾਂ ਓਵਰ ਵਰਕ ਕਰ ਲੈਂਦਾ। ਕੈਲ ਤੁਸੀਂ ਕੀ ਕਹਿਣਾ ਚਾਹੁੰਦੇ ਮੰਮੀ ਨੂੰ? ਤੁਹਾਨੂੰ ਪਤਾ ਸੀ ਕਿ ਮੰਮੀ ਇੰਨੇ ਫਿਕਰਮੰਦ ਹੈ ਅੱਜ ਕੱਲ੍ਹ? ਫਿਕਰਮੰਦ ਨਹੀਂ ਨਵਜੋਤ, ਮੈਨੂੰ ਐਸੀ ਬੜਾ ਦਿਲੋਂ ਸ਼ੁਕਰਗੁਜ਼ਾਰ ਹੈ ਮੰਮ ਦਾ, ਜਿਹੜਾ ਇਹਨਾਂ ਨੇ ਇੰਨਾ ਪਿਆਰ ਦਿੱਤਾ, ਸਤਿਕਾਰ ਦਿੱਤਾ ਅਤੇ ਸਾਨੂੰ ਇਸ ਤਰ੍ਹਾਂ ਦੀ ਪਰਵਰਿਸ਼ ਦਿੱਤੀ, ਹਮੇਸ਼ਾ ਹੀ ਸਾਨੂੰ ਸਹੀ ਲਾਈਨ 'ਤੇ ਰੱਖਿਆ। ਉਸ ਸਮੇਂ ਨਹੀਂ ਸੀ ਸਾਨੂੰ ਸਮਝ ਇਸ ਗੱਲ ਦੀ, ਉਦੋਂ ਜਦ ਛਿੱਤਰ ਪੈਂਦੇ ਸੀ, ਗੁੱਸਾ ਤਾਂ ਨੈਚੁਰਲੀ ਉਹਦਾ ਸੀ, ਰਾਈਟ, ਅਤੇ ਪਰ ਐਸ ਏਜ 'ਤੇ ਆ ਕੇ ਪਤਾ ਲੱਗਦਾ ਹੈ ਕਿ ਮਾਂ ਦੀਆਂ ਗਾਲਾਂ ਕੀ ਇਹਦੀਆਂ ਨਾਲਾਂ। ਐਗਜ਼ੈਕਟਲੀ। ਜਗੀਰ ਦੋਸਾਂਝ, ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕੈਲ ਨੂੰ? ਬਸ ਇਹ ਪੁੱਤ, ਇਹ ਜੁਗ ਜੁਗ ਜੀਓ, ਸਕਸੈਸ ਹੋਵੋ, ਬਸ ਇਹ ਮੇਰਾ ਇਹਨੂੰ ਪਿਆਰ ਆ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਨਵਜੋਤ, ਥੈਂਕ ਯੂ ਜੀ। ਸੀ ਇਦਾਂ ਨਾਲ ਨਾਲ ਵੈਰੀਫਾਈ ਵੀ ਕਰ I ਲਈਦਾ। did not expect your phone call. Honestly, ਮੈਨੂੰ ਕੁਛ ਵੀ ਨਹੀਂ ਸੀ ਪਤਾ। I think ਸੈਂਡੀ ਨੇ ਦੱਸਿਆ ਹੋਣਾ ਫਿਰ। ਫਾਈਨਲੀ ਕੈਲ ਦਾ ਸੁਪਨਾ ਕਦੋਂ ਸੱਚ ਹੋ ਗਿਆ ਪੁਲਿਸ ਆਫੀਸਰ ਬਣਨ ਦਾ? ਫਾਈਨਲੀ ਸੁਪਨਾ ਸੱਚ ਹੋ ਗਿਆ ਸੀ 2004 ਦੇ ਵਿੱਚ। ਅੱਛਾ। ਸੌਰੀ 2004 ਕਹਿ ਦਿੱਤਾ, 2000 ਦੇ ਵਿੱਚ, ਐਟ ਦੀ ਐਂਡ ਆਫ 99, ਬਿਗਿਨਿੰਗ ਆਫ 2000। ਅਤੇ ਜਿੱਦਣ ਮੈਨੂੰ ਵੈਨਕੂਵਰ ਪੁਲਿਸ ਡਿਪਾਰਟਮੈਂਟ ਕੋਲੋਂ ਸੁਨੇਹਾ ਆਇਆ ਕਿ ਉਹਨਾਂ ਨੇ ਐਪਲੀਕੇਸ਼ਨ ਐਕਸੈਪਟ ਕਰ ਲਈ ਅਤੇ ਮੈਨੂੰ ਅਫੀਸ਼ਲੀ ਰਿਕਰੂਟ ਕਰ ਲਿਆ, ਅਤੇ ਉੱਦਣ ਹੀ ਮੈਨੂੰ ਡਾਕਟਰ ਪੁਲਿਸ ਦਾ ਵੀ ਮੈਸੇਜ ਆ ਗਿਆ ਸੀ। ਅਤੇ ਕਿਉਂਕਿ ਡਾਕਟਰ ਪੁਲਿਸ ਨੂੰ ਵੀ ਮੈਂ ਐਪਲੀਕੇਸ਼ਨ ਪਾਈ ਹੋਈ ਸੀ, ਦੋਨੇ ਡਿਪਾਰਟਮੈਂਟਾਂ ਨੂੰ ਪਾਈ ਹੋਈ ਸੀ, ਪਰ ਪਹਿਲਾਂ ਵੈਨਕੂਵਰ ਨੇ ਐਕਸੈਪਟ ਕਰ ਲਿਆ। ਉਹ ਕੀ ਸੀ? ਆਹੀ ਪੁਲਿਸ ਅਫਸਰ ਬਣਦੇ। ਓਕੇ। ਸੋ ਪਹਿਲੋਂ ਤਾਂ ਵੈਨਕੂਵਰ ਅਤੇ ਡੈਲਟਾ ਪੁਲਿਸ ਦੋਨਾਂ ਨੂੰ ਮੈਂ ਅਪਲਾਈ ਕੀਤਾ ਹੋਇਆ ਸੀ ਪੁਲਿਸ ਅਫਸਰ ਬਣਨ ਲਈ। ਓ ਆਈ ਸੀ ਦੋਨੋਂ ਡਿਪਾਰਟਮੈਂਟਸ ਦੇ? ਦੋਨੇ ਡਿਪਾਰਟਮੈਂਟਸ ਨੂੰ। ਅਤੇ ਜਿੱਦਣ ਇਹਨਾਂ ਦਾ ਮੈਸੇਜ ਆ ਗਿਆ ਵੈਨਕੂਵਰ ਪੁਲਿਸ ਦਾ, ਯੂ ਆਰ ਅਫੀਸ਼ਲੀ ਹਾਇਰਡ, ਉੱਦਣ ਹੀ ਡੈਲਟਾ ਦਾ ਆ ਗਿਆ ਸੀ। ਜੀ, ਸੋ ਮੈਂ ਨੈਚੁਰਲੀ ਵੈਨਕੂਵਰ ਨੂੰ ਐਕਸੈਪਟ ਕਰ ਲਿਆ। ਅਤੇ ਸਿੱਖਣ ਲਈ ਬਹੁਤ ਕੁਛ ਮਿਲਿਆ। ਜਿੱਦਾਂ ਹੁਣ ਮੈਂ ਪਹਿਲਾਂ ਸਮਝਾ ਕੇ ਹਟਿਆ ਕਿ ਵੈਰੀ ਇੰਸੂਲੇਟਡ। ਇੱਕ ਤੁਸੀਂ ਟ੍ਰੇਨਿੰਗ ਦੀ ਗੱਲ ਥੋੜ੍ਹੀ ਜਿਹੀ ਕੀਤੀ ਸੀ, ਜਿਹੜੀ ਬੇਸਿਕ ਤੁਸੀਂ ਕਿਹਾ ਸੀ ਕਿ ਟ੍ਰੇਨਿੰਗ ਹੋਈ ਜਦੋਂ ਮੇਰਾ ਮਨ ਬਣ ਗਿਆ ਸੀ ਕਿ ਵੀ ਹਾਂ ਮੈਂ ਪੁਲਿਸ 'ਚ ਜਾਣਾ ਹੀ ਜਾਣਾ ਆ। ਉਹ ਜਿਹੜੀ ਟ੍ਰੇਨਿੰਗ ਸੀ ਦੈਟ ਵਾਜ਼ ਵਿਦ ਦੀ RCMP। ਹਾਂਜੀ, ਅਤੇ ਉਹ ਹੀ ਤਕਰੀਬਨ ਇਟ ਵਾਜ਼ ਅ ਸਮਰ ਸਟੂਡੈਂਟ ਕਾਂਸਟੇਬਲ ਪ੍ਰੋਗਰਾਮ। ਸੋ ਸਿਰਫ ਸਮਰ ਵਾਸਤੇ ਸੀ, ਜੂਨ, ਜੁਲਾਈ, ਅਗਸਤ। ਜੂਨ ਦੇ ਵਿੱਚ ਇਹਨਾਂ ਨੇ ਜੂਨ ਦੇ ਵਿੱਚ ਇਹਨਾਂ ਨੇ ਸਾਨੂੰ ਟ੍ਰੇਨਿੰਗ ਦਿੱਤੀ ਸੀ। ਜੁਲਾਈ, ਅਗਸਤ ਅਸੀਂ ਸੜਕਾਂ 'ਤੇ ਸਪੈਂਡ ਕੀਤਾ, ਅਤੇ ਮੈਂ ਸਾਰੇ ਡਿਸਟ੍ਰਿਕਟ ਕੰਮ ਕਰਕੇ ਦੇਖਿਆ ਇੱਥੇ ਸਰੀ ਦੇ ਵਿੱਚ, ਗਿਓਫੋਰਡ, ਫਲੀਟਵੁੱਡ, ਨਿਊਟਨ, ਵਾਲੀ, ਸਾਊਥ ਸਰੀ। ਅਟਰੈਕਸ਼ਨ ਕੀ ਸੀ ਇਸ ਜੌਬ ਦੀ? ਅਟਰੈਕਸ਼ਨ ਇੱਦਾਂ ਆ ਨਵਜੋਤ, ਯੂ ਆਰ ਨਾਟ ਸਿਟਿੰਗ ਇਨ ਵਨ ਪਲੇਸ, ਕਿਉਂਕਿ ਆਈ ਐਮ ਨਾਟ ਦੀ ਆਫਿਸ ਟਾਈਪ। ਮੈਂ ਆਈ ਮੀਨ ਆਇਰੋਨਿਕਲੀ ਹੁਣ ਤਾਂ ਮੈਂ ਡੈਸਕ ਦੇ ਪਿੱਛੇ ਬੈਠਾ ਹਾਂ ਔਰ ਰਿਪੋਰਟਾਂ ਤੋਂ ਲਿਖਦਾ ਹਾਂ, ਬਟ ਆਈ ਰੀਅਲੀ ਇੰਜੋਏ ਬੀਇੰਗ ਔਨ ਦ ਸਟਰੀਟ, ਕਿਉਂਕਿ you're always doing something, you're always thinking on your feet, and you need to be street smart. ਅਤੇ ਦੂਜੀ ਗੱਲ ਇਹ ਆ ਕਿ ਮੈਂ ਹਮੇਸ਼ਾ ਹੀ ਮੇਰੀ ਸੋਚ ਇਹੀ ਹੁੰਦੀ ਸੀ ਕਿ ਗ੍ਰੈਸ ਰੂਟਸ ਲੈਵਲ 'ਤੇ ਕੁਛ ਕਰਨਾ ਹੈ, ਕਿਉਂਕਿ ਹੁਣ ਜਿਹੜੇ ਗੈਂਗਸਟਰ ਮਿਲਦੇ ਆ, ਡਰਗ ਡੀਲਰ ਮਿਲਦੇ ਆ, ਸਾਰੇ ਬਾਹਰ ਸੜਕਾਂ 'ਤੇ ਹੀ ਮਿਲਦੇ ਆ, ਅਤੇ ਰੀਅਲ ਪੁਲਿਸ ਵਰਕ ਇਜ਼ ਦੇਅਰ ਜਿਹੜੀ ਸੜਕਾਂ 'ਤੇ ਹੁੰਦੀ ਹੈ, ਰਾਈਟ। ਆਈ ਮੀਨ ਹੁਣ ਜਿਹੜੇ ਇਨਵੈਸਟੀਗੇਟਰ ਵੀ ਲੱਗੇ ਹੋਏ ਆ, ਦੈਟਸ ਅ ਹਾਇਰ ਲੈਵਲ ਆਫ ਪੁਲਿਸ ਵਰਕ, ਐਂਡ ਦੈਟਸ ਆਲਸੋ ਐਕਸਟਰੀਮਲੀ ਇੰਪੋਰਟੈਂਟ ਵਰਕ। ਜਿਹੜੇ ਸਾਡੇ ਮੇਜਰ ਕ੍ਰਾਈਮ ਇਨਵੈਸਟੀਗੇਟਰ ਲੱਗੇ ਹੁੰਦੇ ਆ ਜਾਂ ਗੈਂਗ ਕ੍ਰਾਈਮ ਡਿਟੈਕਟਿਵ ਲੱਗੇ ਹੁੰਦੇ ਆ, ਪਰ ਜਿਹੜੇ ਸੜਕਾਂ 'ਤੇ ਜਿਹੜੇ ਪੁਲਿਸ ਕਾਂਸਟੇਬਲ ਪੈਟਰੋਲ ਲੈਵਲ 'ਤੇ ਆ, ਅਤੇ ਦੈਟਸ ਵੇਅਰ ਦ ਰੀਅਲ ਚੇਂਜ ਹੈਪਨਸ। ਉੱਥੇ ਸਿੱਖਣ ਲਈ ਬਹੁਤ ਕੁਛ ਮਿਲਦਾ, ਦੇਖਣ ਲਈ ਬਹੁਤ ਕੁਛ ਮਿਲਦਾ ਹੈ, ਅਤੇ ਮੇਰਾ ਰੀਅਲ ਐਕਸਪੀਰੀਅੰਸ ਉੱਥੇ ਹੀ ਰਿਹਾ। ਕਿਉਂਕਿ ਮੈਂ ਤਕਰੀਬਨ 12-13 ਸਾਲ ਸੜਕਾਂ 'ਤੇ ਲਗਾਏ ਐਜ਼ ਅ ਪੈਟਰੋਲ ਆਫਸਰ, ਅਤੇ ਫਿਰ ਜਾ ਕੇ ਹੁਣ ਇਨਵੈਸਟੀਗੇਟਰ ਬਣਿਆ। ਜਦੋਂ ਤੁਸੀਂ ਵਰਦੀ ਪਾ ਲਈ ਫਿਰ ਤੁਸੀਂ ਸਾਰੇ ਇੱਕੋ ਜਿਹੇ ਹੋ ਗਏ, ਉਸ ਵੇਲੇ ਫਿਰ ਕਿਸੇ ਤਰ੍ਹਾਂ ਦਾ ਰੇਸਿਜ਼ਮ ਤੁਸੀਂ ਐਕਸਪੀਰੀਅੰਸ ਨਹੀਂ ਕੀਤਾ? ਮੈਂ ਥੋੜ੍ਹਾ ਜਿਹਾ ਇਹ ਚੀਜ਼ ਜਾਣਨਾ ਚਾਹੁੰਦੀ ਹਾਂ ਕਿ ਇਹ ਜਦੋਂ ਪੜ੍ਹਦੇ ਸੀ ਜਾਂ ਬਹੁਤੀ ਜ਼ਿਆਦਾ ਸਮਝ ਨਹੀਂ ਸੀ ਉਸ ਵੇਲੇ ਤੁਸੀਂ ਐਕਸਪੀਰੀਅੰਸ ਕੀਤਾ, ਪਰ ਵਰਦੀ ਦੇ ਵਿੱਚ ਵੀ ਕਦੇ ਇਹ ਗੱਲ ਦਾ ਅਹਿਸਾਸ ਤੁਹਾਨੂੰ ਕਰਾਇਆ ਗਿਆ ਕਿ ਭਾਈ ਤੂੰ ਬਰਾਊਨ ਹੈ? ਬਿਲਕੁਲ ਬਿਲਕੁਲ।
ਰਾਈਟ, ਕਿਉਂਕਿ ਆਈ ਮੀਨ ਚਲੋ ਠੀਕ ਹੈ, ਇੱਕ ਪਾਸਿਓਂ ਤਾਂ ਮੰਨਿਆ ਕਿ ਤੁਸੀਂ ਵਰਦੀ ਪਾ ਲਈ ਅਤੇ ਤੁਸੀਂ ਹੁਣ ਇਕੁਅਲ ਆ ਬਾਕੀ ਪੁਲਿਸ ਅਫਸਰ ਦੇ ਨਾਲ, ਪਰ ਫਿਰ ਵੀ ਇੱਕ ਕਈ ਵਾਰੀ ਮੈਨੂੰ ਸੁਣਨ ਲਈ ਮਿਲਿਆ ਕਿ ਇੱਕ ਪੰਜਾਬੀ ਪੁਲਿਸ ਅਫਸਰ ਹੋਣ ਦੇ ਨਾਤੇ ਕਿ ਯੂ ਡੋਂਟ ਡਿਜ਼ਰਵ ਦ ਯੂਨੀਫਾਰਮ, ਯੂ ਸ਼ੁਡਨਟ ਬੀ ਔਨ ਦ ਜੌਬ, ਯੂ ਨੀਡ ਟੂ ਗੋ ਬੈਕ ਟੂ ਯੂਰ ਓਨ ਕੰਟਰੀ। ਇਸ ਤਰ੍ਹਾਂ ਦੇ ਰਿਮਾਰਕ ਬਥੇਰੇ ਸੁਣਨ ਲਈ ਮਿਲੇ, ਲਾਈਕ ਫੇ ਵੀ ਰਾਈਟ। ਪਰ ਤੁਸੀਂ ਸੋਚ ਕੇ ਦੇਖੋ, ਇਹ ਜਿਹੜੇ ਇਸ ਤਰ੍ਹਾਂ ਦੇ ਰਿਮਾਰਕ ਕਰਦੇ ਸੀ ਬਿਲਕੁਲ ਅਨਪੜ੍ਹ ਜਨਤਾ ਜਿਨ੍ਹਾਂ ਦੀ ਪੀਤੀ ਹੁੰਦੀ ਆ ਜਾਂ ਡਰੱਗ ਖਾਂਦੇ ਹੁੰਦੇ ਆ, ਰਾਈਟ। ਸੋ ਆਪਣੇ ਹੋਸ਼ ਵਿੱਚ ਨਹੀਂ ਸੀ ਜਿਸ ਸਮੇਂ ਉਹਨਾਂ ਨੇ ਇਸ ਤਰ੍ਹਾਂ ਦੇ ਕਮੈਂਟ ਬਣਾਏ। ਸੋ ਆਈ ਨੈਵਰ ਟੁਕ ਇਟ ਪਰਸਨਲੀ। ਦੂਜੀ ਗੱਲ ਹੈ, ਇੱਕ ਪੁਲਿਸ ਅਫਸਰ ਹੋਣ ਦੇ ਨਾਤੇ ਇਟਸ ਐਕਸਟ੍ਰੀਮਲੀ ਇੰਪੋਰਟੈਂਟ ਟੂ ਬੀ ਪ੍ਰੋਫੈਸ਼ਨਲ ਐਟ ਆਲ ਟਾਈਮਸ, ਕਿ ਇਸ ਤਰ੍ਹਾਂ ਦੇ ਕਮੈਂਟ ਸਾਨੂੰ ਬਾਦਰ ਨਹੀਂ ਕਰ ਸਕਦੇ, ਕਿਉਂਕਿ ਜੇ ਇੱਧਰ ਕਮੈਂਟ ਤੁਹਾਨੂੰ ਬਾਦਰ ਕਰਨ ਲੱਗੇ ਦੈਨ ਯੂ ਸ਼ੁਡ ਬੀ ਔਨ ਦ ਜੌਬ ਇਨ ਦ ਫਰਸਟ ਪਲੇਸ। ਇਹਦੇ ਵਿੱਚ ਛੋਟੀ ਜਿਹੀ ਗੱਲ ਮੈਂ ਹੋਰ ਪੁੱਛਣਾ ਚਾਹੁੰਦੀ ਹਾਂ ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ। ਜਦੋਂ ਹੁਣ ਕ੍ਰਿਮੀਨਲਸ ਨਾਲ ਵਾਹ ਪੈਂਦਾ ਰਿਹਾ ਜਾਂ ਵਾਹ ਪੈਂਦਾ ਆ, ਜਿਹੜੇ ਹੋਰਨਾਂ ਕਮਿਊਨਿਟੀਜ਼ ਦੇ ਜਾਂ ਗੋਰਾ ਕਮਿਊਨਿਟੀ ਆ, ਮੈਂ ਕਹੂੰਗੀ ਮੇਨ ਸਟ੍ਰੀਮ ਕਮਿਊਨਿਟੀ ਆ, ਉਹਨਾਂ ਦੇ ਆਫਿਸਰਸ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਆਮ ਲੋਕ ਲੈਂਦੇ ਆ। ਜਿਸ ਵੇਲੇ ਤੁਹਾਡਾ ਆਪਣੀ ਕਮਿਊਨਿਟੀ ਦੇ ਨਾਲ ਸੰਬੰਧਿਤ ਕ੍ਰਿਮੀਨਲਸ ਦੇ ਨਾਲ ਵਾਹ ਪੈਂਦਾ, ਕਿ ਉਹ ਵੀ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਫਰਕ ਮਹਿਸੂਸ ਕਰਦੇ ਹੈਗੇ ਆ ਕਿ ਵੀ ਇਹ ਤਾਂ ਆਪਣਾ ਹੀ ਬੰਦਾ ਹੈ, ਕੋਈ ਗੱਲ ਨਹੀਂ, ਇੰਨਾ ਜ਼ਿਆਦਾ ਤੁਹਾਨੂੰ ਸੀਰੀਅਸਲੀ ਲੈਂਦੇ ਆ ਕਿ ਨਹੀਂ ਲੈਂਦੇ? ਕਿ ਬਹੁਤ ਵਾਰੀ ਇਹ ਹੁੰਦਾ ਕਿ ਆਪਣਾ ਦੇਖ ਕੇ ਜਾਂ ਤਾਂ ਰਿਲੈਕਸ ਹੋ ਜਾਂਦੇ ਹਾਂ ਅਸੀਂ, ਜਾਂ ਫਿਰ ਆਪਣੇ ਨੂੰ ਅਸੀਂ ਸੀਰੀਅਸਲੀ ਲੈਂਦੇ ਹੀ ਨਹੀਂ। ਸੀਰੀਅਸ ਇਸ ਤਰ੍ਹਾਂ ਲੈਂਦੇ ਸੀ ਕਿਉਂਕਿ ਜਿੱਥੇ ਇੰਗਲਿਸ਼ ਉਹਨਾਂ ਦੀ ਪਹਿਲੀ ਲੈਂਗੁਏਜ ਨਹੀਂ, ਅਤੇ ਮੈਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਬੜੇ ਪਿਆਰ ਨਾਲ ਸਮਝਾਉਂਦਾ ਸੀ, ਰਾਈਟ। ਕਿਉਂਕਿ ਫਿਰ ਜਿਹੜਾ ਕਲਚਰਲ ਗੈਪ ਹੁੰਦਾ ਆ, ਉਹ ਕਲਚਰ ਗੈਪ ਮੁੱਕ ਜਾਂਦਾ ਆ, ਕਿਉਂਕਿ ਮੈਂ ਕਲਚਰ ਨੂੰ ਚੰਗੀ ਤਰ੍ਹਾਂ ਸਮਝਦਾ, ਮੈਂ ਆਪ ਕਲਚਰ ਵਿੱਚ ਉੱਠ ਕੇ ਆਇਆ। ਇਸ ਚੀਜ਼ ਦਾ ਬੈਨੀਫਿਟ ਹੀ ਹੋਇਆ ਤੁਹਾਨੂੰ? ਬੈਨੀਫਿਟ ਹੀ ਹੋਇਆ, ਕਿਉਂਕਿ ਪੰਜਾਬੀ ਦੇ ਵਿੱਚ ਜਦ ਤੁਸੀਂ ਉਹਨਾਂ ਨੂੰ ਗੱਲ ਕਰਦੇ ਉਹਨਾਂ ਨਾਲ ਗੱਲ ਕਰਦੇ ਆ, ਤੁਸੀਂ ਸਿਚੁਏਸ਼ਨ ਨੂੰ ਡਿਫਿਊਜ਼ ਬਹੁਤ ਛੇਤੀ ਕਰ ਸਕਦੇ ਆ, ਰਾਈਟ। ਅਤੇ ਮੇਰਾ ਤਰੀਕਾ ਹਮੇਸ਼ਾ ਇਹੀ ਸੀ ਕਿ ਕਦੇ ਬੰਦੇ ਨਾਲ ਔਖਾ ਨਹੀਂ ਹੋਣਾ, ਰਾਈਟ, ਜਾਂ ਆਈ ਮੀਨ ਗਲ ਗੁੱਠਾ ਦੇ ਕੇ ਜ਼ੋਰ ਨਹੀਂ ਪਾਉਣਾ, ਕਿ ਜਸਟ ਬਿਕਾਜ਼ ਆਮ ਅ ਪੁਲਿਸ ਆਫਸਰ, ਇਟਸ ਅ ਸਿਵਲ ਸਰਵਿਸ। ਸਿਵਲ ਸਰਵਿਸ ਦੇ ਤੌਰ 'ਤੇ ਆਈ ਥਿੰਕ ਇਟਸ ਇੰਪੋਰਟੈਂਟ ਆਲਵੇਜ਼ ਟੂ ਬੀ ਪ੍ਰੋਫੈਸ਼ਨਲ। ਬੜੇ ਪਿਆਰ ਨਾਲ ਗੱਲ ਕਰਨੀ ਹੈ, ਸਿਚੁਏਸ਼ਨ ਸਮਝਾਉਣੀ ਹੈ, ਕਿ ਬੰਦੇ ਨੂੰ ਲਾਅ ਬਾਰੇ ਥੋੜ੍ਹਾ ਜਿਹਾ ਪਤਾ ਲੱਗੇ ਕਿ ਉਹਨਾਂ ਦੇ ਰਾਈਟਸ ਕੀ ਆ। ਅਤੇ ਤਾਂ ਕਰਕੇ ਇਸ ਪੱਖੋਂ ਸਿਰਫ ਬੈਨੀਫਿਟ ਹੀ ਹੋਇਆ, ਜਿੱਥੇ ਪੰਜਾਬੀ ਕਮਿਊਨਿਟੀ ਦੇ ਨਾਲ ਮੈਂ ਪੰਜਾਬੀ ਦੇ ਵਿੱਚ ਕਾਰਜ ਕਰ ਸਕਿਆ। ਅਤੇ ਦੂਜੀ ਗੱਲ ਹੈ ਕਿ ਜਿਹੜੇ ਬੱਚੇ ਡਰੱਗਸ ਦੇ ਗੈਂਗਸ ਵਿੱਚ ਪਏ ਹੋਏ ਆ, ਅਤੇ ਉਹਨਾਂ ਨੂੰ ਮੈਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ, ਮੈਂ ਵੀ ਤੁਹਾਡੇ ਵਰਗੇ ਫੈਮਲੀਆਂ ਵਿੱਚ ਉੱਠ ਕੇ ਆਇਆ, ਸੋ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਮੈਂ ਇਹਨਾਂ ਦੀ ਸਿਚੁਏਸ਼ਨ ਜਾਂ ਸਰਕਮਸਟੈਂਸਿਸ ਨੂੰ ਅੰਡਰਸਟੈਂਡ ਨਹੀਂ ਕਰਦਾ, ਚੰਗੀ ਤਰ੍ਹਾਂ ਕਰਦਾ ਹੈ। ਸੋ ਇਸ ਪੱਖੋਂ ਵੀ ਤੁਸੀਂ ਜਿਹੜਾ ਬੈਰੀਅਰ ਜਾਂ ਕੰਧਾਂ ਬਣੀਆਂ ਹੋਈਆਂ ਆ ਸੈਪਰੇਸ਼ਨ ਦੀਆਂ ਅਤੇ ਜਾਂ ਮਿਸਅੰਡਰਸਟੈਂਡਿੰਗ ਦੀਆਂ, ਇਹ ਤੁਸੀਂ ਕੰਧਾਂ ਤੋੜ ਸਕਦੇ ਹਾਂ ਅਤੇ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਪਾ ਸਕਦੇ ਹਾਂ। ਇੱਕ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਕਰਨੀਆਂ ਬਣਦੀਆਂ, ਮੈਂ ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ, ਤੁਸੀਂ ਗੱਲ ਸ਼ੇਅਰ ਕੀਤੀ ਸੀ ਵਿੱਚ ਕਿ ਵੀ ਮੈਂ ਆਪਣੇ ਕੇਸ ਕਟਾਉਣ ਦੀ ਜਿਹੜੀ ਸਟੋਰੀ ਆ ਉਹ ਵੀ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਕੁਝ ਸਪਿਰਿਚੁਅਲ ਪੱਖੋਂ ਤੁਸੀਂ ਕਹਿ ਰਹੇ ਸੀ ਕਿ ਵੀ ਮੈਂ ਜ਼ਰੂਰ ਗੱਲ ਕਰਨਾ ਚਾਹੁੰਦਾ, ਉਹ ਦੱਸੋ। ਸੋ ਹੁਣ ਨਵਜੋਤ, ਮੈਂ ਹੇਮਕੁੰਟ ਸਾਹਿਬ 2 ਵਾਰੀ ਜਾ ਚੁੱਕਾ। ਅੱਛਾ। ਅਤੇ ਇੰਨੀ ਗੱਲ, ਇਟਸ ਅ ਸਪਿਰਿਚੁਅਲ ਜਰਨੀ ਜਿਹੜਾ ਹੇਮਕੁੰਟ ਸਾਹਿਬ ਨੂੰ ਜਾਣਾ ਆ, ਕਿਉਂਕਿ ਜਿੱਦਾਂ ਤੁਸੀਂ ਪਹਾੜ ਚੜ੍ਹ ਕੇ ਜਾਂਦੇ ਆ ਗੁਰਦੁਆਰੇ ਦੇ ਸਿੱਕੇ 'ਤੇ, ਅਤੇ ਤੁਹਾਨੂੰ ਸੋਚਣ ਲਈ ਬਹੁਤ ਕੁਛ ਮਿਲਦਾ ਹੈ ਕਿ ਤੁਹਾਡੀ ਪਰਸਨਲ ਜਰਨੀ ਕੀ ਹੈ, ਕਿ ਆਪਣਾ ਮਕਸਦ ਕੀ ਹੈ ਇਸ ਦੁਨੀਆ 'ਤੇ। ਐਸੀ ਪੱਖੋਂ ਜੇ ਹੁਣ ਮੈਂ ਸਰਦਾਰ ਹੈਗਾ ਆ ਅਤੇ ਕੇਸ ਤਾੜੀ ਰੱਖੀ ਆ, ਅਤੇ ਮੇਰਾ ਥੋੜ੍ਹਾ ਜਿਹਾ ਫਰਜ਼ ਵੀ ਬਣਦਾ ਆ, ਰਿਸਪੋਂਸੀਬਿਲਿਟੀ ਵੀ ਬਣਦੀ ਆ ਕਿ ਮੈਂ ਇਹਨੂੰ ਚੰਗੀ ਤਰ੍ਹਾਂ ਨਿਭਾਵਾਂ। ਕਿ ਜੇ ਹੁਣ ਮੈਂ ਕੇਸ ਰੱਖੇ ਹੋਏ ਆ, ਕੜਾ ਪਾਇਆ ਹੋਇਆ ਆ, ਅਤੇ ਇਹਦਾ ਮਕਸਦ ਕੀ ਆ? ਇਟਸ ਨਾਟ ਜਸਟ ਫॉर ਸ਼ੋ। ਚਲੋ ਮੰਨਦੇ ਹਾਂ ਇਸ ਗੱਲ ਨੂੰ ਦੈਟ ਇਟਸ ਅ ਯੂਨੀਫਾਰਮ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦਿੱਤੀ ਹੋਈ ਹੈ, 5 ਕਕਾਰਾਂ ਦੇ ਨਾਲ ਸਾਡੀ ਆਈਡੈਂਟੀਟੀ ਬਣਦੀ ਆ, ਪਰ ਫਿਰ ਵੀ ਕਿ ਇਹਦਾ ਐਂਡ ਆਬਜੈਕਟਿਵ ਕੀ ਹੋਣਾ ਚਾਹੀਦਾ ਹੈ ਮੇਰੀ ਸੋਚ ਮੁਤਾਬਿਕ, ਲਾਈਕ ਦਿਸ ਮਾਈ ਪਰਸਨਲ ਓਪੀਨੀਅਨ, ਇਹਦਾ ਐਂਡ ਆਬਜੈਕਟਿਵ ਇਹੀ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਨਾ ਕਿਸੇ ਪੁਆਇੰਟ 'ਤੇ ਤੁਹਾਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ ਜੇ ਤੁਸੀਂ ਇਸ ਲਾਈਨ 'ਤੇ ਪਏ ਆ। ਓਕੇ। ਅਤੇ ਇਸ ਵਾਂਸ ਅਗੇਨ ਇਟਸ ਨਾਟ ਜਸਟ ਫॉर ਸ਼ੋ, ਰਾਈਟ, ਕਿ ਕੇਸ ਤੜੀ ਰੱਖ ਲਈ ਅਤੇ ਤੁਹਾਡੀ ਆਈਡੈਂਟੀਟੀ ਬਣ ਗਈ, ਚੰਗੀ ਤਰ੍ਹਾਂ ਆਈਡੈਂਟੀਟੀ ਬਣਾਓ ਜੇ ਬਣਾਉਣੀ ਆ। ਅਤੇ ਮੈਨੂੰ ਇਹ ਵੀ ਸੀ ਪਤਾ ਕਿ ਮੈਂ ਉਸ ਸਮੇਂ ਕਿ ਮੇਰੇ ਅੰਦਰ ਉਹ ਡਿਸਪਲਿਨ ਹੈ ਨਹੀਂ ਸੀ ਜਿਹੜਾ ਮੈਂ ਅੰਮ੍ਰਿਤ ਛਕ ਸਕਾਂ, ਰਾਈਟ। ਇਟਸ ਜਸਟ ਇਹ ਜਿਹੜਾ ਤੁਹਾਨੂੰ ਪ੍ਰਿੰਸੀਪਲ ਨਿਭਾਉਣੇ ਪੈਂਦੇ ਆ। ਤੁਹਾਨੂੰ ਲੱਗਦਾ ਸੀ ਅੱਧਾ ਅਧੂਰਾ ਜਿਹਾ ਕੰਮ ਆ? ਬਿਲਕੁਲ 100%। ਸੋ ਮੈਂ ਅੰਦਰੋਂ ਮਨ ਉਸ ਸਿਚੁਏਸ਼ਨ 'ਚ ਖੁਸ਼ ਨਹੀਂ ਸੀ, ਜਾਂ ਕਰੋ ਤਾਂ ਪੂਰਾ ਕਰੋ, ਇੱਦਾਂ ਸੀ, ਨਹੀਂ ਤਾਂ ਨਾ ਕਰੋ। ਅਤੇ ਦੂਜੀ ਗੱਲ ਇਹ ਆ ਕਿ ਸਿੱਖੀ ਜਿਹੜੀ ਅਸਲੀ ਸਿੱਖੀ ਆ, ਇਟਸ ਵੈਲਿਊ ਬੇਸਡ। ਕਹਿਣ ਦਾ ਮਤਲਬ ਇਹ ਆ ਕਿ ਇਨਸਾਨੀਅਤ ਦੇ ਸਿਰ 'ਤੇ ਸਿੱਖੀ ਬਣੀ ਹੋਈ ਹੈ, ਕਿ ਰੀਅਲ ਰਿਲੀਜਨ
ਮੇਰੀ ਸੋਚ ਮੁਤਾਬਿਕ ਉਹ ਹੁੰਦਾ ਆ ਕਿ ਜਿਹੜਾ ਤੁਸੀਂ ਇੱਕ ਦੂਜੇ ਨਾਲ ਇਨਸਾਨੀਅਤ ਦੇ ਤੌਰ ਤੇ ਸਲੂਕ ਕਰ ਸਕਦੇ ਆ, ਕਿ ਇੱਕ ਦੂਜੇ ਨੂੰ ਸਮਝ ਪਾ ਸਕਦੇ ਆ ਤੇ ਇੱਕ ਦੂਜੇ ਦੀ ਹੈਲਪ ਕਰ ਸਕਦੇ ਆ। ਸੋ ਇਹੀ ਮੇਰੇ ਵਾਸਤੇ ਸਭ ਤੋਂ ਉੱਤਮ ਰਜ਼ਾ ਸੀ ਕਿ ਮੈਂ ਉਹ ਕੰਮ ਕਰਾਂ ਕਮਿਊਨਿਟੀ ਦੇ ਵਿੱਚ ਕਿ ਜਿੱਥੇ ਮੈਂ ਸਿੱਖੀ ਦੇ ਪ੍ਰਿੰਸੀਪਲਸ ਨੂੰ, ਅਸੂਲਾਂ ਨੂੰ ਨਿਭਾ ਸਕਾਂ। ਸੋ ਮੈਂ ਹਮੇਸ਼ਾ ਹੀ ਉਸ ਜ਼ਮੀਰ ਤੇ ਖੜਾ ਹਾਂ, ਆਲਵੇਜ਼। ਬਾਹਰੀ ਰੂਪ ਤਾਂ ਕਦੇ ਵੀ ਬਦਲਿਆ ਜਾ ਸਕਦਾ। ਆਫ ਕੋਰਸ, ਰਾਈਟ। ਸੋ ਜਦ ਮੈਂ ਉਸ ਟਾਈਮਲੀ ਹੋ ਸਕਦਾ ਉਹ ਸਮਾਂ ਆਊਗਾ ਕਿ ਜਿੱਥੇ ਮੈਂ ਚੰਗੀ ਤਰ੍ਹਾਂ ਮਾਈਂਡ ਆਪਣਾ ਤਿਆਰ ਕਰਕੇ ਜੇ ਜ਼ਰੂਰ ਉਹ ਕਰੂੰਗਾ, ਪਰ ਇਸ ਸਮੇਂ ਮੈਂ ਇਹ ਕਹਿ ਸਕਦਾ ਹਾਂ ਕਿ ਜਿਹੜੇ ਸਿੱਖੀ ਦੇ ਟਰੂ ਪ੍ਰਿੰਸੀਪਲ ਆ ਉਹ ਮੈਂ ਚੰਗੀ ਤਰ੍ਹਾਂ ਨਿਭਾ ਰਿਹਾ ਮੇਰੀ ਸੋਚ ਮੁਤਾਬਿਕ। ਸਾਡੇ ਕਾਲਰ ਗੱਲ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ। ਅਮਰਜੀਤ ਸੰਧੂ ਜੀ। ਹਾਂਜੀ ਮਤਲਬ ਜੀ ਸਤਿ ਸ਼੍ਰੀ ਅਕਾਲ, ਤੇ ਇਹਨਾਂ ਨੂੰ ਵੀ ਸਾਂਝੀ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਜੀ, ਮੈਂ ਇਹਨਾਂ ਦੀਆਂ ਗੱਲਾਂ ਸੁਣ ਕੇ ਇੱਕ ਤੇ ਪ੍ਰਭਾਵਿਤ ਹੋਇਆ ਕਿ ਜੇ ਪੁਲਿਸ ਆਫੀਸਰ ਹੋਣ ਤੇ ਇਦਾਂ ਦੇ ਹੋਣ। ਦੇਖੋ ਕਿਉਂ ਕਿ ਪੰਜਾਬੀ ਹੋਣ ਦੇ ਨਾਤੇ ਜੋ ਇਹਨਾਂ ਨੇ ਜਿਹੜੀ ਇਹਨਾਂ ਦੀ ਇੱਥੇ ਬੋਰਨ ਹੋਣ ਕਰਕੇ ਪੰਜਾਬੀ ਆ, ਮੇਰੇ ਬੱਚੇ ਵੀ ਇਸ ਤਰ੍ਹਾਂ ਹੀ ਬੋਲਦੇ ਵੈਸੇ, ਕਿਉਂਕਿ ਮੈਂ ਸ਼ੁਰੂ ਤੋਂ ਬੋਲਿਆ। ਤੇ ਜਿਹੜਾ ਇਹ ਇੱਕ ਤੇ ਪੰਜਾਬੀ ਪੂਰੀ ਬੋਲ ਰਹੇ ਨੇ, ਤੇ ਜੋ ਜਿਹੜੀ ਹੋਰ ਕਾਫੀ ਇਹਨਾਂ ਨੇ ਪਰਿਵਾਰ ਦੇ ਵਿੱਚੋਂ ਸਿੱਖ ਕੇ ਆਪਣੀ ਡਿਊਟੀ ਨਿਭਾ ਰਹੇ ਆ, ਤੇ ਫਿਰ ਇਹਨਾਂ ਨੂੰ ਸਿੱਖੀ ਬਾਰੇ ਵੀ ਪਤਾ ਹੈਗਾ। ਮੈਂ ਇਸ ਤੋਂ ਬਹੁਤ ਕਾਇਲ ਹਾਂ ਵੀ ਜੇ ਆਫਿਸ ਹੋਣ ਤੇ ਇਸ ਤਰ੍ਹਾਂ ਦੇ ਹੋਣ। ਫਿਰ ਇਹਨਾਂ ਤੇ ਨਿਮਰਤਾ ਵਾਲੀ ਗੱਲ ਇਹਨਾਂ ਨੇ ਦੱਸੀ ਆ ਵੀ ਮੈਂ ਕਦੇ ਵੀ ਇਸ ਤਰ੍ਹਾਂ ਤਰੀਕੇ ਦੇ ਨਾਲ ਕਿ ਮਾੜਾ ਬਿਹੇਵ ਦੇ ਨਾਲ ਕਿਸੇ ਇਹਨੂੰ ਨਹੀਂ ਮਿਲਿਆ ਹੈਗਾ। ਸੋ ਇਹ ਇਹਨਾਂ ਦੀਆਂ ਬਹੁਤ ਵਧੀਆ ਗੱਲਾਂ, ਤੇ ਮੈਂ ਕਹਾਂਗਾ ਵੀ ਦੂਸਰੇ ਆਫੀਸਰ ਵੀ ਜੇ ਕੋਈ ਸੁਣਦਾ ਹੋਵੇ ਜਾਂ ਕਿਸ ਤਰ੍ਹਾਂ, ਉਹ ਵੀ ਇਸ ਤਰ੍ਹਾਂ ਦੇ ਹੀ ਬਣਨ। ਮਤਲਬ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦਾ ਜੀ ਤੁਹਾਨੂੰ, ਤੇ ਨਾਲੇ ਵੀ ਕਹਾਂਗਾ ਵੀ ਰਾਤ ਦੁੱਗਣੀ ਤੇ ਚੌਗਣੀ ਹੋਵੇ, ਤੇ ਹਮੇਸ਼ਾ ਹੀ ਇਹ ਕਮਿਊਨਿਟੀ ਦੀ ਇਸ ਤਰ੍ਹਾਂ ਸੇਵਾ ਕਰਨ। ਤੇ ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਹੈ, ਤੇ ਬਹੁਤ ਹੀ ਅੱਛੀ ਲੱਗੀ ਹੈ ਜੀ ਗੱਲ ਇਹਨਾਂ ਦੀ, ਦੂਸਰਿਆਂ ਨੂੰ ਲੱਗੀ ਹੋਏਗੀ। ਥੈਂਕ ਯੂ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਜੀ। ਕਾਇਲ ਹੋ ਗਏ ਨੇ ਤੁਹਾਡੇ ਇਹ। ਚੰਗਾ ਲੱਗਦਾ। ਮੈਨੂੰ ਵੀ ਇਸ ਗੱਲ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਇੰਨੇ ਗੌਰ ਦੇ ਨਾਲ ਸੁਣ ਰਹੇ ਆ, ਦੇਖੋ ਕੁਝ ਨਾ ਕੁਝ ਸਿੱਖ ਰਹੇ ਹੈਗੇ ਆ, ਜਾਂ ਈਵਨ ਸਿੱਖਣ ਦੇ ਨਾਲ ਨਾਲ ਜਿਹੜਾ ਮੈਸੇਜ ਆ ਉਹ ਆਟੋਮੈਟਿਕਲੀ ਜਾਂਦਾ। ਬਹੁਤ ਵਾਰ ਆਪਾਂ ਕਹਿੰਦੇ ਹਾਂ ਕਿ ਰੋਲ ਮਾਡਲਿੰਗ ਹੋਣੀ ਚਾਹੀਦੀ ਹੈ। ਰੋਲ ਮਾਡਲਿੰਗ ਕੋਈ ਮਾਡਲ ਬਣਾ ਕੇ ਨਹੀਂ ਕੀਤਾ ਜਾਂਦਾ, ਉਹ ਆਟੋਮੈਟਿਕਲੀ ਹੈਪਨ ਹੁੰਦੀ ਹੈ। ਦਿਸ ਇਜ਼ ਵਾਟ ਯੂ ਆਰ ਡੂਇੰਗ। ਜਿਹੜਾ ਤੁਹਾਡਾ ਕਿਡਸ ਪਲੇ ਦਾ ਹੈ, ਥੋੜ੍ਹਾ ਮੈਨੂੰ ਇਹਦੇ ਬਾਰੇ ਦੱਸੋ ਕਿ ਇਹ ਕਿੱਦਾਂ ਹੋਣ ਦੇ ਵਿੱਚ ਆਇਆ। ਕਿਡਸ ਪਲੇ ਹੁਣ ਨਵਜੋਤ ਇੱਦਾਂ ਆ ਕਿ ਖਾਸ ਜਿਹੜੀ ਮੇਰੀ ਡਿਊਟੀ ਕੀਤੀ ਗਈ ਆ ਤੇ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਕੀਤੀ ਗਈ ਸੀ, ਮੇਨ ਤੇ ਹੇਸਟਿੰਗਸ ਤੇ। ਅੱਛਾ। ਜਿਹੜਾ ਸਭ ਤੋਂ ਮੋਸਟ ਡੇਂਜਰਸ ਏਰੀਆ ਮੰਨਿਆ ਗਿਆ ਆ, ਤੇ ਇਟਸ ਐਨ ਓਪਨ ਏਅਰ ਡਰੱਗ ਮਾਰਕੀਟ। ਕਹਿਣ ਦਾ ਮਤਲਬ ਹੈ ਕਿ ਖੁੱਲ੍ਹੇ ਸ਼ਰੇਆਮ ਉੱਥੇ ਡਰੱਗ ਵਿਕਦਾ ਆ ਸੜਕਾਂ 'ਤੇ। ਤੇ ਬਥੇਰੇ ਬੱਚੇ ਮੈਂ ਦੇਖੇ ਛੋਟੀ ਉਮਰ ਦੇ, ਕਹਿਣ ਦਾ ਮਤਲਬ ਆ 15, 16, 17, 18 ਦੇ, ਜਿਹੜੇ ਉੱਥੇ ਆ ਕੇ ਡਰੱਗ ਖਾਂਦੇ ਵੀ ਸੀ ਤੇ ਵੇਚਦੇ ਵੀ ਸੀ। ਤੇ ਤੁਸੀਂ ਦੇਖੋ ਇੱਕ ਪੁਲਿਸ ਅਫਸਰ ਹੋਣ ਦੇ ਨਾਤੇ ਮੈਨੂੰ ਕਿਹੜੀ ਡਿਊਟੀ ਸੌਂਪੀ ਗਈ ਆ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜੇਲ੍ਹ ਭੇਜਣਾ। ਅੱਛਾ। ਤੇ ਪਰ ਇਹਦੇ ਵਿੱਚ ਇਨਸਾਨੀਅਤ ਕਿੱਥੇ ਆ ਕਿ ਜੇ ਛੋਟੇ ਬੱਚੇ ਜਿਨ੍ਹਾਂ ਦੀ ਇਨਵਾਇਰਮੈਂਟ ਹੀ ਡਿਸਫੰਕਸ਼ਨਲ ਹੋਵੇ, ਕਹਿਣ ਦਾ ਮਤਲਬ ਕਿ ਉਹਨਾਂ ਨੂੰ ਸਹੀ ਗਾਈਡੈਂਸ ਨਾ ਕਦੇ ਮਿਲੀ ਹੋਵੇ, ਜਾਂ ਉਹਨਾਂ ਨੂੰ ਕਦੇ ਹੱਥ ਫੜ ਕੇ ਤੇ ਸਹੀ ਲਾਈਨ 'ਤੇ ਨਾ ਪਾਇਆ ਜਾਵੇ, ਜਾਂ ਐਕਸਟਰਾ ਕਰਿਕੂਲਰ ਐਜੂਕੇਸ਼ਨ ਜਾਂ ਸਪੋਰਟਸ ਓਪਰਚੁਨਿਟੀਆਂ ਨਾ ਦਿੱਤੀਆਂ ਜਾਣ, ਤੇ ਫਿਰ ਆਪਣਾ ਹੱਕ ਤੇ ਅਧਿਕਾਰ ਵੀ ਨਹੀਂ ਬਣਦਾ ਇੱਕ ਸੋਸਾਇਟੀ ਦੇ ਤੌਰ 'ਤੇ ਕਿ ਆਪਾਂ ਉਂਗਲ ਨਿਆਣਿਆਂ ਵੱਲ ਨੂੰ ਕਰਕੇ ਤੇ ਕਹੀਏ ਕਿ ਹੁਣ ਤੁਹਾਨੂੰ ਆਪਣੀ ਪਨਿਸ਼ਮੈਂਟ ਲੈਣੀ ਚਾਹੀਦੀ ਹੈ ਤੁਹਾਡੇ ਕ੍ਰਾਈਮਸ ਲਈ, ਕਿ ਤੁਹਾਨੂੰ ਕੌਨਸੀਕੁਐਂਸਿਸ ਸਫਰ ਕਰਨੇ ਪੈਣੇ ਆ। ਬਲਕਿ ਆਪਾਂ ਨੂੰ ਇਹ ਇਨਸਾਨੀਅਤ ਦੇ ਤੌਰ 'ਤੇ, ਸਮਾਜਿਕ ਤੌਰ 'ਤੇ ਕਹਿਣਾ ਚਾਹੀਦਾ ਹੈ ਕਿ ਇਹ ਬੱਚਿਆਂ ਵਾਸਤੇ ਆਪਾਂ ਕੁਛ ਕਰੀਏ ਅਤੇ ਇਹਨੂੰ ਸਹੀ ਡਾਇਰੈਕਸ਼ਨ ਦੇਈਏ। ਆਈ ਥਿੰਕ ਸਟੋਰੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕਰ ਚੁੱਕਾ, ਅਤੇ ਪਰ ਜਦ ਮੈਂ ਆਪਣੀ ਸ਼ਿਫਟ ਫਿਨਿਸ਼ ਕਰਕੇ ਅਤੇ ਆਪਣੇ ਲੋਕਰ ਤੱਕ ਪਹੁੰਚਦਾ ਸੀ, ਆਪਣੀ ਵਰਦੀ ਜਿਸ ਸਮੇਂ ਮੈਂ ਆਪਣੀ ਚੇਂਜ ਕਰਦਾ ਸੀ, ਅਤੇ ਮਨ ਦੇ ਵਿੱਚ ਬੜਾ ਅਫਸੋਸ ਹੁੰਦਾ ਸੀ, ਬੜਾ ਦੁੱਖ ਪੈਦਾ ਹੁੰਦਾ ਸੀ ਇਸ ਗੱਲ ਤੋਂ ਕਿ ਇੱਕ ਛੋਟੀ ਉਮਰ ਦੇ ਬੱਚੇ ਨੂੰ ਗ੍ਰਿਫਤਾਰ ਕਰਕੇ ਮੈਂ ਜੇਲ੍ਹ ਭੇਜ ਦਿੱਤਾ, ਅਤੇ ਇਹ ਬੱਚੇ ਵਾਸਤੇ ਆਪਾਂ ਕੁਛ ਕਰ ਸਕਦੇ ਸੀ। ਮੋਰਲੀ, ਸੋਸ਼ਲੀ ਆਪਣਾ ਫਰਜ਼ ਤੇ ਐਪਲੀਕੇਸ਼ਨ ਬਣਦੀ ਸੀ ਕਿ ਬੱਚੇ ਨੂੰ ਆਪਾਂ ਸਹੀ ਡਾਇਰੈਕਸ਼ਨ ਦੇ ਸਕਦੇ ਸੀ। ਪਰ ਤੁਸੀਂ ਦੇਖ ਲਓ, ਆਈ ਮੀਨ ਕਹਿੰਦੇ ਆ ਕਿ ਦ ਯੂਨੀਵਰਸ ਕੰਸਪਾਇਰਸ ਟੂ ਮੇਕ ਥਿੰਗਸ ਹੈਪਨ, ਅਤੇ ਜੋ ਕੁਛ ਹੋਣਾ ਸੋ ਹੁੰਦਾ ਹੀ ਆ, ਰੱਬ ਸੋਚ ਸਮਝ ਕੇ ਸਾਰਾ ਕੁਛ ਕਰਦਾ ਆ। ਅਤੇ ਮੈਨੂੰ ਇੱਕ ਚੰਗੀ ਤਰ੍ਹਾਂ ਚੇਤੇ ਆ ਕਿ ਮੀਂਹ ਹਨੇਰੀ ਵਾਲੀ ਰਾਤ ਸੀ, ਸਵੇਰ ਦੇ ਤੜਕੇ 2 ਵਜੇ ਸੀ, ਅਤੇ ਮੈਂ ਇਕੱਲਾ ਹੀ ਪੁਲਿਸ ਸਰਜੈਂਟ ਆਪਣੀ ਗੱਡੀ ਦੇ ਵਿੱਚ, ਐਕਟਿੰਗ ਸਰਜੈਂਟ ਪੁਲਿਸ ਗੱਡੀ ਦੇ ਵਿੱਚ, ਅਤੇ ਲੇਨ ਦੇ ਵਿੱਚ ਗਿਆ ਉੱਥੇ ਡਾਊਨਟਾਊਨ ਈਸਟ ਸਾਈਡ ਦੇ ਵਿੱਚ। ਅਤੇ ਉੱਥੇ ਡੰਪਸਟਰ ਦੇ ਪਿੱਛੇ ਇੱਕ ਮਗਰੋਂ ਪਤਾ ਲੱਗਾ 14 ਸਾਲ ਦਾ ਨਿਆਣਾ ਸੀ, 14 ਸਾਲ ਦਾ ਲੜਕਾ ਡੰਪਸਟਰ ਦੇ ਪਿੱਛੇ ਬੈਠਾ ਆਪਣਾ ਡਰੱਗ ਤਿਆਰ ਕਰ ਰਿਹਾ ਸੀ ਖਾਣ ਵਾਸਤੇ।
ਤੇ ਜਦ ਬੱਚੇ ਨੇ ਮੇਰੀ ਗੱਡੀ ਦੇਖੀ ਪੁਲਿਸ ਦੀ ਤੇ ਡਰੱਗ ਸੱਟ ਕੇ ਤੇ ਤੁਰ ਪਿਆ ਤੇ ਮੇਰਾ ਮਨ ਇੰਨਾ ਭਰਿਆ ਹੋਇਆ ਸੀ, ਮੈਂ ਆਲਰੇਡੀ ਡਿਸਾਈਡ ਕੀਤਾ ਸੀ ਕਿ ਬੱਚੇ ਨੂੰ ਗ੍ਰਿਫਤਾਰ ਨਹੀਂ ਕਰਨਾ, ਬਲਕਿ ਬੱਚੇ ਨੂੰ ਸਵਾਲ ਪੁੱਛਣੇ ਆ ਕਿ ਤੇਰਾ ਘਰ ਕਿੱਥੇ ਆ, ਤੇਰੇ ਮਾਪੇ ਕਿੱਥੇ ਆ, ਇਸ ਲਾਈਨ ਤੇ ਕਿੱਦਾਂ ਪਿਆ, ਕਿ ਜੇ ਸਮੱਸਿਆ ਆ ਤੇਰੀ ਕਿਹੜੇ ਸਿਲਸਿਲੇ ਕਰਕੇ ਇਸ ਲਾਈਨ ਤੇ ਪਿਆ ਆ ਤੇ ਮੈਨੂੰ ਦੱਸ, ਮੈਂ ਤੇਰੀ ਹੈਲਪ ਕਰ ਸਕਾਂ। ਤੇ ਜਦ ਮੈਂ ਗੱਡੀ ਵਿੱਚੋਂ ਨਿਕਲ ਕੇ ਤੇ ਬੱਚੇ ਨੂੰ ਬੁਲਾਇਆ, ਵਾਪਸ ਬੱਚਾ ਆਇਆ ਨਹੀਂ, ਤੁਰਦਾ ਗਿਆ। ਮੈਂ ਹੁਣ ਦੁਬਾਰਾ ਉਹਨੂੰ ਆਵਾਜ਼ ਮਾਰੀ ਥੋੜ੍ਹੀ ਜਿਹੀ ਲਾਊਡ ਹੋ ਕੇ, ਤੇ ਬੱਚਾ ਆਇਆ ਮੇਰੇ ਕੋਲ। ਅੱਛਾ। ਬੱਚਾ ਆਇਆ ਮੇਰੇ ਕੋਲ ਤੇ ਆਪਣੇ ਗੁੱਟ ਮੇਰੇ ਸਾਹਮਣੇ ਕਰਕੇ ਤੇ ਕਹਿੰਦਾ ਕਿ ਜੇ ਤਾਂ ਹੱਥਕੜੀਆਂ ਲਾਉਣੀਆਂ, ਇੰਗਲਿਸ਼ ਵਿੱਚ ਕਹਿੰਦਾ, ਤੇ ਲਾ ਦੇ, ਅੱਛਾ, ਨਹੀਂ ਤਾਂ ਮੈਨੂੰ ਛੱਡ ਦੇ। ਹਾਂ। ਤੇ ਤੁਸੀਂ ਦੇਖ ਲਓ ਬੱਚਾ ਕਿੰਨਾ ਹੰਡਿਆ ਹੋਇਆ, ਉਹ এনवायरमेंट ਦਾ ਬਾਈ ਪ੍ਰੋਡਕਟ ਆ, ਰਾਈਟ, ਕਿਉਂਕਿ ਇਹਨੂੰ ਪਤਾ ਹੀ ਨਹੀਂ, ਕਿਸੇ ਨੇ ਇਹਨੂੰ ਤਮੀਜ਼ ਦੀ ਸਿੱਖਿਆ ਕਦੇ ਦਿੱਤੀ ਨਹੀਂ, ਜਾਂ ਰਿਸਪੈਕਟ ਦੀ, ਕਿ ਪੁਲਿਸ ਆਫਸਰ ਦੀ ਥੋੜ੍ਹੀ ਬਹੁਤ ਰਿਸਪੈਕਟ ਹੋਣੀ, ਜਾਂ ਅਥਾਰਟੀ ਫਿਗਰ ਦੀ। ਤੇ ਪਰ ਮੈਂ ਇਹਨੂੰ ਇੰਨਾ ਹੀ ਸਮਝਾਇਆ, ਅੱਖਾਂ ਵਿੱਚ ਅੱਖਾਂ ਪਾ ਕੇ, ਮੈਂ ਕਿਹਾ ਦੇਖ, ਗ੍ਰਿਫਤਾਰ ਤਾਂ ਮੈਂ ਤੈਨੂੰ ਕਰਨਾ ਨਹੀਂ, ਯੂ ਆਰ ਫਰੀ ਟੂ ਗੋ, ਪਰ ਜਾਣ ਦੇ ਪਹਿਲਾਂ ਮੈਨੂੰ ਇੰਨਾ ਦੱਸ ਦੇ ਕਿ ਉਹੀ ਜਿਹੜੇ ਸਵਾਲ ਮੈਂ ਤੁਹਾਨੂੰ ਦੱਸੇ ਸੀ ਕਿ ਤੇਰਾ ਘਰ ਕਿੱਥੇ ਆ, ਤੇਰੇ ਮਾਪੇ ਕਿੱਥੇ ਆ, ਇੱਥੇ ਪਹੁੰਚਿਆ ਕਿੱਦਾਂ, ਕੀ ਰੀਜ਼ਨ ਹੈ ਇਸ ਗੱਲ ਪਿੱਛੇ। ਉਹਨੇ ਇਹ ਦੇਖਿਆ ਕਿ ਮੈਂ ਆਪਣੇ ਸਵਾਲਾਂ ਦੇ ਨਾਲ, ਮੇਰੇ ਸਵਾਲ ਸਿੰਸੀਅਰ ਆ, ਸਵਾਲਾਂ ਦੇ ਨਾਲ ਮੈਂ ਜੈਨੂਇਨ ਦੱਸਿਆ ਕਿ ਜਿਹੜਾ ਮੈਂ ਰੀਅਲੀ ਨੋ ਕਰਨਾ ਮੰਗਦਾ ਕਿ ਇਹਦੀ ਸਿਚੁਏਸ਼ਨ ਕੀ ਆ। ਤੁਸੀਂ ਦੇਖ ਲਓ ਬੱਚੇ ਨੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਬਲਕਿ ਮੈਨੂੰ ਸਵਾਲ ਪਾਏ। ਅੱਛਾ। ਮੈਨੂੰ ਸਵਾਲ ਪਾਏ ਮੁਰਿਓਂ, ਕਹਿੰਦਾ ਕਿ ਜੇ ਤੇਰੀ ਮਾਂ ਤੈਨੂੰ ਛੋਟੀ ਉਮਰ ਦੇ ਵਿੱਚ ਛੱਡ ਕੇ ਚੱਲ ਜਾਂਦੀ, ਤੈਨੂੰ ਇਹ ਨਹੀਂ ਪਤਾ ਹੋਣੇ ਕਿੱਥੇ ਆ ਤੇ ਕੌਣ ਆ। ਵਾਹ। ਤੇਰਾ ਪਿਓ ਸ਼ਰਾਬ ਪੀ ਕੇ ਟੱਲੀ ਹੋ ਕੇ ਸੋਫੇ ਉੱਤੇ ਪਿਆ ਆ ਤੇ ਕੋਈ ਸੁਰਤ ਬੁੱਧ ਨਹੀਂ ਕਿ ਮੇਰਾ ਨਿਆਣਾ ਕਿੱਥੇ ਆ। ਤੇ ਬ੍ਰਦਰ ਤੇਰਾ ਜੇਲ੍ਹ ਗਿਆ ਹੋਇਆ ਡਰੱਗ ਡੀਲਿੰਗ ਲਈ, ਤੇ ਹੋਰ ਕੋਈ ਕਰ ਨਹੀਂ, ਕਹਿੰਦਾ ਤੂੰ ਕਿੱਥੇ ਹੋਣਾ ਸੀ। ਉਹਨੇ ਮੈਨੂੰ ਇਹ ਸਵਾਲ ਪਾਇਆ। ਫਿਰ ਤਾਂ ਉਹ ਸਹੀ ਥਾਂ ਤੇ ਸੀ ਜਿੱਥੇ ਸੀ ਉਹ। ਬਿਲਕੁਲ ਬਿਲਕੁਲ। ਇੰਨੀ ਗੱਲ ਹੈ ਕਿ ਵੈਸੇ ਮੈਨੂੰ ਇਸ ਗੱਲ ਦੀ ਸੋਝੀ ਤਾਂ ਹੈਗੀ ਸੀ, ਪਰ ਮੇਰੀ ਅੱਖਾਂ ਖੁੱਲ੍ਹ ਗਈਆਂ। ਅੱਖਾਂ ਨਹੀਂ ਖੁੱਲ੍ਹ ਗਈਆਂ, ਕਹਿੰਦਾ ਮਤਲਬ ਇਹ ਕਿ ਮੈਨੂੰ ਇਹ ਪਤਾ ਲੱਗ ਗਿਆ ਕਿ ਹੁਣ ਮੇਰਾ ਡਾਇਰੈਕਸ਼ਨ ਕੀ ਹੈ, ਕਿ ਮੈਂ ਕਿਹੜਾ ਕੰਮ ਕਰਨਾ ਹੈ। ਅਤੇ ਉਹੀ ਮੇਰੀ ਸੋਚ ਹੋਰ ਮਜ਼ਬੂਤ ਹੋ ਗਈ ਕਿ ਮੇਰਾ ਆਬਜੈਕਟਿਵ ਕੀ ਹੈ। ਅਤੇ ਐਸੇ ਹੌਸਲੇ ਦੇ ਨਾਲ ਫਿਰ ਮੈਂ ਇਹ ਬੱਚੇ ਨੂੰ ਮਿਨਿਸਟਰੀ ਦੇ ਕੋਲ ਭੇਜ ਦਿੱਤਾ। ਮਿਨਿਸਟਰੀ ਕੋਈ ਗਰੁੱਪ ਹੋਮ ਦੇ ਵਿੱਚ, ਕਿ ਜਿੱਥੇ ਬੱਚਾ ਐਸ ਡਿਸਫੰਕਸ਼ਨਲ ਇਨਵਾਇਰਮੈਂਟ ਵਿੱਚੋਂ ਕੱਢ ਕੇ ਚੰਗੇ ਕੰਸਟਰਕਟਿਵ ਇਨਵਾਇਰਮੈਂਟ ਵਿੱਚ ਪਾਇਆ ਜਾਵੇ। ਪਰ ਇਸ ਤੋਂ ਬਾਅਦ ਵੀ ਮੈਂ ਦੂਜੇ ਦਿਨ ਆਪਣੇ ਇੰਸਪੈਕਟਰ ਦੇ ਕੋਲ ਪਹੁੰਚ ਗਿਆ। ਮੈਂ ਕਿਹਾ ਮੈਨੂੰ ਸਰ ਜੀ ਛੋਟੀ ਜਿਹੀ ਥੋੜ੍ਹੀ ਜਿਹੀ ਫੰਡਿੰਗ ਦਿਓ ਕਿ ਉਸ ਫੰਡਿੰਗ ਦੇ ਨਾਲ ਮੈਂ ਬੱਚਿਆਂ ਵਾਸਤੇ ਪ੍ਰੋਗਰਾਮ ਤਿਆਰ ਕਰ ਸਕਾਂ, ਰਾਈਟ, ਫ੍ਰੀ ਪ੍ਰੋਗਰਾਮਸ। ਅਤੇ ਮੈਨੂੰ ਫੰਡਿੰਗ ਮਿਲ ਗਈ, ਮੈਨੂੰ $500 ਮਿਲਿਆ, ਮੈਨੂੰ ਚੰਗੀ ਤਰ੍ਹਾਂ ਚਿੱਤੇ ਆ। ਅੱਛਾ। ਉਹ $500 ਨਾਲ ਤੁਸੀਂ ਯਕੀਨ ਹੀ ਨਹੀਂ ਕਰ ਸਕਦੇ ਨਵਜੋਤ, ਮੈਂ $1 ਕੋਲੋਂ $100 ਬਣਾਇਆ, ਰਾਈਟ। ਕਹਿਣ ਦਾ ਮਤਲਬ ਹੈ ਕਿ ਇੰਨਾ ਸਟਰੈਚ ਕੀਤਾ। ਅੱਛਾ। ਅਤੇ ਬੱਚਿਆਂ ਵਾਸਤੇ ਸੌਕਰ ਇਕੁਇਪਮੈਂਟ ਬਾਏ ਕੀਤੀ, ਮੈਡਲ ਬਾਏ ਕੀਤੇ, ਸਰਟੀਫਿਕੇਟ ਬਾਏ ਕੀਤੇ, ਟਰੋਫੀਆਂ ਬਾਏ ਕੀਤੇ, ਖਾਣਾ ਪਾਣੀ ਸਾਰਾ ਕੁਛ। ਅਤੇ ਮੈਨੂੰ 1 ਮਹੀਨਾ ਲੱਗਾ ਪ੍ਰੋਗਰਾਮ ਨੂੰ ਔਰਗਨਾਈਜ਼ ਕਰਦੇ ਹੋਏ, ਪਰ ਤਕਰੀਬਨ 150 ਬੱਚਿਆਂ ਵਾਸਤੇ ਅਸੀਂ ਫਿਰ ਇਹ ਸੌਕਰ ਪ੍ਰੋਗਰਾਮ ਤਿਆਰ ਕੀਤਾ ਡਾਊਨਟਾਊਨ ਈਸਟ ਸਾਈਡ ਦੇ ਵਿੱਚ। ਅੱਛਾ। ਅਤੇ ਉਹ ਬੱਚੇ ਉੱਦਣ ਪਹੁੰਚੇ, ਜਿੱਦਣ ਪਹੁੰਚੇ ਅਤੇ ਬੱਚਿਆਂ ਦੀ, ਕਿਉਂਕਿ ਉਸ ਏਰੀਆ ਵਿੱਚੋਂ ਆਏ ਹੋਏ ਆ, ਉਹਨਾਂ ਦੀ ਕਦੇ ਕੋਈ ਪੋਜ਼ੀਟਿਵ ਇੰਟਰੈਕਸ਼ਨ ਨਹੀਂ ਹੋਈ ਪੁਲਿਸ ਅਫਸਰਾਂ ਦੇ ਨਾਲ। ਓਕੇ। ਪਰ ਜਿੱਦਣ ਉੱਥੇ ਪਹੁੰਚੇ ਅਤੇ ਬੜੇ ਟੇਢੀ ਅੱਖਾਂ ਦੇ ਨਾਲ ਸਾਡੇ ਵੱਲ ਦੇਖਣ ਕਿ ਪੁਲਿਸ ਅਫਸਰ ਇਹ ਪ੍ਰੋਗਰਾਮ ਕਿਉਂ ਤਿਆਰ ਕਰ ਰਿਹਾ ਸਾਡੇ ਵਾਸਤੇ। ਅੱਛਾ। ਪਰ ਫਿਰ ਵੀ ਤੁਸੀਂ ਦੇਖ ਲਓ ਕਿ ਜਿੱਦਾਂ ਅਸੀਂ ਉਸ ਬੱਚੇ ਨਾਲ ਖੇਲੇ ਟੂਰਨਾਮੈਂਟ ਦੇ ਵਿੱਚ, ਅਤੇ ਜਿੱਦਾਂ ਉਹ ਬੱਚਿਆਂ ਦੇ ਨਾਲ ਜਾਣ ਪਛਾਣ ਪਾਈ, ਉਸੇ ਤਰ੍ਹਾਂ ਉਹ ਬੱਚਿਆਂ ਦੀ ਐਟੀਟਿਊਡ ਵੀ ਚੇਂਜ ਹੁੰਦੀ ਗਈ। ਉਹ ਜਿਹੜਾ ਬੱਚਾ ਸੀ ਉਹ ਤੁਹਾਡੇ ਨਾਲ ਰਿਹਾ? ਉਹੀ ਮੈਂ ਆਈਮ ਗਲੈਡ ਯੂ ਆਸਕਡ। ਮੈਨੂੰ ਸਾਰੇ ਇਹੀ ਪੁੱਛਦੇ ਆ ਕਿ ਬੱਚੇ ਦਾ ਕੀ ਬਣਿਆ। ਹਾਂ। ਅਤੇ ਮੈਂ ਤੁਹਾਨੂੰ ਓਨੈਸਟਲੀ ਦੱਸਦਾ ਨਵਜੋਤ, ਆਈ ਡੋਂਟ ਨੋ। ਮੈਂ ਉਹ ਬੱਚੇ ਉੱਤੇ ਕਦੇ ਫੋਲੋ ਅਪ ਨਹੀਂ ਕੀਤੀ। ਪਰ ਤੁਹਾਨੂੰ ਮੋਟੀਵੇਟ ਕਰ ਗਿਆ? ਮੋਟੀਵੇਟ ਕਰ ਗਿਆ। ਮੈਂ ਤੁਹਾਨੂੰ ਸੱਚ ਦੱਸਾਂ, ਮਨ 'ਚ ਆਉਂਦਾ ਕਦੇ ਕਿਤੇ ਪਤਾ ਲੱਗੇ ਉਹ ਕਿੱਥੇ ਆ? 100%। 100% ਕਿ ਉਹ ਬੱਚੇ ਨੇ ਮੇਰੀ ਸਾਰੀ ਲਾਈਫ ਦੀ ਡਾਇਰੈਕਸ਼ਨ ਹੀ ਬਦਲਤੀ, ਰਾਈਟ। ਕਿ ਜੋ ਕੁਛ ਮੇਰੇ ਮਨ ਦੇ ਵਿੱਚ ਹੁੰਦਾ ਸੀ ਕਿ ਪੁਲਿਸਿੰਗ ਵਿੱਚ ਕੀ ਕਰਨਾ ਆ, ਰਾਈਟ, ਅਤੇ ਕਿਹੜੀ ਡਾਇਰੈਕਸ਼ਨ ਲੈ ਕੇ ਜਾਣੀ ਆ, ਬਸ ਸਾਰਾ ਕੁਛ ਹੀ ਬਦਲ ਗਿਆ ਫॉर द ਪੋਜ਼ੀਟਿਵ। ਕਿ ਮੈਨੂੰ ਇਹ ਪਤਾ ਲੱਗ ਗਿਆ ਮੇਰਾ ਮਕਸਦ ਕੀ ਆ। ਸੋ ਉਹੀ ਜਿਹੜੇ ਬੱਚਿਆਂ ਵਾਸਤੇ ਉਹ ਟੂਰਨਾਮੈਂਟ ਚਲਾਇਆ ਸੀ ਅਤੇ ਉਸ ਬੱਚੇ ਕਰਕੇ ਹੀ ਸੀ। ਓਕੇ। ਅਤੇ ਇੰਨਾ ਪੋਜ਼ੀਟਿਵ ਰਿਸਪਾਂਸ ਇਸ ਬੱਚਿਆਂ ਕੋਲੋਂ ਮਿਲਿਆ ਜਿਹੜੇ ਉੱਦਣ ਖੇਲਣ ਆਏ ਸੀ, ਸਾਰੇ ਬੱਚੇ। ਅਤੇ ਤੁਸੀਂ ਦੇਖ ਲਓ ਜਿਹੜੇ ਇੱਕ ਸਮੇਂ ਬੱਚੇ ਸਾਡੇ ਵੱਲ ਟੇਢੀ ਅੱਖ ਨਾਲ ਦੇਖਦੇ ਸੀ, ਅਤੇ ਹੁਣ ਸਾਨੂੰ ਹੱਗ ਕਰਕੇ ਅਤੇ ਥੈਂਕ ਯੂ ਕਰਕੇ ਗਏ। ਅਤੇ ਉਹਦੇ ਨਾਲ ਹੀ ਮੇਰਾ ਹੌਸਲਾ ਬਥੇਰਾ ਬੁਲੰਦ ਹੋ ਗਿਆ ਕਿ ਇਹੀ ਸੋਚ ਕੇ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਮੈਂ ਹੁਣ ਹਰੇਕ ਸਾਲ ਚਲਾਉਣਾ ਹੈ, ਪੂਰੀ ਐਫਰਟ ਪਾਉਣੀ ਆ। ਅਤੇ ਹਰੇਕ ਸਾਲ ਉਹ ਪ੍ਰੋਗਰਾਮ ਵੱਧਦਾ ਗਿਆ ਕਿ ਤਕਰੀਬਨ 7 ਸਾਲਾਂ ਦੇ ਅੰਦਰ ਜਿੱਥੇ 150 ਬੱਚਿਆਂ ਦੇ ਨਾਲ ਅਸੀਂ ਇਹ ਛੋਟਾ ਜਿਹਾ ਪ੍ਰੋਗਰਾਮ ਪਾਰਕ ਦੇ ਵਿੱਚ ਸ਼ੁਰੂ ਕੀਤਾ ਸੀ,
7 ਸਾਲਾਂ ਦੇ ਅੰਦਰ ਅੰਦਰ ਅਸੀਂ BC ਪਲੇ ਸਟੇਡੀਅਮ ਦੇ ਵਿੱਚ ਇਹ ਟੂਰਨਾਮੈਂਟ ਲੈ ਕੇ ਗਏ ਅੱਛਾ ਅਤੇ ਤਕਰੀਬਨ 1000 ਤੋਂ ਉੱਤੇ ਉਹ ਬੱਚਾ ਪਹੁੰਚਿਆ ਹੋਇਆ ਸੀ ਫ੍ਰੀ ਪ੍ਰੋਗਰਾਮਾਂ 'ਤੇ ਉੱਥੇ BC ਪਲੇਸ ਵਿੱਚ ਖੇਡਣ ਲਈ ਅਤੇ ਦੈਟ ਬਿਕੇਮ ਦ ਬੇਸਿਸ ਆਫ ਕਿਡਸ ਪਲੇ। ਫਿਰ AC ਪ੍ਰੋਗਰਾਮ ਕਰਕੇ ਫਿਰ ਮੈਂ ਕਿਡਸ ਪਲੇ 2015 ਦੇ ਵਿੱਚ ਸ਼ੁਰੂ ਕੀਤੀ ਕਿ ਸਾਰੇ ਬੱਚਿਆਂ ਵਾਸਤੇ ਇੱਕ ਇਕੁਅਲ ਓਪਰਚੁਨਿਟੀ ਹੋਵੇ ਫ੍ਰੀ ਆਫ ਕਾਸਟ। ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਕਈ ਸੁਣਨ ਵਾਲੇ ਨੇ ਜਿਹੜੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਪਰ ਮੈਨੂੰ ਇਹ ਲੱਗਦਾ ਕਿ ਹਾਲੇ ਗੱਲਾਂ ਸਾਡੀਆਂ ਆਪਣੀਆਂ ਹੀ ਬਹੁਤ ਘੱਟ ਹੋਈਆਂ। ਕੁਇਕਲੀ ਮੈਂ ਕਾਲਰਸ ਲੈ ਰਹੀ ਹਾਂ। ਹੈਲੋ Hello, who's this? this is Jyoti. Jyoti. That's another surprise for Cal, right? Jyoti Tour, And is that right? Yes, and I have Halina here as well. ਇਹ ਸਾਰਿਆਂ ਦਾ ਪਲਾਨ ਬਣਿਆ ਲੱਗਦਾ ਹੈ। No. ਨੋ Okay, Jyoti, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੈਲ ਬਾਰੇ? ਮੈਂ ਕੋਈ ਕਹਿਣਾ ਸੀਕ੍ਰੇਟ ਜਿਹਾ ਚਾਹੁੰਦੀ ਹਾਂ- ਦੱਸ ਕੇ ਜਾਇਓ ਨਾ, ਕੋਈ ਸੀਕ੍ਰੇਟ ਚੀਜ਼, ਕੋਈ ਨਵੀਂ ਗੱਲ ਦੱਸ ਕੇ Secret? ਜਾਇਓ। Yeah. Okay. Are you ready for this, Cal? Oh no, be careful about what you say. No. We're honestly, Cal open book ਕਿਆ ਸਾਰਿਆਂ ਨੂੰ Cal ਬਾਰੇ ਪਤਾ ਆ ਕਿ ਇਹੋ ਜਿਹਾ ਬੰਦਾ ਹੈ। So there is ਕੀ no ਕੁਛ secret, ਕਰਦਾ ਹੈ। right? There are no secrets. You know, he is what it is. So ਜੋ ਇਹ ਦਿਖਾਉਂਦੇ ਆ, ਜਿੰਨਾ ਸਾਰਿਆਂ ਲਈ ਕਰਦੇ ਆ, like he has the most purest heart. And I don't know, ਅਸੀਂ ਤਾਂ ਸੋਚਦੇ ਹਾਂ ਅਸੀਂ ਇੰਨੇ blessed ਹਾਂ that we get to know him, we get to work alongside him, and you know, he's a mentor. He's our leader, he's our mentor. And ਜਿਹੜਾ ਕੋਈ ਵੀ Cal ਕੋਲੇ ਆਉਂਦਾ ਹੈ, for example, I can say for myself, Halina, ਜਿਹੜੀ ਮੇਰੀ ਇੱਥੇ friend ਨਾਲ ਬੈਠੀ ਹੈ, he's never turned anybody away. Okay. ਕੋਈ ਮਰਜ਼ੀ ਆ ਜਾਵੇ, ਇਹਨੂੰ ਇਹ ਹੁੰਦਾ ਆ ਕਿ ਸਾਰਿਆਂ ਨੂੰ ਵੈਲਕਮ ਕਰਨਾ ਆ। Even ਜਿਹੜਾ ਵੀ ਕੋਈ ਸਾਡੇ ਪ੍ਰੋਗਰਾਮ ਹੁੰਦੇ, ਅਸੀਂ ਰੀਸੈਂਟਲੀ ਬਾਰਬੀਕਿਊ ਪ੍ਰੋਗਰਾਮ ਕੀਤਾ ਆ ਬੱਚਿਆਂ ਵਾਸਤੇ a week ago, and ਤੁਸੀਂ ਕਦੇ ਨਹੀਂ ਸੋਚੋਗੇ ਕਿ you know, Cal's the type ਜਿਹੜਾ ਖੜ ਕੇ ਕਹੂਗਾ Karen ਤੂੰ ਆਹ ਕਰ, Halina do this, or Prab do this. It's all about all right ਕਿੱਦਾਂ ਕਰਨਾ ਆ। And at he's the last one to leave, make sure ਸਾਰੀ ਟੀਮ ਠੀਕ ਆ, ਸਾਡੇ ਨਾਲ ਸਾਰਾ garbage collect ਕਰਕੇ, ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਕਰਕੇ, then he leaves. ਜੋਤੀ, So- ਤੁਹਾਡੀ ਪਰਸਨੈਲਿਟੀ ਨੂੰ ਕਿਵੇਂ ਇੰਪੈਕਟ ਕੀਤਾ, ਮੈਨੂੰ ਜੇ ਦੱਸ ਸਕੋ ਤਾਂ। ਮੈਂ ਇਹ ਤਾਂ ਤੁਸੀਂ ਦੱਸ ਦਿੱਤਾ ਕਿ ਕੈਲ ਦੀਆਂ ਇਹ ਸਿਫਤਾਂ ਨੇ, ਤੁਹਾਡੇ ਆਬਵੀਅਸਲੀ ਤੁਹਾਡੇ ਨਾਲ ਹੋਰ ਬੱਚੇ ਵੀ ਹੋਣਗੇ, ਰਾਈਟ? ਉਹਨਾਂ ਤੇ ਵੀ ਤੁਸੀਂ ਇੰਪੈਕਟ ਦੇਖਦੇ ਹੋ? Yeah, because I think ਸਾਰਿਆਂ ਤੋਂ ਜ਼ਰੂਰੀ ਇਹ ਆ ਕਿ you lead by example. So ਜਿਹੋ ਜਿਹਾ Cal ਆ, we all want to be a little bit like him. We can't be like him for, you know, the sacrifices he's made, the things he's done. But I think ਜਦੋਂ ਤੁਸੀਂ ਚੰਗੇ ਲੋਕਾਂ ਨਾਲੇ ਰਹਿੰਦੇ ਆ, ਚੰਗੀ ਸੋਚ ਵਾਲੇ ਲੋਕਾਂ ਨਾਲੇ, ਜਿਹੜੇ ਚੰਗੇ ਕੰਮ ਕਰਦੇ ਆ, ਆਟੋਮੈਟਿਕਲੀ ਤੁਹਾਡਾ ਵੀ ਉਹੀ ਮਨ ਕਰਦਾ ਹੈ ਕਿ ਅਸੀਂ ਵੀ ਇਹੋ ਜਿਹੀ ਚੀਜ਼ਾਂ ਕਰੀਏ। So I think ਮੇਰਾ ਪਰਸਨੈਲਿਟੀ, ਜਿਹੜੀ ਸਾਡੀ ਟੀਮ ਆ, ਸਾਰਿਆਂ ਨੂੰ ਬਹੁਤ ਪੋਜ਼ਿਟਿਵਲੀ ਇੰਪੈਕਟ ਕੀਤਾ ਹੈ Cal ਨਾਲੇ, ਜਿਸ ਕਰਕੇ ਅਸੀਂ ਸਾਰੇ you know, ਬੇਸ਼ੱਕ ਵੀਕਐਂਡ ਆ, ਵੀਕਡੇ ਆ, ਜਦੋਂ ਵੀ ਆ, we get out there, we run our programs, because ਸਾਨੂੰ ਇਹੋ ਜਿਹੀ ਸਿੱਖਿਆ ਦਿੱਤੀ ਹੋਈ ਹੈ। So ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੋਤੀ। Yeah, thank you. Thanks, kiddo. ਥੈਂਕ ਯੂ। ਮੈਨੂੰ ਯਾਦ ਆ ਰਹੀ ਇੱਕ ਗੱਲ, ਮੈਨੂੰ ਲੱਗਦਾ ਸ਼ਾਇਦ ਕਿਤੇ ਪਹਿਲਾਂ ਮੈਂ ਸ਼ੇਅਰ ਕੀਤੀ ਜਾਂ ਨਹੀਂ ਕੀਤੀ, ਮੈਂ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਣਾ ਚਾਹੁੰਦੀ, Cal ਨੂੰ ਵੀ ਰਿਮਾਈਂਡ ਕਰਾਉਣਾ ਚਾਹੁੰਦੀ ਹਾਂ। ਮੇਰਾ ਆਪਣਾ ਬੇਟਾ ਜਦੋਂ 5 ਸਾਲ ਦਾ ਸੀ, ਅਤੇ ਮੈਂ ਐਵੇਂ ਹੀ ਬਸ ਦਿਖਾਉਂਦੀ ਹੁੰਦੀ ਸੀ ਕਿ ਕਿਉਂਕਿ ਬੱਚਿਆਂ ਨੂੰ ਹੁੰਦਾ ਨਾ ਪੁਲਿਸ ਆਫਿਸਰ ਬਣਨਾ, ਅਤੇ ਮੈਂ ਆਪਣੇ ਬੇਟੇ ਨੂੰ ਉਸ ਵੇਲੇ ਜਦ 4-5 ਸਾਲ ਦਾ ਸੀ, ਅਤੇ ਮੈਂ ਉਦੋਂ Cal ਦੀਆਂ ਪਿਕਚਰਸ ਦਿਖਾਈਆਂ, ਐਂਡ ਹੀ ਵਾਜ਼ ਸੋ ਇੰਪਰੈਸਡ। ਐਂਡ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਆਇਆ, ਕਹਿੰਦਾ ਕਿ ਮੈਂ Cal ਨੂੰ ਹਰਾਉਣਾ ਚਾਹੁੰਦਾ ਹੈ। ਐਂਡ ਮੇਰਾ Cal ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਇੰਟਰੈਕਸ਼ਨ ਨਹੀਂ ਸੀ, ਕਦੇ ਮੇਰੀ ਗੱਲ ਨਹੀਂ ਸੀ ਹੋਈ, ਅਤੇ ਮੈਂ ਫੇਸਬੁੱਕ 'ਤੇ ਮੈਸੇਂਜਰ ਦੇ ਰਾਹੀਂ ਇਹਨਾਂ ਨੂੰ ਮੈਸੇਜ ਭੇਜਿਆ। ਮੈਂ ਕਿਹਾ ਵੀ ਮੇਰਾ ਇੰਨਾ ਛੋਟਾ ਬੱਚਾ ਆ, ਉਹਦੇ ਮਨ ਦੇ ਵਿੱਚ ਇਹ ਹੈ ਕਿ ਜਿਹੜਾ ਬੰਦਾ ਸਟਰੋਂਗ ਬੰਦਾ ਆ ਕੋਈ, ਕਿਉਂਕਿ ਉਹਨੇ ਸਿਰਫ ਪਿਕਚਰਸ ਦੇਖੀਆਂ ਕਿ ਵੀ ਮੈਂ ਉਸ ਬੰਦੇ ਨੂੰ ਹਰਾ ਸਕਦਾ। ਮੈਂ ਕਿਹਾ ਮੇਰੇ ਬੱਚੇ ਦੇ ਮਨ 'ਚ ਇਹ ਗੱਲ ਹੈ, ਅਤੇ ਉਹ ਤੁਹਾਡੇ ਨਾਲ ਰੇਸ ਲਾਉਣੀ ਚਾਹੁੰਦਾ ਹੈ। ਅਤੇ Cal ਨੇ ਖਾਸ ਕਰਕੇ ਉਦੋਂ ਬੇਅਰ ਕ੍ਰੀਕ ਪਾਰਕ ਦੇ ਵਿੱਚ ਇੱਕ ਸੈਟਰਡੇ ਰੱਖਿਆ, ਅਤੇ ਉਸ 5 ਸਾਲ ਦੇ ਬੱਚੇ ਦੇ ਨਾਲ ਦੌੜ ਲਾਈ, ਅਤੇ ਉਸ ਬੱਚੇ ਨੂੰ ਜਿਤਾਇਆ ਵੀ। ਇਹ ਮੇਰੇ ਲਈ ਵੀ ਪਰਸਨਲ ਤੌਰ ਦੇ ਉੱਤੇ ਬਹੁਤ ਵਧੀਆ ਐਕਸਪੀਰੀਅੰਸ ਸੀ। ਹੁਣ ਤੱਕ ਮੈਂ ਉਹ ਜਿਹੜੇ ਮੈਸੇਂਜਰ ਦੇ ਮੈਸੇਜਿਸ ਸਾਂਭ ਕੇ ਰੱਖੇ ਹੋਏ ਆ। ਵਾਕਈ ਜਿਹੜੀ ਗੱਲ ਜੋਤੀ ਕਹਿ ਕੇ ਗਏ ਆ, ਮੈਂ ਉਸ ਚੀਜ਼ ਨਾਲ ਕੋਰਿਲੇਟ ਕਰ ਸਕਦੀ ਹਾਂ। ਅਗਲੇ ਲਿਸਨਰ ਨੇ ਸਾਡੇ ਨਾਲ ਮਿਸਟਰ ਜੋ। ਮਿਸਟਰ ਜੋ, ਜੀ ਆਇਆਂ ਨੂੰ। ਨਵਜੋਤ ਜੀ, ਤੁਹਾਨੂੰ ਤੇ ਭਾਈ ਸਾਹਿਬ ਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਸ਼ੁਕਰੀਆ ਨਵਜੋਤ ਜੀ, ਮੇਰਾ ਤੁਹਾਨੂੰ ਪਤਾ ਹੋਣਾ ਕਿ ਬਹੁਤ ਲੋਕਾਂ ਨਾਲ ਬਹੁਤ ਡਿਫਰੈਂਟ ਪਰਸਨੈਲਿਟੀ, ਜੱਜਸ, ਲਾਇਰਸ, all kind of people, even police officers.
but I'll tell you one thing. ਜੀ ਜਿਹੜਾ ਭਾਈ ਸਾਹਿਬ ਆਪਣੇ ਇਹੋ ਆਏ ਆ ਨਾ, ਜੀ ਇਦਾਂ ਦੀ ਪਰਸਨੈਲਿਟੀ, ਇਦਾਂ ਦੀ ਸੋਚ, ਇਦਾਂ ਦੀ ਵਿਜ਼ਨ, ਇਦਾਂ ਦੇ ਕੰਪੈਸ਼ਨੇਟ, ਇਦਾਂ ਦਾ ਹਾਰਟਫੈਲਟ ਲਵ, it's very rare. Matter of fact, it's just about impossible to find. ਇਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਨਾ, it's just amazing personality. ਇਹਨਾਂ ਦੀ ਜਿਹੜੀ ਦੇਣ ਆ, ਜਿਹੜੀ ਇਹਨਾਂ ਦੀ ਡੈਡੀਕੇਸ਼ਨ ਆ, ਮਤਲਬ it's just incredible. ਸਿਰਫ ਇਹਨਾਂ ਲਈ 1 2 3 ਕੁਐਸਚਨ ਆ ਸਿਰਫ, ਜੀ ਉਹ ਉਹਨਾਂ ਨੂੰ ਹੁਣ ਦੀ ਦੇਣ ਦੀ ਲੋੜ ਨਹੀਂ, ਜੇ ਦਿਲ ਇਹਨਾਂ ਦਾ ਕਰੇ ਤਾਂ ਮਤਲਬ ਇਹ ਆਨਸਰ ਦੇ ਦੇਣ, ਨਾ ਮੈਂ ਫੋਨ ਰੱਖ ਦਊਂਗਾ, ਜੇ ਨਾ ਦਿਲ ਕਰੇ ਤਾਂ ਨਾ ਦੇਣ। ਅਕਾਲ ਸਾਹਿਬ ਜੀ, ਤੁਸੀਂ ਮਤਲਬ ਸਭ ਕੁਛ ਇਹ ਸਮਝ ਲਓ ਆਪਣੀ ਜਿਹੜੀ ਜਰਨੀ ਹੈਗੀ ਆ ਪੂਰੀ ਕਰਕੇ ਜਾ ਰਹੇ ਇਸ ਦੁਨੀਆ ਤੋਂ, ਸਭ ਕੁਛ ਨਾਲ ਲੈ ਕੇ ਜਾ ਰਹੇ ਆ। ਸਿਰਫ ਤੁਹਾਨੂੰ ਚਾਂਸ ਦਿੱਤਾ ਜਾਂਦਾ ਆ ਸਿਰਫ ਹਾਇਰ ਪਾਵਰ ਤੋਂ, ਫਿਰ ਤੁਸੀਂ 3 ਚੀਜ਼ਾਂ ਛੱਡ ਕੇ ਜਾਂ 3 ਮੈਸੇਜ ਛੱਡ ਦੇ ਕੇ ਜਾਓ ਆਪਣੀ ਰੈਸਟ ਦੇ ਜਿਹੜੇ ਸੱਭਿਆਚਾਰ ਆ, ਮਤਲਬ ਲੋਕਾਂ ਨੂੰ, ਉਹ ਕਿਹੜੇ ਹੋਣਗੇ? ਥੈਂਕ ਯੂ ਵੈਰੀ ਮਚ ਨਵਜੋਤ ਜੀ, ਤੇ ਥੈਂਕ ਯੂ ਵੈਰੀ ਮਚ ਭਾਈ ਸਾਹਿਬ, ਤੁਸੀਂ ਏਅਰ ਤੇ ਆ ਕੇ and showing us what the human being is like. It's not the police officer, it's not the other person, whatever the title we have. We are dealing with a really, really pure soul or conscious. You can tell from his laugh. He's genuine. Thank you. Exactly. Mr. Josh, ਸ਼ੁਕਰੀਆ। ਹਾਂਜੀ, ਇਹਨਾਂ ਦੇ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਹੋ ਤੁਸੀਂ? ਬਿਲਕੁਲ ਸ਼ੋਰ। ਪਹਿਲਾ ਪ੍ਰਿੰਸੀਪਲ ਜਿਹਦੇ ਬਾਰੇ ਗੱਲ ਕਰਦੇ, 3 ਚੀਜ਼ਾਂ ਜਿਹੜੀਆਂ ਮੈਂ ਛੱਡ ਕੇ ਜਾਊਂਗਾ ਲੈਸਨ ਦੇ ਤੌਰ ਤੇ। ਪਹਿਲਾ ਲੈਸਨ ਇਹ ਆ, ਸਾਰਾ ਕੁਛ ਇੱਥੇ ਰਹਿ ਜਾਣਾ ਆ। ਰਾਈਟ, ਜਿਹੜੇ ਪੈਸੇ ਦੀ ਦੌੜ ਭੱਜ ਪਈ ਆ ਸਾਰਿਆਂ ਨੂੰ, ਕਿ ਇਹ ਨਾ ਸੋਚੋ ਕਿ ਜਿੰਨਾ ਜ਼ਿਆਦਾ ਕਲੈਕਟ ਕਰ ਸਕਦੇ ਆ ਕਿ ਉਨੇ ਜ਼ਿਆਦਾ ਅਮੀਰ ਆ ਤੁਸੀਂ। ਅਮੀਰੀ ਇਸ ਕੰਮਾਂ ਦੇ ਵਿੱਚ ਨਹੀਂ, ਅਮੀਰੀ ਤੁਹਾਡੀ ਸੋਚ ਦੇ ਵਿੱਚ ਆ, ਤੁਹਾਡੇ ਅਸੂਲਾਂ ਦੇ ਵਿੱਚ ਆ। ਆਪਣੇ ਜ਼ਮੀਰ 'ਤੇ ਖੜੇ ਰਹੋ, ਆਲਵੇਜ਼ ਕੀਪ ਅ ਪ੍ਰੋਮਿਸ। ਪਹਿਲਾ ਲੈਸਨ ਇਹ ਆ। ਦੂਜਾ ਲੈਸਨ ਇਹ ਆ, ਲਿਵ ਇਨ ਦ ਮੋਮੈਂਟ। ਆਪਾਂ ਕਦੇ ਪਾਸਟ ਬਾਰੇ ਸੋਚ ਕੇ ਡਿਪਰੈਸ ਹੋ ਜਾਂਦੇ ਆ, ਫਿਊਚਰ ਬਾਰੇ ਸੋਚ ਕੇ ਡਿਪਰੈਸ ਹੋ ਜਾਂਦੇ ਆ, ਐਂਗਜ਼ਾਇਟੀ ਹੋ ਜਾਂਦੀ ਆ, ਜਾਂ ਕਿੱਦਾਂ ਹੋਊਗੀ, ਕਿਹੜੇ ਪਲਾਨ ਆਪਾਂ ਬਣਾਓਗੇ, ਇਹ ਸਾਰਾ ਕੁਛ ਇੱਥੇ ਰਹਿ ਜਾਣਾ ਵਾਂਸ ਅਗੇਨ। ਸੋ ਲਿਵ ਇਨ ਦ ਮੋਮੈਂਟ, ਦ ਪ੍ਰੈਜ਼ੈਂਟ ਮੋਮੈਂਟ। ਨਿਆਣੇ ਖੇਲਦੇ ਉਹਨਾਂ ਨਾਲ ਖੇਲੋ, ਰਾਈਟ, ਪਿਆਰ ਦੇ ਨਾਲ ਸਾਰਿਆਂ ਦੇ ਨਾਲ ਗੱਲਾਂ ਕਰੋ, ਸਾਰਿਆਂ ਨੂੰ ਕੁਛ ਨਾ ਕੁਛ ਲੈਸਨ ਦੇਣ ਦੀ ਕੋਸ਼ਿਸ਼ ਕਰੋ, ਜਾਂ ਆਪ ਸਿੱਖਣ ਦੀ ਕੋਸ਼ਿਸ਼ ਕਰੋ, ਰਾਈਟ। ਯੂ ਕੈਨ ਆਲਵੇਜ਼ ਲਰਨ ਸਮਥਿੰਗ ਫਰਮ ਸਮਬਡੀ। ਤੀਜਾ ਲੈਸਨ ਕਿ ਐਵਰੀ ਹਿਊਮਨ ਬੀਇੰਗ ਕਾਊਂਟਸ, ਐਵਰੀਵਨ ਇਜ਼ ਸਪੈਸ਼ਲ ਇਨ देयर ਓਨ ਵੇ। ਉਹ ਆਲ ਸ਼ੇਅਰ ਅ ਸਟੋਰੀ ਅਬਾਊਟ ਦੈਟ ਵਨ। ਇੱਕ ਛੋਟਾ ਜਿਹਾ ਲੜਕਾ ਬੀਚ 'ਤੇ ਤੁਰਿਆ ਜਾਂਦਾ ਸੀ ਅਤੇ ਪਾਣੀ ਛੇਤੀ ਨਿਕਲ ਗਿਆ, ਜਿਹੜਾ ਟਾਇਡ ਹੁੰਦਾ ਆ, ਟਾਇਡ ਛੇਤੀ ਨਿਕਲ ਗਿਆ ਅਤੇ ਲੱਖ ਹਜ਼ਾਰਾਂ ਮੱਛੀਆਂ ਬੀਚ ਉੱਤੇ ਲੰਮੀਆਂ ਪਈਆਂ, ਤੜਫਦੀਆਂ ਮਾਰੀਆਂ ਆ। ਇਹ ਬੱਚੇ ਕੋਲ ਦੇਖ ਨਹੀਂ ਹੋਇਆ ਅਤੇ ਇੱਕ ਚੱਕ ਕੇ ਅਤੇ ਵਾਪਸ ਸਮੁੰਦਰ ਵਿੱਚ ਪਾਈ ਜਾਂਦਾ ਆ, ਇੱਕ ਚੱਕ ਕੇ ਅਤੇ ਵਾਪਸ ਸਮੁੰਦਰ ਵਿੱਚ ਪਾਈ ਜਾਂਦਾ। ਦੂਜੇ ਪਾਸਿਓਂ ਇੱਕ ਬਜ਼ੁਰਗ ਤੁਰਿਆ ਆ ਅਤੇ ਉਹ ਬੱਚੇ ਵੱਲ ਦੇਖ ਕੇ ਅਤੇ ਸਿਰ ਮਾਰਿਆ ਕਿ ਇਹ ਬੱਚਾ ਕਰ ਕੀ ਰਿਹਾ ਆ। ਬੱਚੇ ਦਾ ਸਿਰ ਫਿਰ ਗਿਆ ਕਿ ਬੱਚੇ ਨੂੰ ਇਹ ਨਹੀਂ ਦੱਸਦਾ ਕਿ ਲੱਖ ਹਜ਼ਾਰਾਂ ਮੱਛੀਆਂ ਪਈਆਂ ਅਤੇ ਇੱਕ ਤੜਫ ਕੇ ਮਾਰੇ ਆ, ਅਤੇ ਕਿੰਨੀਆਂ ਨੂੰ ਬਚਾ ਲਓ, ਕੀ ਫਰਕ ਪੈਣਾ ਆ। ਉਹ ਜਦ ਬਜ਼ੁਰਗ ਇਹਦੇ ਕੋਲ ਪਹੁੰਚਿਆ ਬੱਚੇ ਦੇ ਕੋਲ, ਅਤੇ ਬਾਹੋਂ ਫੜ ਕੇ ਅਤੇ ਬੱਚੇ ਨੂੰ ਹਲੂਣਾ ਦਿੱਤਾ ਅਤੇ ਕਿਹਾ ਆਲੇ ਦੁਆਲੇ ਦੇਖ, ਰਾਈਟ, ਇੰਨੀਆਂ ਮੱਛੀਆਂ ਤੜਫਦੀਆਂ ਆ, ਮਾਰੀਆਂ ਆ, ਅਤੇ ਤੂੰ ਆਪਣੀ ਸੋਚ ਦੇ ਵਿੱਚ ਇੱਕ ਚੱਕ ਕੇ ਅਤੇ ਵਾਪਸ ਸਮੁੰਦਰ ਵਿੱਚ ਪਾਈ ਜਾਂਦਾ ਹੈ, ਅਤੇ ਕੀ ਫਰਕ ਪੈਣਾ ਆ, ਰਾਈਟ, ਕਿੰਨੀਆਂ ਨੂੰ ਬਚਾ ਲਓ। ਬੱਚੇ ਨੇ ਰਿਸਪੌਂਸ ਵਿੱਚ ਇੱਕ ਮੱਛੀ ਚੱਕੀ, ਸਮੁੰਦਰ ਦੇ ਵਿੱਚ ਪਾਈ, ਅਤੇ ਬਜ਼ੁਰਗ ਨੂੰ ਕਹਿੰਦਾ ਇਹਨੂੰ ਪੁੱਛ ਕੀ ਫਰਕ ਪੈਂਦਾ ਆ, ਰਾਈਟ। ਇਹੀ ਆ ਕਿ ਹਰੇਕ ਜੀਵਨ, ਹਰੇਕ ਕਹਾਣੀ ਮੈਨੇ ਰੱਖਣੀ ਚਾਹੀਦੀ ਹੈ। ਇਟਸ ਇੰਪੋਰਟੈਂਟ। ਹਰੇਕ ਹਿਊਮਨ ਬੀਇੰਗ ਦੇ ਕੋਲ ਕੋਈ ਨਾ ਕੋਈ ਕੁਛ ਹੈਗਾ ਆ ਜਿਸ ਤੋਂ ਤੁਸੀਂ ਸਿੱਖ ਸਕਦੇ ਆ, ਪਰ ਹਰੇਕ ਹਿਊਮਨ ਬੀਇੰਗ ਹੈਲਪ ਕਰਨ ਦੀ ਵੀ ਤੁਹਾਡੇ ਵਿੱਚ ਕਪੈਸਿਟੀ ਹੈਗੀ ਆ। ਵੱਡਾ ਹੋਵੇ ਜਾਂ ਛੋਟਾ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ, ਇਟ ਡਜ਼ਨਟ ਮੈਟਰ। ਆਪਣੇ ਵੱਲੋਂ ਜੋ ਕੁਝ ਤੁਸੀਂ ਕਰ ਸਕਦੇ ਤੇ ਕਰੋ ਜੀ। ਇੱਕ ਕਾਲਰ ਹੋਰ ਲੈ ਲਈਏ ਆਪਾਂ। ਸ਼ੋਰ। ਹਾਂਜੀ ਨਵਤੇਜ ਜੀ, ਹੈਲੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਨਵਤੇਜ ਇੱਥੋਂ ਮੈਂ ਨਿਊਜ਼ੀਲੈਂਡ ਤੋਂ ਬੋਲ ਰਿਹਾ। ਕਿੱਥੋਂ? ਨਿਊਜ਼ੀਲੈਂਡ ਤੋਂ? ਦੈਟਸ ਨਾਈਸ। ਹਾਂਜੀ, ਨਿਊਜ਼ੀਲੈਂਡ ਤੋਂ ਬੋਲ ਰਿਹਾ। ਹਾਂਜੀ ਹਾਂਜੀ। ਇੱਧਰ ਤੁਹਾਡੇ ਨਾਲ ਜਿਹੜੇ ਬੰਦੇ ਬੈਠੇ ਆ, he is a source of inspiration for people world over। ਮੈਂ ਇਹ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਇਹ ਬੰਦਾ ਸੱਚੀ ਆਪਣੀ ਕਮਿਊਨਿਟੀ ਦਾ ਗਹਿਣਾ ਆ। ਸੋ ਕੱਲ ਭਾਜੀ ਸਤਿ ਸ਼੍ਰੀ ਅਕਾਲ। Navtej, how are you?
Okay, is he your friend? Yes, on Very Facebook. good. Yes, so we Facebook friend. Facebook friend. Not only that, we met a few years back when he was here visiting. Oh, wow. And he put out an invitation. He goes, "Please come to New Zealand and let's put on some presentations for the Sikh community there." Wow. I've always made him that promise, but I've never fulfilled it yet. But I will. I promise you, I will. ਅੱਜ on air promise ਹੋ ਗਿਆ, ਹੁਣ ਤਾਂ ਪੂਰਾ ਕਰਨਾ ਹੀ ਪੈਣਾ। On witness ਬਣ ਗਿਆ। ਸਹੀ ਗੱਲ ਹੈ। ਇਹਨਾਂ ਦਾ ਸਹੀ ਗੱਲ ਹੈ, ਇਹਨਾਂ ਦਾ ਕਸੂਰ ਨਹੀਂ, ਆਪਾਂ ਕੋਵਿਡ ਨੂੰ ਬਲੇਮ ਕਰ ਦੇਣਾ। ਮੈਂ ਤੁਹਾਨੂੰ ਦੱਸਾਂ ਇਹ ਵੀ ਠੀਕ ਹੈ। ਹਾਂਜੀ, I'm okay with that. ਚਲੋ ਜੀ, ਕੋਵਿਡ ਨੂੰ ਬਲੇਮ ਕਰ। Yeah, now we did make plan, but now naturally ਤੁਸੀਂ ਥੋੜਾ ਆਪਣਾ ਕੋਵਿਡ ਦਾ ਸਾਫ਼ ਕਰੋ ਸਾਰਾ, ਫਿਰ ਆਪਾਂ ਇਕੱਠੇ ਹੋ ਕੇ ਇੱਕ ਦੂਜੇ ਨੂੰ ਬੁਲਾਉਣਾ ਸ਼ੁਰੂ ਕਰੀਏ and get going on that. But yeah, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਸੀਗਾ ਕਿ you never know, ਜਿੱਦਾਂ ਹੁਣ ਭਾਜੀ ਹੁਣਾਂ ਨੇ ਜਿਹੜਾ ਇਹੋ ਜਰਨੀ ਆਪਣੀ ਦੇ through the way he's actually been able to establish a program, ਕਿਉਂਕਿ ਆਪਣੇ ਜਿੱਥੋਂ ਆਪਾਂ ਤੁਰੇ ਆ ਨਾ, ਆਪਾਂ ਬਹੁਤ ਵਾਇਲੈਂਟ ਕਹਿੰਦੇ ਹੁੰਦੇ ਨਾ, there's been so many invasions back in Punjab over the centuries ਕਿ ਅਸੀਂ ਜਦ ਤੱਕ ਸੈਟਲ ਹੋਏ ਆ ਹੌਲੀ ਹੌਲੀ ਅਸੀਂ ਪੀਸਫੁਲ ਇਹਨਾਂ ਕੰਟਰੀਜ਼ ਦੇ ਵਿੱਚ ਟ੍ਰਾਂਜੀਸ਼ਨ ਦਿੰਦੇ ਆ। ਹਜੇ ਸਾਨੂੰ ਇੱਕ ਪੀੜ੍ਹੀ ਜਾਂ 2 ਪੀੜ੍ਹੀ ਲੱਗਣੀ ਆ। ਟਰੂਲੀ ਇਫ ਯੂ ਥਿੰਕ ਪੁੱਟ ਥਿੰਗਸ ਇਨ ਪਰਸਪੈਕਟਿਵ, ਤੇ ਸਾਡੇ ਲਈ ਹਥਿਆਰ ਚੱਕਣਾ ਜਿਹੜਾ ਆ, ਇਟਸ ਨੋਟ ਅ ਬਿਗ ਥਿੰਗ। ਅਸੀਂ ਜਿਹੜਾ ਹਥਿਆਰਾਂ ਤਾਂ ਖੇਡਦੇ ਆਏ ਆ ਸਾਰੀਆਂ, ਮਤਲਬ ਕਿ ਇਫ ਯੂ ਲੁੱਕ ਐਟ ਇੰਟ੍ਰਿੰਸਿਕ ਜਿਹੜਾ ਸਾਡਾ ਲਾਈਫ ਸਟਾਈਲ ਆ, and you need people like him who bring the balancing act with the modern techniques and ways of the future ਜੋ ਕਿ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ। ਸੋ ਇਹ ਇੱਕ ਬਹੁਤ ਇੰਪੋਰਟੈਂਟ ਭਾਜੀ ਹੋਣਾ ਦੀ ਜਿਹੜੀ ਸੋਚ ਆ, I feel ਕਿ ਇਹ ਗਲੋਬਲੀ ਆਪਣੀ ਕਮਿਊਨਿਟੀ ਦੇ ਵਿੱਚ ਕਨੈਕਟ ਹੋਣੀ ਚਾਹੀਦੀ ਆ, and that's why I'm actually a fan of his and his work, because I do strongly believe that ਇਸ ਦੀ ਜਗ੍ਹਾ ਨਿਊਜ਼ੀਲੈਂਡ, ਆਸਟ੍ਰੇਲੀਆ, ਬਾਕੀ ਮੁਲਕਾਂ ਦੇ ਵਿੱਚ ਵੀ ਆ, ਕਿਉਂਕਿ ਸਾਡਾ ਜਿਹੜਾ ਬੱਚਾ ਆ ਉਹ ਬੜੀ ਛੇਤੀ, ਮੈਂ ਬਾਕੀਆਂ ਦੇ ਕੰਪੈਰੀਟਿਵ ਵੀ ਦੇਖਿਆ, ਅਸੀਂ ਇੱਕਦਮ ਐਕਸਟ੍ਰੀਮਲੀ ਜਿਹੜਾ ਨਾ ਕਈ ਵਾਰ ਐਸੇ ਸਟੈਪਸ ਲੈ ਜਾਂਦੇ। ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਸ਼ੁਰੂ ਹੋ ਗਿਆ ਜਿੱਦਾਂ ਤੁਹਾਡੀ ਕਮਿਊਨਿਟੀ ਦੇ ਵਿੱਚ। ਹੁਣ ਦੇਖੋ, ਇੱਕ ਸੋਚਣ ਵਾਲੀ ਗੱਲ ਆ, ਕਦੀ ਕਿਸੇ ਮਾਂ-ਬਾਪ ਨੇ ਸੋਚਿਆ ਸੀਗਾ ਜਿਹੜੇ ਗੱਡਿਆਂ ਤੇ ਬੈਠੇ ਸੀ ਸਾਡੇ, ਭਾਵੇਂ ਦੁਆਬੇ ਬੈਠੇ, ਕਿ ਉਹਨਾਂ ਦਾ ਪੋਤਾ ਜਿਹੜਾ ਖੀਰ ਦੇ ਵਿੱਚ ਬੰਦੂਕ ਦੇ ਨਾਲ ਇੱਕ ਦੂਜੇ ਨੂੰ ਗੋਲੀ ਦੇ ਨਾਲ ਮਾਰਦੇ ਗਏ ਅੰਮ੍ਰਿਤਸਰ ਦੇ ਬਾਰਡਰ ਦੇ ਉੱਤੇ। Those are not dreams that are people actually kind of, you know, ਮੈਂ ਅੰਡਰਸਟੈਂਡ ਕਰਦੀ ਹਾਂ। ਮੈਂ ਇਸ ਗੱਲ ਦੇ ਤੁਹਾਡੇ ਬਿਲਕੁਲ ਨਾਲ ਹਾਂ ਕਿ ਜੇ ਕੈਲ ਵਰਗੇ ਲੋਕ ਹੈਗੇ ਆਪਣੀ ਕਮਿਊਨਿਟੀ ਦੇ ਵਿੱਚ, ਉਹਨਾਂ ਨੂੰ ਆਪਣੇ ਪ੍ਰੋਗਰਾਮਸ ਹੋਰ ਐਕਸਪੈਂਡ ਕਰਨੇ ਚਾਹੀਦੇ ਆ। ਸਮੇਂ ਦੀ ਘਾਟ ਹੈ, ਮੈਨੂੰ ਵਾਈਂਡ ਅਪ ਕਰਨੀ ਪੈਣੀ ਹੈ ਗੱਲਬਾਤ ਇੱਥੇ। ਤੁਸੀਂ ਕਾਲ ਕੀਤੀ ਹੈ, ਸ਼ੁਕਰੀਆ। I love you buddy, thank you। No problem, thank you ਭਾਜੀ। ਬਹੁਤ ਸਾਰੇ ਹੋਰ ਕਾਲਰਸ ਨੇ ਜਿਹੜੇ ਗੱਲ ਕਰਨਾ ਚਾਹੁੰਦੇ ਆ। ਪਲੀਜ਼ ਜੇ ਤੁਸੀਂ 20 ਸੈਕਿੰਡ ਦੇ ਵਿੱਚ ਆਪਣੀ ਗੱਲ ਕਹਿ ਸਕੋ ਤਾਂ ਬੈਟਰ ਰਹੇਗਾ, ਕਿਉਂਕਿ ਮੈਂ ਸਾਰੇ ਕਾਲਰਸ ਲੈ ਵੀ ਨਹੀਂ ਸਕਾਂਗੀ। ਕੈਸਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੈਸਰ ਜੀ। ਹਾਂਜੀ ਭਾਈ, ਮੈਂ ਸਿਰਫ 1 ਸੈਕਿੰਡ 'ਚ ਮੁਕਾ ਦੇਣੇ ਕਿ ਜੇ ਮਤਲਬ ਕਿ ਬਹੁਤ ਅੱਛਾ ਕੰਮ, ਬਹੁਤ ਪਹਿਲੇ ਵੀ ਮੈਂ ਇਹਨਾਂ ਨੂੰ ਸੁਣਦੀ ਰਹੀ ਹਾਂ, ਹੁਣ ਵੀ ਅਕਸਰ, ਲੇਕਿਨ ਅੱਜ ਵੀ। ਲੇਕਿਨ ਮੇਰੇ ਦਿਲ 'ਚ ਇੱਕ ਸਵਾਲ ਪੈਦਾ ਹੈ ਕਿ ਜਿਸ ਬੱਚੇ ਨੇ ਇਹਨਾਂ ਨੂੰ ਸਿੱਧੇ ਰਾਹ ਪਾਇਆ, ਉਹ ਕਿਉਂ ਇਗਨੋਰ ਹੋ ਗਿਆ? ਉਹਨੂੰ ਤਾਂ ਪਹਿਲੇ ਲੱਭ ਕੇ ਉਹਦੀ ਸਲਾਹ ਕਰਨੀ ਚਾਹੀਦੀ ਸੀ। ਜਿੱਦਾਂ ਮਾਂ ਵੀ ਸਿਰ 'ਤੇ ਨਹੀਂ ਸੀ, ਜਿਹਦਾ ਬਾਪ ਨਹੀਂ ਸੀ, ਉਹਦੀ ਸਲਾਹ ਜ਼ਰੂਰ ਹੋਣੀ ਚਾਹੀਦੀ ਸੀ। ਇਹ ਮੇਰੇ ਦਿਲ 'ਚ ਅਫਸੋਸ ਜਿਹਾ ਲੱਗਾ ਕਿ ਉਹਨੂੰ ਨਹੀਂ ਸੀ ਭੁੱਲਣਾ ਚਾਹੀਦਾ, ਪਹਿਲੇ ਨੰਬਰ 'ਤੇ ਉਹਦੀ ਸਲਾਹ ਹੋਣੀ ਚਾਹੀਦੀ। ਸ਼ੁਕਰੀਆ ਜੀ ਟਾਈਮ ਦੇਣ ਦਾ। ਜੀ, ਮੈਂ ਸਹਿਮਤ ਹਾਂ ਨਾਲ, ਬਿਲਕੁਲ ਸਹਿਮਤ ਹਾਂ ਇਹਨਾਂ ਦੇ ਨਾਲ। ਪਰ ਗੱਲ ਇਹ ਹੈ ਨਵਜੋਤ, ਉਹੀ ਮੈਂ ਇਹਨਾਂ ਨੂੰ ਵੀ ਸਮਝਾਉਣਾ ਮੰਗਦਾ ਕਿ ਇਸ ਤਰ੍ਹਾਂ ਦੇ ਇੰਨੇ ਹਾਦਸੇ ਹੁੰਦੇ ਆ, ਇਸ ਤਰ੍ਹਾਂ ਦੀਆਂ ਇੰਨੀਆਂ ਲੱਖ ਹਜ਼ਾਰਾਂ ਸਿਚੁਏਸ਼ਨਸ ਆ, ਉੱਥੇ ਨਹੀਂ ਭੁੱਲਣਾ ਚਾਹੀਦਾ। ਪਰ ਸਿਸਟਮ ਵਿੱਚ ਹੀ ਬੱਚਾ ਗਵਾਚ ਜਾਂਦਾ ਆ, ਅਤੇ ਉਹ ਬੱਚੇ ਨੂੰ ਵੀ ਲੱਭਣਾ ਇਹ ਬਹੁਤ ਔਖਾ ਆ। ਸੋ ਪਰ ਜੋ ਕੁਛ ਬੱਚਾ ਮੇਰੇ ਵਰਗੇ ਕਰ ਗਿਆ, ਤੁਸੀਂ ਇਹੀ ਸੋਚ ਲਓ ਕਿ ਜੋ ਕੁਛ ਅੱਜ ਮੈਂ ਕਰ ਆਇਆ ਅਤੇ ਉਹ ਬੱਚੇ ਕਰਕੇ ਕਰ ਰਿਹਾ, ਅਤੇ ਹੋਰ ਕਿੰਨੇ ਬੱਚਿਆਂ ਦੀ ਹੈਲਪ ਉਹਦੇ ਕਰਕੇ ਹੋਏ। ਅਮਰ ਸਿੰਘ ਜੀ, 30 ਸੈਕਿੰਡ ਪਲੀਜ਼। ਹਾਂਜੀ, ਮੈਂ ਤਾਂ ਕੁਇਕਲੀ ਇਹੀ ਕਹਿਣਾ, ਕਨਫਰਮ ਕਰਨਾ ਚਾਹੁੰਦਾ ਕਿ ਯੂ ਨੋ ਇੱਥੇ ਕਹਿੰਦੇ ਆ ਲਿਵ ਵਿਦ ਡਿਗਨਿਟੀ ਐਂਡ ਲੀਵ ਅ ਲੈਗਸੀ ਬਿਹਾਈਂਡ, ਐਂਡ ਹੀ ਡੂਇੰਗ ਇਟ। ਹੀ ਸ਼ੁੱਡ ਬੀ, ਹੀ ਇਜ਼ ਅ ਗੁੱਡ ਰੋਲ ਮਾਡਲ, ਐਂਡ ਇਹਨਾਂ ਨੂੰ ਓਪਨ ਆ ਕੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਰਿਮਾਇੰਡ ਕਰਾਉਂਦੇ ਰਹਿਣਾ ਚਾਹੀਦਾ। ਗੱਲ ਸਿਰਫ ਜੋ ਕਰ ਰਹੇ ਨੇ ਅਤੇ ਜੋ ਸਾਨੂੰ ਕਰਨਾ ਚਾਹੀਦਾ ਕਿ ਆਰ ਯੂ ਬੀਂਗ ਫੇਅਰ ਐਂਡ ਪੋਲਾਈਟ ਇਨ ਯੂਰ ਐਕਸ਼ਨ ਐਂਡ ਬਿਹੇਵੀਅਰ, ਐਂਡ ਹੀ ਇਜ਼ ਡੂਇੰਗ ਦੈਟ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਅਮਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਸ ਮੈਂ ਤਾਂ ਇੰਨਾ ਆਪਣੇ ਆਪ ਨੂੰ ਖੁਦ ਖੁਸ਼ ਸਮਝਦਾ ਕਿ ਮੈਂ ਭਾਜੀ ਹੁਣਾਂ ਨਾਲ ਗੱਲ ਕਰ ਰਿਹਾ ਕੈਲ ਦੇ ਨਾਲ। ਇਹਨਾਂ ਨੂੰ ਬਸ ਚੜ੍ਹਦੀ ਕਲਾ 'ਚ ਰੱਖੇ ਰੱਬ, ਇਹਨਾਂ ਦੇ ਹੱਥਬਾਜੀ ਸਾਰੀ ਬਸ ਇਹਨਾਂ ਦੇ ਵਧੀਆ ਹੀ ਆ, ਸੁਣ ਕੇ ਬਹੁਤ ਰੂਹ ਖੁਸ਼ ਹੋਈ। ਥੈਂਕ ਯੂ ਭਾਜੀ। ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਮਾਫੀ ਚਾਹੁੰਦੀ ਹਾਂ ਬਾਕੀ ਕਾਲਰਸ ਕੋਲੋਂ ਹੋਰ ਕਾਲਸ ਨਹੀਂ ਲੈ ਸਕਦੀ,
ਮੇਰੇ ਕੋਲ ਮਸਾਂ 2 ਮਿੰਟ ਦਾ ਸਮਾਂ ਬਚਿਆ। ਕੱਲ ਇਹ ਗੱਲ ਤਾਂ ਜ਼ਰੂਰ ਹੁੰਦੀ ਹੈ ਕਿ ਜਿਸ ਵੇਲੇ ਤੁਸੀਂ ਕੋਈ ਚੇਂਜਸ ਲਿਆਉਣਾ ਚਾਹੁੰਦੇ ਆ, ਮੈਨੂੰ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਤੁਸੀਂ ਨਾ ਕਿਸੇ ਪੱਧਰ ਦੇ ਉੱਤੇ ਪਾਲਿਸੀ ਮੇਕਿੰਗ ਦੇ ਵਿੱਚ ਜਾਣੇ ਚਾਹੀਦੇ ਹੋ। ਤੁਸੀਂ ਟਰਾਈ ਕੀਤੀ ਸੀਗੀ ਕਾਉਂਸਲਰ ਦੀ ਇਲੈਕਸ਼ਨ ਦੇ ਲਈ, ਉਹ ਤੁਹਾਡੀ ਇੱਕ ਸਫਲ ਕੋਸ਼ਿਸ਼ ਸੀ, ਪਰ ਸਾਨੂੰ ਕਾਫੀ ਆਸਾਂ ਸੀ, ਉਮੀਦਾਂ ਸੀ। ਮੈਨੂੰ ਯਾਦ ਹੈ ਕਿ ਮੈਂ ਸ਼ਰਤ ਵੀ ਹਾਰੀ ਸੀ ਇੱਕ। ਤੁਸੀਂ ਮੈਨੂੰ ਦੱਸਿਆ ਸੀ ਇਸ ਗੱਲ ਬਾਰੇ। ਹਾਂਜੀ, ਹਾਲੇ ਵੀ ਹੈਗੀਆਂ ਪੋਲੀਟੀਕਲ ਐਸਪੀਰੇਸ਼ਨਸ, ਕੁਝ ਕਰਨਾ ਚਾਹੁੰਦੇ ਹੋ? ਨਵਜੋਤ ਦੇਖੋ, ਕਿਉਂਕਿ ਇੱਕ ਗੱਲ ਬਹੁਤ ਚੰਗੀ ਵੀ ਆ ਮਾੜੀ ਵੀ ਹੈ, ਇਹ ਅਕਸਰ ਸਾਡੇ ਕਮਿਊਨਿਟੀ ਦੇ ਵਿੱਚ ਸੋਚਿਆ ਜਾਂਦਾ, ਜੇ ਕੋਈ ਬੰਦਾ ਕਮਿਊਨਿਟੀ ਲਈ ਕੁਝ ਕਰ ਰਿਹਾ ਹੈ, ਕੋਈ ਸੋਸ਼ਲ ਵਰਕ ਕਰ ਰਿਹਾ ਹੈ, ਸਭ ਤੋਂ ਪਹਿਲਾਂ ਉਹਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ। ਉਹੀ ਮੈਂ ਤੁਹਾਨੂੰ ਸਮਝਾਉਣ ਲੱਗਾ ਸੀ ਕਿ ਬਹੁਤ ਸਟਰਗਲ ਆਈ, ਕਿਉਂਕਿ ਲੋਕਾਂ ਨੂੰ ਇਹੀ ਯਕੀਨ ਦਿਲਵਾਉਣਾ ਸੀ ਕਿ ਜਿਹੜੀ ਸੇਵਾ ਹੋ ਰਹੀ ਹੈ ਸੱਚੇ ਮਨੋਂ ਹੋ ਰਹੀ ਹੈ। ਹੁਣ ਤੁਸੀਂ ਦੇਖ ਲਓ, ਤਕਰੀਬਨ 25 ਮੁੰਡੇ ਕੁੜੀਆਂ ਸਾਡੇ ਆਰਗੇਨਾਈਜੇਸ਼ਨ ਵਿੱਚੋਂ ਉੱਠ ਕੇ ਤੇ ਹੁਣ ਪੁਲਿਸ ਅਫਸਰ ਲੱਗੇ ਹੋਏ ਆ। ਉਹਨਾਂ ਨੂੰ ਸਹੀ ਗਾਈਡੈਂਸ ਮਿਲੀ ਤਾਂ ਉਸ ਮੰਜ਼ਿਲ ਤੱਕ ਪਹੁੰਚੇ। ਤੇ ਤਕਰੀਬਨ 60,000 ਬੱਚਾ ਸਾਡੇ ਪ੍ਰੋਗਰਾਮਾਂ ਥਾਣੀ ਆ ਚੁੱਕਾ ਜਦੋਂ ਦੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤੇ ਹੋਏ। ਕਹਿਣ ਦਾ ਮਤਲਬ ਕਿ ਅਸੀਂ ਸਿਰਫ ਇੱਕ ਮਿਸਾਲ ਬਣਾਉਣਾ ਮੰਗਦੇ ਸੀ ਕਮਿਊਨਿਟੀ ਵਾਸਤੇ, ਇੱਕ ਲੈਗੇਸੀ ਬਣਾਉਣਾ ਮੰਗਦੇ ਸੀ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਜਿਹੜੇ ਕੰਮ ਇਹ ਹੋ ਰਿਹਾ ਸ਼ਰਧਾ ਦੇ ਨਾਲ ਹੋ ਰਿਹਾ, ਪਿਆਰ ਦੇ ਨਾਲ ਹੋ ਰਿਹਾ। ਤੇ ਅਸੀਂ ਮੰਗਦੇ, ਜੇ ਤੁਸੀਂ ਹੁਣ ਕਿਡਸ ਪਲੇ ਦਾ ਸਲੋਗਨ ਦੇਖਦੇ ਆ, ਸਲੋਗਨ ਕੀ ਆ? ਇਟ ਟੇਕਸ ਅ ਵਿਲੇਜ, ਵੀ ਆਰ ਦੈਟ ਵਿਲੇਜ। ਕਹਿਣ ਦਾ ਭਾਵ ਕਿ ਜਿੱਦਾਂ ਹੁਣ ਨਵਤੇਜ ਨੇ ਵੀ ਮੈਂਸ਼ਨ ਕੀਤਾ ਸੀ ਕਿ ਜਿਵੇਂ ਹੁਣ ਆਪਾਂ ਆਪਣੇ ਬਜ਼ੁਰਗਾਂ ਵੱਲ ਦੇਖਦੇ ਹਾਂ, ਕਿੰਨੀ ਸਿੰਪਲ ਲਾਈਫ ਹੁੰਦੀ ਸੀ। ਪਿੰਡਾਂ ਵਿੱਚ ਉੱਠ ਕੇ ਆਏ ਸਾਰੇ ਇੱਕ ਦੂਜੇ ਦਾ ਖਿਆਲ ਰੱਖਦੇ ਸੀ, ਪਹਿਲੋਂ ਆਪਣੀ ਜ਼ਮੀਨ ਬਾਉਣੀ ਤੇ ਫਿਰ ਆਪਣੇ ਜਾ ਕੇ ਨੇਬਰ ਦੀ ਜ਼ਮੀਨ ਬਾਉਣੀ। ਕਹਿਣ ਦਾ ਮਤਲਬ ਇਹ ਆ ਕਿ ਇੱਕ ਦੂਜੇ ਦਾ ਖਿਆਲ ਰੱਖਦੇ ਸੀ, ਸਾਰਿਆਂ ਦੇ ਬੱਚੇ ਆਪਣੇ ਹੀ ਬੱਚੇ ਸਮਝਦੇ ਸੀ, ਰਾਈਟ। ਜੇ ਹੁਣ ਬੱਚਾ ਹੋਰ ਕਿਸੇ ਦਾ ਕੋਈ ਗਲਤੀ ਕਰਦਾ ਹੈ ਤੇ ਤੁਸੀਂ ਉਹਨੂੰ ਡਾਂਟਣਾ ਆ ਤੇ ਉਹਦੇ ਮਾਪਿਆਂ ਨੂੰ ਵੀ ਜਾ ਕੇ ਦੱਸਣਾ ਹੈ, ਬੱਚਾ ਸਹੀ ਲਾਈਨ 'ਤੇ ਰਹੇ। ਉਹੀ ਜਿਹੜਾ ਇਹ ਪਿਆਰ ਬਣਿਆ ਹੋਇਆ, ਮੈਂ ਇਹੀ ਪਿਆਰ ਇੱਥੇ ਰੀਕ੍ਰੀਏਟ ਕਰਨਾ ਮੰਗਦਾ ਕਿ ਆਪਾਂ ਸਾਰੇ ਪਿੰਡਾਂ ਵਿੱਚ ਉੱਠ ਕੇ ਆਏ ਹਾਂ ਤੇ ਆਪਾਂ ਆਪਣੀ ਆਇਡੈਂਟੀਟੀ ਕਿਉਂ ਭੁੱਲ ਗਏ, ਆਪਣੀ ਜਿਹੜੀ ਪਛਾਣ ਸੀ। ਕਿਉਂ ਨਾ ਹੋਵੇ ਕਿ ਆਪਾਂ ਉਸੇ ਤਰ੍ਹਾਂ ਦਾ ਇੱਕ ਵੱਡਾ ਵਿਲੇਜ ਇੱਥੇ ਬਣਾਈਏ ਜਿਹੜਾ ਇੱਕ ਦੂਜੇ ਦਾ ਖਿਆਲ ਰੱਖੀਏ। ਕਿਉਂਕਿ ਹੁਣ ਬਥੇਰੇ ਮੈਨੂੰ ਮੈਨੇ ਮਿਲਦੇ ਆ ਸੁਣ ਲਈ, ਆਈ ਬੀ ਆਨੈਸਟ ਵਿਦ ਯੂ, ਕਿਉਂਕਿ ਹੁਣ ਜਦ ਇੰਨਾ ਕੁਛ ਕਮਿਊਨਿਟੀ ਦੇ ਵਿੱਚ ਕਰੀਦਾ ਆ ਤੇ ਬਥੇਰੇ ਕਹਿੰਦੇ ਆ ਜਿਨ੍ਹਾਂ ਦੀ ਸੋਚ ਹੀ ਇਸ ਤਰ੍ਹਾਂ ਦੀ ਆ, ਕਹਿੰਦੇ ਕਿ ਤੈਨੂੰ ਇੰਨਾ ਕੁਛ ਕਰਨ ਦੀ ਕੀ ਲੋੜ ਆ, ਮਰਦੇ ਆ ਤਾਂ ਮਰ ਲੈਂਦੇ, ਰਾਈਟ, ਕਿਹੜੇ ਤੇਰੇ ਆ, ਰਾਈਟ, ਉਹਨਾਂ ਦੇ ਮਾਪਿਆਂ ਨੂੰ ਹੋਗਾ। ਲਾਈਕ ਬੜਾ ਦੁੱਖ ਤੇ ਅਫਸੋਸ ਹੁੰਦਾ ਇੰਨਾ ਸੁਣ ਕੇ, ਕਿਉਂਕਿ ਇਹਦਾ ਕਹਿਣ ਦਾ ਮਤਲਬ ਹੈ ਕਿ ਉਸ ਨਜ਼ਰਾਂ ਨਾਲ ਇਹ ਆਪਣੇ ਬੱਚੇ ਨਹੀਂ ਇਹ ਸਮਝਦੇ, ਇਹ ਹੋਰ ਕਿਸੇ ਦੇ ਬੱਚੇ ਸਮਝਦੇ ਆ, ਰਾਈਟ, ਕਿ ਇਟਸ ਨਾਟ ਆਵਰ ਪ੍ਰੋਬਲਮ। ਖਾਸ ਕਰਕੇ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਇਹੀ ਐਟੀਟਿਊਡ ਬਣੀ ਹੋਈ ਹੈ ਕਿ ਇਟਸ ਨਾਟ ਆਵਰ ਪ੍ਰੋਬਲਮ, ਹੋਰ ਕਿਸੇ ਦੀ ਪ੍ਰੋਬਲਮ ਹੈ, ਉਹਨਾਂ ਦਾ ਬੱਚਾ ਪਿਆ, ਇਟਸ ਨਾਟ ਆਵਰ ਪ੍ਰੋਬਲਮ, ਆਪਣੇ ਆਪ ਹੀ ਸੰਭੋਗੇ। ਪਰ ਇਹ ਜਿਹੜੀ ਸਮੱਸਿਆ ਹੈ ਡਰੱਗਸ ਦੇ ਗੈਂਗ, ਗਿਲਾ ਵੀ ਹੈਗਾ ਮਨ 'ਚ ਤੁਹਾਡੇ ਇਹ? ਯੈਸ, ਆਫ ਕੋਰਸ, ਕਿ ਜਦ ਤੱਕ ਅਸੀਂ ਇਹ ਐਟੀਟਿਊਡ ਨਹੀਂ ਅਰੇਜ਼ ਕਰ ਸਕਦੇ, ਕਿ ਜਦ ਤੱਕ ਅਸੀਂ ਇਹ ਐਟੀਟਿਊਡ ਨਹੀਂ ਬਣਾਉਂਦੇ ਕਿ ਉਹਨਾਂ ਦੇ ਬੱਚੇ ਵੀ ਆਪਣੇ ਬੱਚੇ ਆ, ਰਾਈਟ, ਕਿਉਂਕਿ ਇਹ ਸਾਰੀ ਕਮਿਊਨਿਟੀ ਪ੍ਰੋਬਲਮ ਹੈ ਜਿਹੜੀ ਡਰੱਗਸ ਦੇ ਗੈਂਗਸ ਦੀ ਹੈ, ਅਤੇ ਇੱਥੇ ਕੁਛ ਚੇਂਜ ਨਹੀਂ ਹੋਣਾ। ਸੋ ਮੈਂ ਉਸੇ ਤਰ੍ਹਾਂ ਦਾ ਮਾਹੌਲ ਬਣਾਉਣਾ ਮੰਗਦਾ ਸੀ ਅਤੇ ਬਣ ਗਿਆ। ਮੈਂ ਲੋਕਾਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹੜਾ ਇੰਨਾ ਪਿਆਰ ਮਿਲਦਾ, ਬਹੁਤ ਜ਼ਿਆਦਾ ਹੀ। ਹੋ ਸਕਦਾ ਕਿ ਪਹਿਲੋਂ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਸ਼ਿਕਵਾ ਹੋਗਾ ਜਾਂ ਕੋਈ ਡਾਊਟ ਹੋਗਾ, ਪਰ ਨਾਟ ਨਾਓ। ਇੰਨੀ ਗੱਲ ਮੈਨੂੰ ਪਤਾ ਸਾਰੀ ਦੀ ਸਾਰੀ ਕਮਿਊਨਿਟੀ ਮੇਰੇ ਨਾਲ ਖੜੀ ਹੈ, ਕਿਉਂਕਿ ਸਾਰਿਆਂ ਨੂੰ ਇਹ ਦੱਸਦਾ ਹੈ ਕਿ ਜਿਹੜੇ ਕੰਮ ਕੀਤੇ ਆ ਸੱਚੇ ਮਨੋਂ ਕੀਤੇ ਗਏ ਆ, ਅਤੇ ਇਹ ਸਾਡੀ ਸ਼ਰਧਾ ਹੈ ਅਤੇ ਅਸੀਂ ਕਰੀ ਵੀ ਜਾਣੇ ਆ ਇਸੇ ਤਰ੍ਹਾਂ। ਸਮਾਂ ਆਲਮੋਸਟ ਖਤਮ ਹੋ ਚੁੱਕਾ ਹੈ। ਕੱਲ੍ਹ ਹਾਲੇ ਵੀ ਬਹੁਤ ਸਾਰੀਆਂ ਗੱਲਾਂ ਬਚ ਗਈਆਂ ਨੇ, ਕਿਤੇ ਫਿਰ ਮੌਕਾ ਮਿਲਿਆ ਤਾਂ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ। ਨਵਤੇਜ, ਯੂ ਆਰ ਐਨ ਇੰਸਪੀਰੇਸ਼ਨ ਟੂ ਮੀ। ਆਈ ਐਮ ਨਵਜੋਤ। See, you are so obsessed with your friend, huh? ਨਵਜੋਤ, ਥੈਂਕ ਯੂ ਸੋ ਮਚ। ਅੱਜ ਤੁਸੀਂ ਹਮੇਸ਼ਾ ਹੀ ਬਹੁਤ ਪਿਆਰ ਸਤਿਕਾਰ ਦਿੱਤਾ ਹੈ ਅਤੇ ਤੁਹਾਡਾ ਦਿਲੋਂ ਸ਼ੁਕਰਗੁਜ਼ਾਰ ਹਾਂ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ, ਮਾਈ ਪਲੇਜ਼ਰ। ਅਪਰੀਸ਼ੀਏਟ ਦੈਟ। ਅੱਜ ਦੇ ਇਸ ਪ੍ਰੋਗਰਾਮ 'ਚ ਇੰਨੀਆਂ ਹੀ ਗੱਲਾਂ ਬਾਤਾਂ, ਅਤੇ ਕੋਈ ਫੀਡਬੈਕ ਦੇਣੀ ਹੋਵੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ navjot@sherpunjabradio.ca 'ਤੇ। ਇਹ ਪ੍ਰੋਗਰਾਮ ਤੁਸੀਂ ਆਉਂਦੇ ਕੁਝ ਦਿਨਾਂ ਦੇ ਵਿੱਚ YouTube 'ਤੇ ਵੀ ਦੇਖ ਸਕੋਗੇ, ਸ਼ੇਅਰ ਕਰ ਸਕੋਗੇ। ਸੋ ਇੰਤਜ਼ਾਰ ਕਰਨਾ, 2-3 ਦਿਨਾਂ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪਹੁੰਚ ਜਾਏਗਾ YouTube 'ਤੇ। ਅਤੇ ਹੁਣ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਮੇਰੇ ਤੋਂ ਬਾਅਦ ਡਾਕਟਰ ਜਸਵੀਰ ਰੋਮਾਣਾ ਆਪਣਾ ਸ਼ੋਅ ਲੈ ਕੇ ਹਾਜ਼ਰ ਹੋਣਗੇ। ਸੁਣਦੇ ਰਹੋ ਸ਼ੇਰੇ ਪੰਜਾਬ AM।